ਅਮਰਦੀਪ ਸਿੰਘ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ। ਮੇਰੇ ਸਾਥੀ ਬਲਵੀਰ ਰੱਤੂ ਜੀ ਅੱਜ ਕਿਸੇ ਕਾਰਨ ਕਰਕੇ ਮੇਰੇ ਨਾਲ ਉਹ ਜੁਆਇਨ ਨਹੀਂ ਕਰ ਸਕਦੇ। ਅਗਲੇ ਹਫ਼ਤੇ ਉਹ ਫਿਰ ਤੋਂ ਹਾਜ਼ਰ ਹੋਣਗੇ, ਸੋ ਉਹਨਾਂ ਦੀ ਗੈਰ ਹਾਜ਼ਰੀ ਪ੍ਰਵਾਨ ਕਰਨੀ। ਆਪ ਸਭ ਦਾ ਧੰਨਵਾਦ ਹੈ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਨਾਲ ਜਿਹੜੇ ਹੈਗੇ ਉਹ ਜੁੜੇ ਹੈਗੇ ਆ। ਅੱਜ ਅਸੀਂ ਜਿਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ, ਸ਼ਾਇਦ ਹੀ ਕੋਈ ਪਰਿਵਾਰ ਇੱਦਾਂ ਦਾ ਹੋਵੇਗਾ ਕਿ ਜਿਹਦੇ ਨਾਲ ਇਹ ਵਿਸ਼ਾ ਜੁੜਵਾਂ ਨਹੀਂ ਹੋਵੇਗਾ ਜਾਂ ਜਿਨ੍ਹਾਂ ਨੂੰ ਇਸ ਦੀ ਜ਼ਿੰਦਗੀ ਦੇ ਵਿੱਚ ਕਦੇ ਜਿਹੜੀ ਹੈਗੀ ਆ ਉਹ ਜ਼ਰੂਰਤ ਨਹੀਂ ਪਈ ਹੋਵੇਗੀ। ਅਸੀਂ ਜਿੰਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਕੇ ਵਸੇ ਹੋਏ ਹਾਂ, ਚਾਹੇ ਉਹ ਅਸੀਂ ਇੰਗਲੈਂਡ ਵਿੱਚ ਹਾਂ, ਚਾਹੇ ਕਿਸੇ ਵੀ ਦੁਨੀਆ ਦੇ ਹੋਰ ਖਿੱਤੇ ਦੇ ਵਿੱਚ ਰਹਿੰਦੇ ਹਾਂ, ਸਾਡੀਆਂ ਜਾਇਦਾਦਾਂ, ਸਾਡੇ ਘਰ ਅਜੇ ਵੀ ਉੱਥੇ ਉਨੇ ਹੀ ਹਨ। ਕਈਆਂ ਦੇ ਭੈਣ ਭਰਾ ਉੱਥੇ ਹੋਣਗੇ ਔਰ ਕਈਆਂ ਦੇ ਸ਼ਾਇਦ ਸਾਰੇ ਦੇ ਸਾਰੇ ਪਰਿਵਾਰ ਜਿਹੜੇ ਹੈਗੇ ਆ ਉਹ ਬਾਹਰ ਆ ਕੇ ਸੈਟਲ ਹੋ ਚੁੱਕੇ ਹੋਣਗੇ। ਸੋ ਸਾਡੀ ਜਾਇਦਾਦ ਨੂੰ ਸਾਂਭਣ ਲਈ, ਉਹਦੀ ਮਾਲਕੀ ਬਣਾਈ ਰੱਖਣ ਦੇ ਲਈ ਕਈ ਵਾਰੀ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਉਹ ਸਾਹਮਣੇ ਆਉਂਦੀਆਂ ਹੈਗੀਆਂ। ਇਹਨਾਂ ਮੁਸ਼ਕਲਾਂ ਦੇ ਵਿੱਚੋਂ ਕਈ ਵਾਰੀ ਇਹ ਹੁੰਦੀ ਆ ਕਿ ਅਸੀਂ ਆਪਣੇ ਕੰਮਾਂ ਕਾਰਾਂ ਕਰਕੇ ਵਾਪਸ ਨਹੀਂ ਜਾ ਸਕਦੇ ਜਾਂ ਸਮੇਂ ਸਿਰ ਨਹੀਂ ਪਹੁੰਚ ਸਕਦੇ। ਸੋ ਅਜਿਹੇ ਹਾਲਾਤਾਂ ਦੇ ਵਿੱਚ ਕੀ ਕੀਤਾ ਜਾਵੇ ਕਿ ਕੋਈ ਸਾਡਾ ਕੰਮ ਜਿਹੜਾ ਹੈਗਾ ਉਹ ਸਾਡੇ ਲਈ ਕਰ ਸਕੇ। ਸੋ ਅੱਜ ਜੋ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਮੁਖਤਿਆਰਨਾਮੇ ਬਾਰੇ, ਜਿਹਨੂੰ ਪਾਵਰ ਆਫ ਅਟਰਨੀ ਵੀ ਅਸੀਂ ਕਹਿੰਦੇ ਹੈਗੇ ਹਾਂ। ਇੱਥੇ ਜ਼ਿਆਦਾ ਜਾਣਿਆ ਜਾਂਦਾ, ਪਰ ਆਮ ਅਸੀਂ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਜਾਂ ਕਿਸੇ ਹੋਰ ਮੁਲਕਾਂ ਦੇ ਵਿੱਚ ਅਸੀਂ ਉਹਨੂੰ ਮੁਖਤਿਆਰਨਾਮੇ ਦੇ ਤੌਰ 'ਤੇ ਜਾਣਦੇ ਹੈਗੇ ਹਾਂ। ਸੋ ਇਸ ਵਿਸ਼ੇ 'ਤੇ ਗੱਲ ਕਰਨ ਲਈ ਅੱਜ ਮੇਰੇ ਨਾਲ ਜਗਰੂਪ ਸਮਰਾ ਜੀ, ਜਿਹੜੇ ਕਿ ਹਿੰਦੁਸਤਾਨ ਤੋਂ ਵਕਾਲਤ ਕਰਕੇ ਆਏ ਨੇ ਔਰ ਇਹਨਾਂ ਦਾ ਇਸ ਖਿੱਤੇ ਦੇ ਵਿੱਚ ਇਸ ਵਿਸ਼ੇ 'ਤੇ ਇਹਨਾਂ ਦੀ ਮੁਹਾਰਤ ਰੱਖਦੇ ਆ। ਸੋ ਇਹਨਾਂ ਦਾ ਇੱਥੇ ਕੰਮ ਵੀ ਇਹੀ ਹੈਗਾ ਕਿ ਸਾਡੇ ਜਿਹੜੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਅਗਰ ਪ੍ਰੋਪਰਟੀ ਦੇ ਸੰਬੰਧੀ ਕੋਈ ਵੀ ਉੱਥੇ ਕਿਸੇ ਵੀ ਕਿਸਮ ਦੀ ਲੋੜ ਪੈਂਦੀ ਆ ਜਾਂ ਸਲਾਹ ਮਸ਼ਵਰੇ ਦੀ ਲੋੜ ਪੈਂਦੀ ਆ ਜਾਂ ਰਿਪਰੈਜ਼ੈਂਟੇਸ਼ਨ ਦੀ ਲੋੜ ਪੈਂਦੀ ਆ ਤੇ ਇਹ ਉਹਨਾਂ ਨੂੰ ਸਲਾਹ ਦੇ ਸਕਦੇ ਆ। ਸੋ ਸਭ ਤੋਂ ਪਹਿਲਾਂ ਮੈਂ ਜਗਰੂਪ ਸਮਰਾ ਜੀ ਨੂੰ ਤੁਹਾਡੇ ਨਾਲ ਮਿਲਾਉਣਾ। ਜਗਰੂਪ ਸਮਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਆਏ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਹਾਂਜੀ ਜਗਰੂਪ ਜੀ, ਪਹਿਲਾਂ ਤਾਂ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰੀਏ ਜੀ ਕਿ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਇਸ ਵਿਸ਼ੇ ਬਾਰੇ ਜਿਹੜਾ ਹੈਗਾ ਤੁਸੀਂ ਖਾਸ ਜਾਣਕਾਰੀ ਰੱਖਦੇ ਹੈਗੇ ਆ। ਸੋ ਤੁਹਾਡਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਤੁਸੀਂ ਕਿੰਨੇ ਕੁ ਜਿਹੜਾ ਚਿਰ ਹੈਗੀ ਆ ਇਹਦੇ ਬਾਰੇ ਜੋਬ ਕੀਤੀ ਹੈਗੀ ਆ ਆਪਣੀ ਵਕਾਲਤ ਦੀ ਪੜ੍ਹਾਈ ਤੋਂ ਬਾਅਦ? ਠੀਕ ਆ, ਇਹ ਮੈਂ ਤਕਰੀਬਨ 4 ਸਾਲ ਜਿਹੜੇ ਹੈਗੇ ਆ ਮੈਂ ਉੱਥੇ ਪ੍ਰੈਕਟਿਸ ਕੀਤੀ ਆ ਜੀ। ਉਸ ਤੋਂ ਬਾਅਦ ਫਿਰ ਮੈਂ ਇੰਗਲੈਂਡ ਆ ਗਿਆ ਹੈਗਾ। ਹਾਂਜੀ। ਅਤੇ ਹੁਣ ਮੈਂ 2015 ਤੋਂ ਇੱਥੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਜਿਹੜਾ ਸੋਹੋ ਰੋਡ 'ਤੇ ਆ, ਹਾਂਜੀ, ਉੱਥੇ ਮੈਂ ਇਹੀ ਜਿਹੜੇ ਹੈਗਾ ਇੰਡੀਆ ਦੀ ਜਿਹੜੀ ਕੋਈ ਪ੍ਰੋਪਰਟੀ ਦਾ ਮਸਲਾ ਹੈਗਾ, ਹਾਂਜੀ, ਜਾਂ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਜਾਂ ਜਿਹੜੇ ਹੋਰ ਕੋਈ ਕਈ ਕੰਮ ਹੈਗੇ ਆ ਉਹ ਮੈਂ 2015 ਤੋਂ ਇੱਥੇ ਕਰ ਰਿਹਾ ਹਾਂ। ਠੀਕ ਆ। ਅੱਛਾ, ਇਸ ਜਾਇਦਾਦ ਦੇ ਵਿੱਚ ਸਿਰਫ ਜ਼ਮੀਨਾਂ ਦਾ ਹੀ ਕੰਮ ਆਉਂਦਾ ਜਾਂ ਘਰਾਂ ਦਾ, ਕੋਠੀਆਂ ਦਾ, ਜਾਂ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਚਲ ਜਾਇਦਾਦ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਪ੍ਰੋਪਰਟੀ ਨਾਲ ਰਿਲੇਟਡ ਆ, ਉਹ ਕੋਈ ਵੀ ਮਸਲਾ ਹੋ ਸਕਦਾ? ਜੀ ਹਾਂਜੀ, ਕੋਠੀ ਦਾ ਵੀ ਹੋ ਸਕਦਾ, ਹਾਂਜੀ, ਘਰ ਦਾ ਵੀ ਹੋ ਸਕਦਾ ਹੈਗਾ ਜੀ, ਠੀਕ ਆ, ਜ਼ਮੀਨ ਦਾ ਵੀ ਹੋ ਸਕਦਾ, ਦੁਕਾਨਾਂ ਦਾ ਵੀ ਹੋ ਸਕਦਾ ਮਸਲਾ। ਠੀਕ ਹੈ, ਹਰੇਕ ਤਰ੍ਹਾਂ ਦੇ ਜਿਹੜੇ ਮਸਲੇ ਆ ਉਹ ਸਾਡੇ ਕੋਲ ਆਉਂਦੇ ਆ। ਸੋ ਬੇਸਿਕਲੀ ਪ੍ਰੋਪਰਟੀ ਦੇ ਨਾਲ ਕੋਈ ਵੀ ਜਿਹੜਾ ਇਸ਼ੂ ਜੁੜਿਆ ਹੈਗਾ, ਕੋਈ ਵੀ ਗੱਲ ਹੈਗੀ ਆ, ਉਹਦੇ ਨਾਲ ਤੁਸੀਂ ਇਹਦੇ ਤੇ ਸਲਾਹ ਦੇ ਸਕਦੇ ਆ ਜਾਂ ਤੁਸੀਂ ਉਹਦੇ ਬਾਰੇ ਕੋਈ ਹੱਲ ਜਿਹੜਾ ਹੈਗਾ ਉਹ ਦੇ ਸਕਦੇ ਭੈਣ ਭਰਾਵਾਂ ਨੂੰ ਤੁਸੀਂ ਸੁਝਾ ਸਕਦੇ ਆ ਜੀ। ਸੋ ਜਗਰੂਪ ਜੀ, ਪਹਿਲਾਂ ਤਾਂ ਸਾਨੂੰ ਸਾਰਿਆਂ ਨਾਲੋਂ ਇਹ ਦੱਸੋ ਵੀ ਜਿਹੜਾ ਮੁਖਤਿਆਰਨਾਮਾ ਆ ਇਹਦਾ ਸ਼ਬਦੀ ਅਰਥ ਕੀ ਹੈਗਾ? ਮੁਖਤਿਆਰਨਾਮਾ ਅਸਲ 'ਚ ਹੁੰਦਾ ਕੀ ਹੈ? ਠੀਕ ਹੈ ਜੀ, ਦੇਖੋ ਜਿੱਦਾਂ ਹੁਣ ਤੁਸੀਂ ਕਿਹਾ ਮੁਖਤਿਆਰਨਾਮਾ, ਹਾਂਜੀ, ਇਹਦੀ ਜਿਹੜੀ ਆਪਾਂ ਨਾਂ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਹੈਗਾ ਕਿ ਇਹ ਜਿਹੜੀ ਇੱਕ ਤਰ੍ਹਾਂ ਦੀ ਆਪਾਂ ਕੋਈ ਜਿਹੜਾ ਵਿਦੇਸ਼ ਵਿੱਚ ਰਹਿ ਰਿਹਾ ਹੈ ਬੰਦਾ ਜੀ, ਜਿਹੜਾ NRI ਬੰਦਾ ਹੈਗਾ ਜਾਂ ਜਿਹਦੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਆ ਜੀ, ਉਹ ਕਿਸੇ ਕਾਰਨ ਵਰਸ਼ ਹਾਂਜੀ ਉਹ ਇੰਡੀਆ ਨਹੀਂ ਜਾ ਸਕਦਾ ਜੀ, ਤੇ ਉਹ ਆਪਣਾ ਉੱਥੇ ਏਜੰਟ ਇੱਕ ਖੜਾ ਕਰ ਸਕਦਾ ਹੈ ਆਪਣੇ ਬਿਹਾਫ 'ਤੇ। ਅੱਛਾ ਜੀ, ਠੀਕ ਆ, ਹਾਂਜੀ, ਜਾਂ ਉਹਨੇ ਕੋਈ ਪ੍ਰੋਪਰਟੀ ਵੇਚਣੀ ਹੈ, ਹਾਂਜੀ, ਜਾਂ ਉਹਨੇ ਕੋਈ ਕੇਸ ਕੋਈ ਉੱਥੇ ਲੜਨਾ ਹੈਗਾ, ਹਾਂਜੀ, ਜਾਂ ਕੋਈ ਹੋਰ ਮਸਲਾ ਹੈਗਾ, ਹਾਂਜੀ, ਠੀਕ ਹੈ, ਤੇ ਉਹ ਉਹਨੂੰ ਪਾਵਰ ਦੇ ਸਕਦਾ ਹੈਗਾ, ਹਾਂਜੀ, ਤੇ ਉਹਦੇ ਰਾਈਟ ਫਿਰ ਹੁਣ ਉਹ ਜਿਹੜਾ ਉਹਦਾ ਏਜੰਟ ਆ, ਹਾਂਜੀ, ਉਹਦੇ ਕੋਲ ਚਲੇ ਜਾਣੇ ਆ। ਠੀਕ ਆ, ਤੇ ਉਹਦੀ ਥਾਂ 'ਤੇ ਉੱਥੇ ਖੜਾ ਹੋ ਕੇ, ਹਾਂਜੀ, ਠੀਕ ਆ, ਤੇ ਉਹ ਕੰਮ
ਕਰਵਾਇਆ ਜਾ ਸਕਦਾ ਹੈ। ਠੀਕ ਆ। ਸੋ ਉਹਨਾਂ ਦੇ ਬਿਹਾਫ ਤੇ ਜਿਹੜਾ ਹੈਗਾ ਉਹ ਕੋਈ ਵੀ ਬਿਆਨ ਦੇ ਸਕਦੇ, ਸਟੇਟਮੈਂਟ ਦੇ ਸਕਦੇ, ਕੋਈ ਵੀ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਆ ਕੋਰਟ ਕਚਹਿਰੀ ਦੇ ਵਿੱਚ ਉਹ ਜਾ ਕੇ ਹਾਂਜੀ ਕੋਰਟ ਵਿੱਚ ਵੀ ਉਹ ਸਾਈਨ ਕਰ ਸਕਦੇ ਆ। ਹਾਂਜੀ ਹਾਂ ਕੋਈ ਹਲਫੀਆ ਬਿਆਨ ਦੇਣਾ ਹੋਵੇ ਉਹ ਵੀ ਦੇ ਸਕਦੇ ਆ। ਆਪਾਂ ਹਰੇਕ ਤਰ੍ਹਾਂ ਦੀ ਜਿਹੜੀ ਪਾਵਰ ਆਪਾਂ ਦੇ ਸਕਦੇ ਹਾਂ। ਅੱਛਾ ਜੀ। ਇੱਕ ਜਗਰੂਪ ਜੀ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਮੁਖਤਿਆਰਨਾਮੇ ਵੀ ਆ ਇਹ ਵੀ ਕਈ ਤਰ੍ਹਾਂ ਦੇ ਹੁੰਦੇ ਆ। ਜੀ ਜੀ। ਸੋ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਇਹ ਵੀ ਕਲੀਅਰ ਕਰ ਦਿਓ ਕਿ ਇਹ ਜਿਹੜੇ ਮੁਖਤਿਆਰਨਾਮੇ ਆ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਔਰ ਇਹ ਵੱਖ-ਵੱਖ ਮੁਖਤਿਆਰਨਾਮਿਆਂ ਦਾ ਕੀ ਜਿਹੜਾ ਮਤਲਬ ਹੁੰਦਾ ਹੈਗਾ। ਠੀਕ ਹੈ ਜੀ। ਉਹਦਾ ਤਾਂ ਮੁਖਤਿਆਰਨਾਮਾ ਨਾ ਕਈ ਤਰ੍ਹਾਂ ਦਾ। ਅੱਛਾ ਜੀ। ਪਰ ਜਿਹੜੇ ਆਪਾਂ ਹੁਣ ਬਾਹਰ ਰਹਿ ਰਹੇ ਹਾਂ ਆਪਾਂ ਨੂੰ ਮੇਨਲੀ ਜਿਹੜੀ ਹੈਗੀ ਆ ਉਹ 3 ਤਰ੍ਹਾਂ ਦੇ ਮੁਖਤਿਆਰਨਾਮੇ ਜਿਹੜੇ ਆਪਣੇ ਕੰਮ ਆਉਂਦੇ ਆ। ਠੀਕ ਆ। ਠੀਕ ਆ। ਸਭ ਤੋਂ ਪਹਿਲਾਂ ਹੈਗਾ ਜਿਹੜਾ ਹੈਗਾ ਜਿਹਨੂੰ ਕਹਿੰਦੇ ਆ ਆਪਾਂ ਜਨਰਲ ਪਾਵਰ ਅਟਾਰਨੀ। ਹਾਂਜੀ। ਠੀਕ ਹੈ। ਜਿਹਨੂੰ ਆਪਾਂ ਕਹਿ ਦਈਏ ਇੱਕ ਆਮ ਹਾਂਜੀ ਮੁਖਤਿਆਰਨਾਮਾ ਆਮ ਮੁਖਤਿਆਰਨਾਮਾ ਹੈ ਨਾ। ਹਾਂਜੀ। ਜਨਰਲ ਪਾਵਰ ਅਟਾਰਨੀ ਇੱਕ ਤਰ੍ਹਾਂ ਦਾ ਬਹੁਤ ਜਿਹੜੀਆਂ ਸਭ ਤੋਂ ਜ਼ਿਆਦੀਆਂ ਜਿਹੜੀਆਂ ਹੈਗੀਆਂ ਆਪਾਂ ਉਹਨੂੰ ਪਾਵਰਾਂ ਜਿਹੜੀਆਂ ਕਿਸੇ ਨੂੰ ਵੀ ਦੇ ਸਕਦੇ ਹਾਂ। ਹਾਂਜੀ। ਉਹਨੂੰ ਆਪਾਂ ਵੇਚਣ ਲਈ ਉਹ ਉੱਥੇ ਜ਼ਮੀਨ ਟਰਾਂਸਫਰ ਕਰ ਸਕਦਾ ਹੈਗਾ। ਆਪਾਂ ਖੁੱਲੀ ਪਾਵਰ ਅਟਾਰਨੀ ਜਿਹਨੂੰ ਕਹੀਏ। ਠੀਕ ਆ। ਠੀਕ ਆ। ਆਪਾਂ ਆਪਣੇ ਜਿਹੜਾ ਆਪਣਾ ਏਜੰਟ ਆ ਇੰਡੀਆ 'ਚ ਬੈਠਾ ਜਾਂ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਤੁਹਾਡਾ ਜਿਹਨੂੰ ਤੁਸੀਂ ਪਾਵਰ ਅਟਾਰਨੀ ਦੇਣੀ ਆ ਉਹ ਇੰਡੀਆ ਹੀ ਬੈਠਾ ਹੋਵੇ ਜੀ। ਉਹ ਇੱਥੇ ਵੀ ਹੋ ਸਕਦਾ ਬੰਦਾ। ਅੱਛਾ ਜੀ। ਠੀਕ ਆ। ਤੇ ਇਹ ਆ ਕਿ ਜਨਰਲ ਪਾਵਰ ਅਟਾਰਨੀ 'ਚ ਜਿਹੜੀ ਹੈਗੀ ਆ ਉਹ 'ਚ ਪਾਵਰਾਂ ਸਭ ਤੋਂ ਜ਼ਿਆਦੀਆਂ ਆਪਾਂ ਦਿੰਦੇ ਆ। ਠੀਕ ਆ। ਠੀਕ ਆ। ਉਹ ਈਵਨ ਉਹ ਜਿਹੜਾ ਹੈਗਾ ਉਹ ਤੇ ਲੋਨ ਵੀ ਚੱਕ ਸਕਦਾ ਹੈਗਾ। ਅੱਛਾ ਜੀ। ਜਿਹੜੀ ਜਨਰਲ ਪਾਵਰ ਅਟਾਰਨੀ। ਠੀਕ ਆ। ਠੀਕ ਆ। ਪਰ ਜੇ ਕੋਈ ਤੁਸੀਂ ਸਪੈਸੀਫਿਕ ਪਾਵਰ ਉਹਨੂੰ ਨਹੀਂ ਦੇਣੀ ਕਿ ਉਹ ਤੇ ਲਿਖੀ ਵੀ ਜਾ ਸਕਦੀ ਕਿ ਵੀ ਅਸੀਂ ਆਹ ਪਾਵਰਾਂ ਦੇਣੀਆਂ ਤੇ ਆਹ ਨਹੀਂ ਦੇਣੀਆਂ ਹੈਗੀਆਂ। ਠੀਕ ਆ। ਤੇ ਜਿਹੜੀ ਦੂਜੀ ਪਾਵਰ ਅਟਾਰਨੀ ਆ ਉਹ ਹੈਗੀ ਸਪੈਸ਼ਲ ਪਾਵਰ ਅਟਾਰਨੀ। ਹਾਂਜੀ। ਜਿਹੜੀ ਸਪੈਸ਼ਲ ਪਾਵਰ ਅਟਾਰਨੀ ਆ ਉਹਦੇ ਵਿੱਚ ਆਪਾਂ ਇੱਕ ਸਪੈਸੀਫਿਕ ਪਾਵਰ ਦਿੰਦੇ ਆ ਉਹਨੂੰ। ਰਾਈਟ। ਜਾਂ ਆਪਾਂ ਕਹਿ ਦਈਏ ਕਿ ਬਈ ਉਹਨੇ ਇੱਕ ਤਕਸੀਮ ਕਰਾਉਣੀ ਆ ਤਾਂ ਅਸੀਂ ਤਕਸੀਮ ਦੀ ਪਾਵਰ ਦੇ ਸਕਦੇ ਹਾਂ। ਠੀਕ ਆ। ਜੇ ਆਪਾਂ ਉਹਨੇ ਕੇਸ ਲੜਨਾ ਹੈਗਾ ਉੱਥੇ ਤਾਂ ਆਪਾਂ ਉਹਨੂੰ ਕੇਸ ਲੜਨ ਦੀ ਪਾਵਰ ਦੇ ਸਕਦੇ ਹਾਂ। ਜਾਂ ਕੋਈ ਹੋਰ ਕੰਮ ਕਰਾਉਣਾ ਹੋਵੇ, ਕੋਈ ਮੀਟਰ ਲਵਾਉਣਾ ਹੋਵੇ ਉਹਨੇ ਜਾਂ ਕੋਈ ਕਨੈਕਸ਼ਨ ਨਵਾਂ ਲੈਣਾ ਹੋਵੇ ਜਾਂ ਟਰਾਂਸਫਰ ਕਰਨਾ ਹੋਵੇ ਕਨੈਕਸ਼ਨ ਹੈ ਨਾ ਕਿਸੇ ਤਰ੍ਹਾਂ ਦੇ ਵੀ ਉਹ ਆਪਾਂ ਉਹਨੂੰ ਸਪੈਸ਼ਲ ਪਾਵਰ ਅਟਾਰਨੀ 'ਚ ਆ ਜਾਂਦੀ ਉਹ ਗੱਲ। ਸੋ ਫਿਰ ਉਹ ਤੁਹਾਨੂੰ ਖਾਸ ਲਿਖਣਾ ਪੈਂਦਾ ਕਿ ਆਹ ਜਿਹੜਾ ਮੈਂ ਮੁਖਤਿਆਰਨਾਮਾ ਦਿੱਤਾ ਸਿਰਫ ਇਸ ਕੰਮ ਦੇ ਲਈ ਜਿਹੜਾ ਹੈਗਾ ਉਹ ਲਿਖਣਾ ਪੈਂਦਾ ਹੈਗਾ। ਠੀਕ ਆ। ਤੇ ਜਿਹੜੀ ਤੀਜੀ ਆ ਉਹਨੂੰ ਆਪਾਂ ਡਿਊਰੇਬਲ ਪਾਵਰ ਅਟਾਰਨੀ ਕਹਿੰਦੇ ਆ। ਅੱਛਾ ਜੀ। ਉਹ ਆ ਕਿ ਜੇ ਕੋਈ ਬੰਦਾ ਜਿਹਨੂੰ ਲੱਗਦਾ ਕਿ ਮੈਂ ਆਉਣ ਵਾਲੇ ਟਾਈਮ 'ਚ ਮੈਂ ਕੋਈ ਮੈਂਟਲੀ ਤੌਰ 'ਤੇ ਜਾਂ ਫਿਜ਼ੀਕਲ ਤੌਰ 'ਤੇ ਇਨਕੈਪੇਬਲ ਹੋ ਸਕਦਾ ਜਾਂ ਮੇਰੀ ਯਾਦਦਾਸ਼ਤ ਜਿਹੜੀ ਜਾ ਸਕਦੀ ਆ ਮੈਂ ਕਿਸੇ ਹੈ ਨਾ ਤੇ ਉਹ ਪਹਿਲਾਂ ਹੀ ਆਪਣੀ ਪਾਵਰ ਅਟਾਰਨੀ ਆਪਣੇ ਬੱਚੇ ਨੂੰ ਜਾਂ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੈਂਡ ਨੂੰ ਜਾਂ ਆਪਣੇ ਭੈਣ ਭਰਾ ਨੂੰ ਦੇ ਸਕਦਾ ਹੈ ਕਿ ਵੀ ਇਨ ਫਿਊਚਰ ਤੂੰ ਮੇਰੀ ਜਿਹੜੀ ਹੈਗੀ ਆ ਮੇਰੇ ਬਿਹਾਫ 'ਤੇ ਤੂੰ ਐਕਟ ਕਰਨਾ ਹੈਗਾ। ਠੀਕ ਆ। ਕਿਉਂਕਿ ਮੇਰਾ ਜਿਹੜਾ ਹੈਗਾ ਮੇਰਾ ਜਿਹੜੀ ਮੈਂ ਸਰੀਰਕ ਤੌਰ 'ਤੇ ਜਾਂ ਮੈਂ ਮਾਨਸਿਕ ਤੌਰ 'ਤੇ ਆਉਣ ਵਾਲੇ ਸਮੇਂ 'ਚ ਉਹਨਾਂ ਫੈਸਲੇ ਨਹੀਂ ਲੈ ਸਕਦਾ। ਮੈਂ ਫੈਸਲੇ ਆਪਣੇ ਇੰਪੋਰਟੈਂਟ ਡਿਸੀਜ਼ਨ ਨਹੀਂ ਲੈ ਸਕਦਾ। ਠੀਕ ਆ। ਤੇ ਇਹ ਜਿਹੜੇ 3 ਤਰ੍ਹਾਂ ਦੀਆਂ ਜਿਹੜੀਆਂ ਪਾਵਰ ਅਟਾਰਨੀਆਂ ਆਪਾਂ ਮੇਨਲੀ ਜਿਹੜੇ ਆਪਣੇ ਯੂਕੇ 'ਚ ਰਹਿੰਦੇ ਜਿਹੜੇ ਹੈਗੇ ਉਹਨਾਂ ਨੂੰ ਇਹੀ 3 ਪਾਵਰ ਅਟਾਰਨੀਆਂ ਦੀ ਲੋੜ ਪੈਂਦੀ ਆ। ਹਾਂਜੀ। ਇੱਕ ਸ਼ਬਦ ਤੁਸੀਂ ਵਰਤਿਆ ਸੀ ਇਨਕੈਪੇਬਲ। ਜੀ ਜੀ। ਕਿ ਉਹਦਾ ਮਤਲਬ ਅਸੀਂ ਇਹ ਲਈਏ ਕਿ ਅਗਰ ਕੋਈ ਵਿਅਕਤੀ ਜਿਹੜਾ ਹੈਗਾ ਉਹ ਕੋਈ ਫੈਸਲੇ ਲੈਣ ਦੇ ਸਮਰੱਥ ਨਹੀਂ ਰਹਿੰਦਾ ਹਾਂਜੀ ਉਹਨੂੰ ਆਪਾਂ ਇਨਕੈਪੇਬਲ ਉਹਨੂੰ ਅਸੀਂ ਇਹਦੇ ਵਿੱਚ ਜਿਹੜੀ ਇਹ ਡੈਫੀਨੇਸ਼ਨ ਜਿਹੜੀ ਆਪਾਂ ਹਾਂਜੀ ਉਹ ਇਹਦੇ ਵਿੱਚ ਆ ਜਾਂਦੀ ਹੈ। ਹਾਂਜੀ। ਇੱਕ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਮੇਰੇ ਸੁਣਨ ਵਿੱਚ ਆਇਆ ਤੁਸੀਂ ਇਹਨੂੰ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਕਿ ਇਹ ਕਿੰਨਾ ਕੁ ਦਰੁਸਤ ਹੈ ਕਿੰਨਾ ਕੁ ਦਰੁਸਤ ਨਹੀਂ ਹੈਗਾ। ਕਹਿੰਦੇ ਕਿ ਜਦੋਂ ਤੁਸੀਂ ਮੁਖਤਿਆਰਨਾਮਾ ਆਮ ਦਿੰਦੇ ਆ ਜਾਂ ਜਿਹਨੂੰ ਤੁਸੀਂ ਐਕਸਪਲੇਨ ਕੀਤਾ ਕਿ ਉਹ ਜਨਰਲ ਪਾਵਰ ਆਫ ਅਟਾਰਨੀ ਹੁੰਦੀ ਆ ਉਹ ਅੱਗੋਂ ਵੀ ਕਿਸੇ ਨੂੰ ਮੁਖਤਿਆਰਨਾਮਾ ਦੇ ਸਕਦਾ? ਨਹੀਂ। ਇਹ ਬੜਾ ਤੁਹਾਡਾ ਵਧੀਆ ਕੁਐਸਚਨ ਆ। ਹਾਂਜੀ। ਕਿ ਜੇ ਤੁਸੀਂ ਪਾਵਰ ਅਟਾਰਨੀ ਆਪਾਂ ਇੱਕ ਬੰਦਾ ਕਿਸੇ ਨੂੰ ਪਾਵਰ ਅਟਾਰਨੀ ਦਿੰਦਾ ਜੀ ਉਹ ਅੱਗੇ ਉਹਨੂੰ ਪਾਸ ਨਹੀਂ ਕਰ ਸਕਦਾ। ਆਪਣੀਆਂ ਸ਼ਕਤੀਆਂ ਜਿਹੜੀਆਂ ਆਪਣੀਆਂ ਪਾਵਰਾਂ ਉਹ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਠੀਕ ਆ। ਇਹਦੇ ਵਿੱਚ ਕਈ ਹੋਏ ਵੀ ਆ ਪਰ ਇਹ 'ਚ ਸੁਪਰੀਮ ਕੋਰਟ ਦੀਆਂ ਵੀ ਕਈ ਅਥਾਰਟੀਆਂ ਹੈਗੀਆਂ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਕਈ ਅਥਾਰਟੀਆਂ ਹੈਗੀਆਂ ਕਿ ਜਿਹੜੀ ਇਹ ਚੀਜ਼ ਨਹੀਂ ਹੈਗੀ। ਹਾਂਜੀ। ਸੋ ਮੇਰੇ ਕਹਿਣ ਵੱਲੋਂ ਮੈਂ ਇਹ ਪੁਆਇੰਟ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਸੀਗਾ ਕਿ ਕਰਕੇ ਇਹ ਤੁਹਾਡੇ ਕੋਲੋਂ ਆਇਆ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੈਗਾ ਕਿ ਆਮ ਇਹ ਜਿਹੜੀ ਹੈਗੀ ਆ ਧਾਰਨਾ ਸਾਡੇ ਭੈਣਾਂ ਭਰਾਵਾਂ ਦੇ ਵਿੱਚ ਇਹ ਪਾਈ ਜਾਂਦੀ ਹੈਗੀ ਆ ਕਿ ਅਗਰ ਤੁਸੀਂ ਮੁਖਤਿਆਰਨਾਮਾ ਆਮ ਦੇਤਾ ਤੇ ਉਹ ਵਿਅਕਤੀ ਜਿਹਨੂੰ ਤੁਸੀਂ ਮੁਖਤਿਆਰਨਾਮਾ ਦਿੱਤਾ ਹੈ ਉਹ ਅੱਗੋਂ ਕਿਸੇ ਨੂੰ ਮੁਖਤਿਆਰਨਾਮਾ ਜਿਹੜਾ ਹੈਗਾ ਉਹ ਦੇ ਸਕਦਾ। ਸੋ ਤੁਹਾਡਾ ਇਸ ਗੱਲ ਲਈ ਧੰਨਵਾਦ ਹੈ ਕਿ ਤੁਸੀਂ ਇਹਨੂੰ ਬੜਾ ਕਲੀਅਰ ਕਰ ਦਿੱਤਾ ਹੈਗਾ ਕਿ ਜਿਹੜਾ ਮੁਖਤਿਆਰਨਾਮਾ ਜਿਹਨੂੰ ਦਿੱਤਾ ਉਹ ਅੱਗੋਂ ਕਿਸੇ ਨੂੰ ਵੀ ਮੁਖਤਿਆਰਨਾਮਾ ਜਿਹੜਾ ਹੈਗਾ ਉਹ ਨਹੀਂ ਦੇ ਸਕਦਾ। ਇਹਦੇ ਵਿੱਚ ਮੈਂ ਸੌਰੀ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਜੀ
ਕਿ ਇੱਕ ਜੁਆਇੰਟ ਪਾਵਰ ਅਟਾਰਨੀ ਹੁੰਦੀ ਹੈ। ਅੱਛਾ ਜੀ। ਠੀਕ ਹੈ, ਮਤਲਬ ਦੋ ਬੰਦੇ 3 ਬੰਦੇ 5 ਬੰਦੇ 6 ਬੰਦੇ, ਹਾਂਜੀ, ਉਹ ਇਕੱਠੀ ਪਾਵਰ ਅਟਾਰਨੀ ਵੀ ਬਣਾਈ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਵੱਖਰੇ ਵੱਖਰੇ ਬੰਦੇ ਨੇ ਵੱਖਰੀ ਪਾਵਰ ਅਟਾਰਨੀ ਬਣਾਉਣੀ ਆ। ਹਾਂ, ਕੋਈ ਕਾਰਨ ਆ, ਕੋਈ ਬੰਦਾ ਦੂਰ ਰਹਿੰਦਾ ਹੈਗਾ, ਜਾਂ ਕੋਈ ਇੱਕ ਬੰਦਾ ਮਤਲਬ 2 ਜਾਂ 3 ਭਰਾ ਹੈਗੇ ਆ, ਇੱਕ ਬੰਦਾ 2 ਬੰਦੇ ਇੰਗਲੈਂਡ 'ਚ ਰਹਿੰਦੇ ਆ, ਇੱਕ ਬੰਦਾ ਕੈਨੇਡਾ 'ਚ ਰਹਿੰਦੇ ਆ। ਹਾਂਜੀ, ਠੀਕ ਆ, ਉਹਦੀ ਵੱਖਰੀ ਪਾਵਰ ਅਟਾਰਨੀ ਬਣਨੀ ਆ। ਰਾਈਟ। ਪਰ ਜਿਹੜੇ ਇੱਥੇ ਬੰਦੇ ਆ, ਠੀਕ ਆ, ਉਹ ਜੁਆਇੰਟ ਪਾਵਰ ਅਟਾਰਨੀ ਵੀ ਬਣਾ ਸਕਦੇ ਆ, ਪਰ ਉਹਨਾਂ ਦਾ ਜਿਹੜਾ ਹੈਗਾ ਏਜੰਟ ਜਿਹਨੂੰ ਉਹਨਾਂ ਨੇ ਪਾਵਰ ਅਟਾਰਨੀ ਦੇਣੀ ਆ, ਉਹ ਇੱਕ ਬੰਦਾ ਹੋਣਾ ਚਾਹੀਦਾ। ਓਕੇ। ਪਾਵਰ ਜਿਹੜਿਆਂ ਨੇ ਪਾਵਰ ਦੇਣੀ ਆ, ਉਹ 2 ਹੋ ਸਕਦੇ ਆ, 3 ਹੋ ਸਕਦੇ ਆ, ਪਰ ਜਿਹੜਾ ਅਟਾਰਨੀ ਆ, ਉਹ ਇੱਕੋ ਹੀ ਹੋਊਗਾ। ਹਾਂਜੀ, ਇਹ ਬੜਾ ਨੁਕਤਾ ਸਾਡੇ ਸਮਝਣ ਵਾਲਾ ਹੈਗਾ ਕਿ ਜਿਹੜੇ 2-3 ਵਿਅਕਤੀ ਆ, ਉਹ ਇਕੱਠਿਆਂ ਹੋ ਕੇ ਕਿਸੇ ਇੱਕ ਵਿਅਕਤੀ ਨੂੰ ਜਿਹੜੀ ਹੈਗੀ ਆ ਉਹ ਪਾਵਰ ਦੇ ਸਕਦੇ ਆ, ਪਰ ਇੱਕ ਵਿਅਕਤੀ ਜਾਂ 2 ਵਿਅਕਤੀ ਜਾਂ 3 ਵਿਅਕਤੀ ਇਕੱਠੇ ਹੋ ਕੇ 2-3 ਨੂੰ ਇੱਕੋ ਸਮੇਂ ਇੱਕੋ ਗੱਲ ਦੇ ਲਈ ਉਹ ਜਿਹੜੀ ਹੈਗੀ ਆ ਅਟਾਰਨੀ ਜਿਹੜੀ ਹੈਗੀ ਉਹ ਨਹੀਂ ਦੇ ਸਕਦੇ। ਉਹਦਾ ਰੀਜ਼ਨ ਇਹ ਆ ਕਿ ਜੇ ਕੋਈ ਇੱਕ ਬੰਦਾ ਮਿਸਯੂਜ਼ ਕਰ ਲਵੇ, ਹਾਂਜੀ, ਉਹ ਫਿਰ ਦੂਜਾ ਜਿਹੜਾ ਹੈਗਾ ਉਹ ਫਿਰ ਪਤਾ ਨਹੀਂ ਲੱਗਣਾ ਕਿ ਜ਼ਿੰਮੇਵਾਰੀ ਕਿਹਦੀ ਆ। ਹਾਂਜੀ, ਬਿਲਕੁਲ। ਜੇ 2 ਬੰਦਿਆਂ ਨੂੰ ਤੁਸੀਂ ਆਪਣੀ 2 ਬੰਦਿਆਂ ਨੂੰ ਤੁਸੀਂ ਆਪਣੀ ਪਾਵਰ ਅਟਾਰਨੀ ਦੇ ਦਿੰਦੇ ਆ, ਤੇ ਦੋਨਾਂ ਚੋਂ ਇੱਕ ਬੰਦਾ ਮਿਸਯੂਜ਼ ਕਰ ਗਿਆ, ਤਾਂ ਉਹ ਫਿਰ ਗੜਬੜ ਵਾਲੀ ਗੱਲ ਹੋ ਜਾਣੀ ਹੈ ਨਾ, ਕਿ ਮਤਲਬ ਉਹ ਕਿਹਨੇ ਮਿਸਯੂਜ਼ ਕੀਤੀ ਹੈ, ਤੇ ਉਹ ਦੋਨੋਂ ਲਾਇਬਲ ਹੋ ਜਾਂਦੇ ਆ। ਠੀਕ ਹੈ ਜੀ। ਅੱਛਾ, ਇੱਕ ਜਿਹੜਾ ਇਹਦੇ ਨਾਲ ਹੀ ਆਪਣਾ ਅਗਲਾ ਸਵਾਲ ਮਿਲਦਾ ਜਿਹੜਾ ਹੈਗਾ ਕਿ ਇਹ ਜਿਹੜਾ ਮੁਖਤਿਆਰਨਾਮਾ ਤੁਸੀਂ ਦਿੰਦੇ ਆ, ਜਾਂ ਕੋਈ ਵੀ ਮੁਖਤਿਆਰਨਾਮਾ ਕਿਸੇ ਨੂੰ ਦਿੰਦਾ ਹੈਗਾ, ਇਹਦੀ ਕੋਈ ਸੀਮਾ ਵੀ ਹੁੰਦੀ ਹੈ, ਸਮਾਂ ਵੀ ਨਿਰਧਾਰਿਤ ਹੁੰਦਾ ਕਿ ਇਹ ਜੀ 1 ਸਾਲ ਬਾਅਦ, 6 ਮਹੀਨਿਆਂ ਬਾਅਦ, ਜਾਂ 2 ਸਾਲਾਂ ਬਾਅਦ, ਜਾਂ 10 ਸਾਲਾਂ ਬਾਅਦ ਜਿਹੜਾ ਹੈਗਾ ਉਹ ਮੁਖਤਿਆਰਨਾਮਾ ਜਿਹੜਾ ਤੁਸੀਂ ਦਿੱਤਾ, ਠੀਕ ਹੈ, ਉਹਦੀਆਂ ਤਾਕਤਾਂ ਖਤਮ ਹੋ ਜਾਣਗੀਆਂ, ਉਹ ਮੁਖਤਿਆਰਨਾਮਾ ਉਹਦੇ ਤੋਂ ਬਾਅਦ ਜਿਹੜਾ ਹੈਗਾ ਉਹ ਲਾਗੂ ਨਹੀਂ ਹੋਊਗਾ, ਜਿਹੜਾ ਤੁਹਾਡੇ ਏਜੰਟ ਕੋਲ ਪਾਵਰ ਤੁਸੀਂ ਦਿੱਤੀ ਆ, ਠੀਕ ਹੈ ਜੀ, ਸੇ ਉਹ ਸੀਜ਼ਸ ਟੂ ਐਗਜ਼ਿਸਟ ਜਿਹੜੀ ਹੈਗੀ ਆ ਉਹ ਕੰਮ ਨਹੀਂ ਕਰੂਗੀ। ਠੀਕ ਆ। ਇਹਦੇ ਵਿੱਚ ਇਹ ਆ ਕਿ ਜਾਂ ਤਾਂ ਤੁਸੀਂ ਪਾਵਰ ਅਟਾਰਨੀ 'ਚ ਵੀ ਲਿਖੀ ਜਾ ਸਕਦੀ ਕਿ ਇਸ ਤਰੀਕ ਤੋਂ ਬਾਅਦ ਇਹ ਪਾਵਰ ਅਟਾਰਨੀ ਨਹੀਂ ਚੱਲਣੀ। ਅੱਛਾ ਜੀ। ਠੀਕ ਆ, ਮੰਨ ਲਓ ਅੱਜ ਸਮਾਂ ਨਿਰਧਾਰਿਤ ਕਰ ਸਕਦੇ ਆ ਕਿ ਸਿਰਫ 1 ਸਾਲ ਲਈ, 2 ਸਾਲ ਲਈ, 6 ਮਹੀਨੇ। ਠੀਕ। ਹਾਂਜੀ, ਮੰਨ ਲਓ ਅੱਜ 28 ਤਰੀਕ ਹੈ। ਹਾਂਜੀ, ਅੱਜ 28/8/2021 ਹੈ। ਤੁਸੀਂ ਲਿਖ ਸਕਦੇ ਕਿ ਬਈ 28/8/2022 ਤੱਕ ਇਹ ਜਿਹੜੀ ਹੈਗੀ ਆ ਇਹ ਪਾਵਰ ਅਟਾਰਨੀ ਚੱਲਣੀ ਆ, ਉਸ ਤੋਂ ਬਾਅਦ ਨਹੀਂ ਚੱਲਣੀ। ਇਹ ਤੁਸੀਂ ਪਾਵਰ ਅਟਾਰਨੀ 'ਚ ਲਿਖ ਸਕਦੇ ਹੋ ਜੀ। ਦੂਜਾ ਹੈਗਾ, ਇਹ ਵੀ ਲਿਖ ਸਕਦੇ ਆ ਕਿ ਆਹ ਕੰਮ ਲਈ ਮੈਂ ਪਾਵਰ ਅਟਾਰਨੀ ਦੇਣ ਲੱਗਾ, ਜਦੋਂ ਇਹ ਕੰਮ ਹੋ ਜਾਊਗਾ, ਹਾਂਜੀ, ਠੀਕ ਆ, ਉਸ ਤੋਂ ਬਾਅਦ ਇਹ ਪਾਵਰ ਅਟਾਰਨੀ ਆਟੋਮੈਟਿਕਲੀ ਜਿਹੜੀ ਹੈਗੀ ਇਹ ਨਹੀਂ ਵਰਤੀ ਜਾਵੇ। ਉਸ ਪਾਵਰ ਅਟਾਰਨੀ ਤੁਸੀਂ ਨੋਟ ਬਣਾ ਕੇ ਲਿਖ ਸਕਦੇ ਆ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਆ, ਇਹ ਤੁਹਾਨੂੰ ਉਸ ਜਿਹੜਾ ਡਾਕੂਮੈਂਟ ਤੁਸੀਂ ਤਿਆਰ ਕਰਦੇ ਆ, ਉਹਦੇ ਵਿੱਚ ਤੁਹਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਲਿਖਣੀਆਂ ਪੈਂਦੀਆਂ। ਜੀ, ਉਹਦੇ ਵਿੱਚ ਲਿਖਣੀਆਂ ਪੈਂਦੀਆਂ। ਪਰ ਇਹਦੇ ਵਿੱਚ ਇਹ ਆ ਕਿ ਕਈ ਵਾਰੀ ਤੁਹਾਡੇ ਕੰਮ ਇੰਡੀਆ 'ਚ ਜਿਹੜੇ ਆ ਨਾ ਮਸਲੇ, ਕੋਈ ਇਹ ਨਹੀਂ ਹੈਗਾ ਕਿ 6 ਮਹੀਨੇ 'ਚ ਨਿਬੜ ਜਾਊਗਾ, ਜਾਂ ਕੋਈ ਗਰੰਟੀ ਨਹੀਂ ਹੈਗੀ ਕਿ ਜਾਂ ਸਾਲ 'ਚ ਨਿਬੜ ਜਾਊਗਾ। ਸਾਲ ਦਾ 6 ਮਹੀਨਿਆਂ ਦਾ, ਸਾਲ 'ਚ 6 ਸਾਲਾਂ 'ਚ ਵੀ ਹੋ ਸਕਦਾ। 6 ਸਾਲ, ਬਿਲਕੁਲ, 6 ਮਹੀਨੇ ਦਾ ਕੰਮ 6 ਸਾਲ 'ਚ ਵੀ ਜਾ ਸਕਦਾ। ਤੁਹਾਡੀ ਗੱਲ ਸਹੀ ਹੈ, ਬਿਲਕੁਲ। ਹਾਂਜੀ। ਤਾਂ ਉਹਦੇ ਵਿੱਚ ਫਿਰ ਤੁਸੀਂ ਜਿਹੜੀ ਆ ਨਾ ਪਾਵਰ ਅਟਾਰਨੀ ਤੁਸੀਂ ਖੁੱਲ੍ਹੀ ਦੇ ਦਿਓ। ਠੀਕ ਆ, ਕਿ ਜਦੋਂ ਇਹ ਥੋੜ੍ਹਾ ਜਿਹੜਾ ਕੰਮ ਨਿਬੜ ਜਾਊਗਾ, ਉਸ ਤੋਂ ਬਾਅਦ ਤੁਸੀਂ ਕੈਂਸਲ ਜਿਹੜਾ ਹੈਗਾ ਉਹ ਲੀਗਲੀ ਤੌਰ 'ਤੇ ਵੀ ਕੈਂਸਲ ਇਹਨੂੰ ਤੁਸੀਂ ਕਰਵਾ ਸਕਦੇ ਆ। ਠੀਕ ਆ, ਆਪਾਂ ਇਹਦੇ ਵੱਲ ਫਿਰ ਆਉਂਦੇ ਹੈਗੇ ਆ ਜੀ। ਸੋ ਇਹਦੇ ਨਾਲ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਉਹ ਇਹ ਕਿ ਜਿਵੇਂ ਤੁਸੀਂ 3 ਮੁਖਤਿਆਰਨਾਮੇ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕੀਤੀ ਹੈਗੀ ਆ, ਮੁਖਤਿਆਰਨਾਮਾ ਆਮ, ਮੁਖਤਿਆਰਨਾਮਾ ਖਾਸ, ਤੇ ਇੱਕ ਜਿਹੜਾ ਡਿਊਰੇਬਲ ਮੁਖਤਿਆਰਨਾਮਾ ਜਿਹਦੀ ਤੁਸੀਂ ਗੱਲ ਕੀਤੀ ਹੈਗੀ ਆ। ਸੋ ਅਕਸਰ ਜਿਹੜਾ ਹੈਗਾ ਤੁਹਾਡੀ ਕੀ ਸਲਾਹ ਰਹਿੰਦੀ ਹੈਗੀ ਆ ਕਿ ਮੁਖਤਿਆਰਨਾਮਾ ਆਮ ਦਿੱਤਾ ਜਾਵੇ, ਮੁਖਤਿਆਰਨਾਮਾ ਖਾਸ ਦਿੱਤਾ ਜਾਵੇ, ਜਾਂ ਤੁਸੀਂ ਜਿੱਦਾਂ ਦੇ ਸਰਕਮਸਟੈਂਸਿਸ ਆਉਂਦੇ ਹੈਗੇ ਆ, ਜਿਹੜੇ ਤੁਹਾਡੇ ਕੋਲ ਕਲਾਇੰਟ ਆਉਂਦੇ ਹੈਗੇ ਆ, ਭੈਣ ਭਰਾ ਤੁਹਾਡੇ ਕੋਲ ਸਲਾਹ ਲੈਣ ਲਈ ਆਉਂਦੇ ਆ, ਉਹਨਾਂ ਦੀਆਂ ਸਿਚੁਏਸ਼ਨ ਦੇਖ ਕੇ ਤੁਸੀਂ ਉਹਨਾਂ ਨੂੰ ਉਹਦੇ ਬਾਰੇ ਸਲਾਹ ਜਿਹੜੀ ਹੈਗੀ ਆ ਦਿੰਦੇ ਆ? ਜੀ, ਪਹਿਲਾਂ ਤਾਂ ਇਹ ਗੱਲ ਹੈ ਕਿ ਜਿਹੜੇ ਉਹਦੇ ਸਰਕਮਸਟੈਂਸਿਸ ਕੀ ਆ। ਹਾਂਜੀ, ਠੀਕ ਆ। ਤੇ ਦੂਜਾ ਹੈਗਾ, ਮੈਂ ਸਭ ਤੋਂ ਪਹਿਲਾਂ ਜਦੋਂ ਕੋਈ ਆਉਂਦਾ ਹੈ ਤੇ ਅਸੀਂ ਉਹਨੂੰ ਇਹ ਦੱਸੀਦਾ ਕਿ ਜਿਹੜੀ ਪਾਵਰ ਅਟਾਰਨੀ ਜਿਹੜੀ ਤੁਸੀਂ ਬਣਾ ਰਹੇ ਨਾ, ਇਹਦੇ ਕੌਨਸੀਕੁਐਂਸਿਸ ਕੀ ਹੋ ਸਕਦੇ। ਠੀਕ ਆ, ਕਿ ਤੁਹਾਡੀ ਜਿਹੜੀ ਇਹ ਤੁਸੀਂ ਜਿਹਨੂੰ ਵੀ ਤੁਸੀਂ ਪਾਵਰ ਅਟਾਰਨੀ ਦੇਣੀ ਆ, ਹਾਂਜੀ, ਉਹ 'ਤੇ ਤੁਹਾਨੂੰ ਪੂਰਾ ਯਕੀਨ ਹੋਵੇ। ਠੀਕ ਆ। ਤੇ ਕਿਉਂਕਿ ਜਦੋਂ ਪਾਵਰ ਅਟਾਰਨੀ ਮੰਨ ਲਓ ਮਿਸਯੂਜ਼ ਵੀ ਹੋ ਗਈ ਜੀ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਤਰ੍ਹਾਂ ਦਾ ਆਪਾਂ ਹੱਥ ਵੱਢ ਕੇ ਉਹਨੂੰ ਦੇ ਦਿੰਦੇ ਆ। ਠੀਕ ਆ। ਤੁਸੀਂ ਭਾਵੇਂ ਬਾਅਦ ਵਿੱਚ ਕੋਰਟ ਵੀ ਚਲੇ ਜਾਓ ਕਿ ਬਈ ਨਹੀਂ, ਇਹਨੇ ਮੇਰੀ ਮਿਸਯੂਜ਼ ਕੀਤੀ ਹੈ ਪਾਵਰ ਅਟਾਰਨੀ, ਪਰ ਉਹਦੇ ਵਿੱਚ ਕੀ ਹੈ ਕਿ ਕੋਰਟ ਵੀ ਕਹੂਗੀ ਵੀ ਇਹ ਤਾਂ ਪਾਵਰ ਅਟਾਰਨੀ ਤੂੰ ਤਾਂ ਆਪ ਇਹਨੂੰ ਦਿੱਤੀ ਹੈ, ਉਹਨੇ ਆਪਣੀਆਂ ਜਿਹੜੇ ਰਾਈਟਸ ਉਹਨੇ ਯੂਜ਼ ਕੀਤੇ ਆ। ਠੀਕ ਆ। ਜਦੋਂ ਤੁਸੀਂ ਮਤਲਬ ਕੋਰਟ ਨੂੰ ਇਹ ਸੈਟੀਸਫਾਈਡ ਨਾ ਕਰ ਸਕੋ ਕਿ ਬਈ ਇਹਨੇ ਸੱਚੀ ਮਿਸਯੂਜ਼ ਕੀਤੀ ਹੈ, ਉਹਨੇ ਚਿਰ 'ਚ ਫਿਰ
ਮਤਲਬ ਉਹਦਾ ਕੁਝ ਬਣਦਾ ਜੁੜਦਾ ਨਹੀਂ ਹੈਗਾ। ਠੀਕ ਹੈ ਤੇ ਉਹ ਡਿਪੈਂਡ ਆ ਸਰਕਮਸਟੈਂਸਿਸ। ਜਦੋਂ ਮੇਰੇ ਕੋਲ ਹੁਣ ਕੋਈ ਉੱਥੇ ਆਪਣੇ ਊਧਮ ਸਿੰਘ ਵੈਲਫੇਅਰ ਸੈਂਟਰ ਆਉਂਦਾ ਹੈ ਕੋਈ ਜੀ, ਠੀਕ ਹੈ, ਤੇ ਅਸੀਂ ਪਹਿਲਾਂ ਉਹਨੂੰ ਦੱਸੀਦਾ ਕਿ ਆਹ ਚੀਜ਼ਾਂ ਹੋ ਸਕਦੀਆਂ। ਹਾਂਜੀ। ਫਿਰ ਜੇ ਅਗਲਾ ਕਹੇ ਹਾਂ ਵੀ ਮੈਨੂੰ ਯਕੀਨ ਹੈਗਾ, ਫਿਰ ਉਸ ਤਰੀਕੇ ਨਾਲ ਅਸੀਂ ਉਹਨੂੰ ਸਲਾਹ ਦੇ ਦਈਏ ਕਿ ਤੁਹਾਨੂੰ ਜਨਰਲ ਪਾਵਰ ਟੋਨੀ ਬਣਾਉਣੀ ਚਾਹੀਦੀ ਆ ਜੀ ਜਾਂ ਸਪੈਸ਼ਲ ਬਣਾਉਣੀ ਚਾਹੀਦੀ ਹੈ। ਠੀਕ ਆ। ਸੋ ਤੁਹਾਡਾ ਇਹਦੇ ਲਈ ਬੜਾ ਧੰਨਵਾਦ ਹੈ ਕਿ ਤੁਸੀਂ ਇਹ ਗੱਲਾਂ ਬੜੀਆਂ ਕਲੀਅਰ ਜਿਹੜੀਆਂ ਹੈਗੀਆਂ ਉਹ ਨਾਲ ਦੀ ਨਾਲ ਕਰਦੇ ਜਾਂਦੇ ਆ। ਥੈਂਕ ਯੂ ਜੀ। ਅੱਛਾ, ਹੁਣ ਆਪਾਂ ਇਹ ਗੱਲ 'ਤੇ ਆਈਏ ਕਿ ਮੁਖਤਿਆਰਨਾਮਾ ਬਣਾਉਣ ਦਾ ਢੰਗ ਤਰੀਕਾ ਕੀ ਹੈਗਾ। ਕਈ ਵਾਰੀ ਇਹ ਹੁੰਦਾ ਕਿ ਜੀ ਤੁਹਾਨੂੰ ਹਾਈ ਕਮਿਸ਼ਨ ਕੋਲ ਰਜਿਸਟਰ ਕਰਵਾਉਣਾ ਪੈਂਦਾ, ਕੋਈ ਕਹਿੰਦਾ ਜੀ ਨਹੀਂ ਜੀ ਤੁਸੀਂ ਇਹ ਨੋਟਰੀ ਪਬਲਿਕ ਕੋਲ ਚਲ ਜਾਓ, ਉਹੀ ਸਫੀਸ਼ੀਐਂਟ ਹੈਗਾ। ਠੀਕ ਹੈ। ਤੁਸੀਂ ਸਾਨੂੰ ਇਹ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸੋ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਹੈਗਾ ਆ ਉਹ ਪ੍ਰੋਸੀਜਰ ਜਿਹੜਾ ਹੈਗਾ ਉਹ ਕੀ ਹੁੰਦਾ ਔਰ ਕਿਵੇਂ ਹੁੰਦਾ। ਖਾਸ ਕਰਕੇ ਆਪਾਂ ਹੁਣ UK ਦੇ ਵਿੱਚ ਬੈਠੇ ਹਾਂ ਅਤੇ ਇੱਥੇ ਜਿਹੜਾ ਪ੍ਰੋਸੈਸ ਹੈਗਾ ਉਹ ਕੀ ਹੈਗਾ, ਤਾਂ ਕਿ ਜਿਹੜਾ ਵੀ ਮੁਖਤਿਆਰਨਾਮਾ ਸਾਡੇ ਭੈਣ ਭਰਾ ਬਣਾਉਣ ਉਹਨੂੰ ਉੱਥੇ ਮਾਨਤਾ ਮਿਲ ਜਾਵੇ। ਕਈ ਵਾਰੀ ਇਹ ਹੁੰਦੀ ਆ ਕਿ ਉੱਥੇ ਮੁਖਤਿਆਰਨਾਮਾ ਭੇਜਦੇ ਆ ਤਾਂ ਉੱਥੇ ਦੇ ਵਕੀਲ ਜਿਹੜੇ ਹੈਗੇ ਆ ਜਾਂ ਸਲਾਹਕਾਰ ਹੈਗੇ ਆ ਉਹ ਕਹਿੰਦੇ ਨਹੀਂ ਜੀ ਇਹ ਮੁਖਤਿਆਰਨਾਮਾ ਨਹੀਂ ਚੱਲਣਾ ਹੈਗਾ। ਸੋ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਜੇ ਤੁਸੀਂ ਦੱਸੋ ਕਿ ਇਹਦਾ ਢੰਗ ਤਰੀਕਾ ਕੀ ਹੈਗਾ, ਤਾਂ ਕਿ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਜਿਹੜਾ ਤੁਹਾਡਾ ਪੈਸਾ ਵਕਤ ਹੈਗਾ ਉਹ ਬਚ ਸਕੇ। ਠੀਕ ਹੈ ਜੀ, ਥੈਂਕ ਯੂ। ਪਹਿਲਾਂ ਇਹ ਸਵਾਲ ਤੁਹਾਡਾ ਪੁੱਛਣ ਦਾ ਹੈ ਨਾ, ਅਤੇ ਇਹਦੇ ਵਿੱਚ ਇਹ ਆ ਕਿ ਪਹਿਲਾਂ ਤੁਸੀਂ ਦੇਖੋ ਕਿ ਕਲਾਇੰਟ ਜਿਹੜਾ ਹੈਗਾ ਉਹ ਚਾਹੁੰਦਾ ਕੀ ਆ ਜੀ। ਠੀਕ ਆ, ਉਹ ਇੰਡੀਆ 'ਚ ਕੀ ਕੰਮ ਕਰਾਉਣਾ ਚਾਹੁੰਦਾ ਹੈਗਾ। ਹਾਂਜੀ। ਫਿਰ ਉਸ ਤਰੀਕੇ ਨਾਲ ਤੁਸੀਂ ਪਾਵਰ ਅਟਾਰਨੀ ਪਹਿਲਾਂ ਡਰਾਫਟ ਕੀਤੀ ਜਾਂਦੀ ਹੈ। ਅੱਛਾ ਜੀ। ਹੁਣ ਪਾਵਰ ਅਟਾਰਨੀ ਡਰਾਫਟ ਕਰਨ ਲਈ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਪਾਵਰ ਅਟਾਰਨੀ ਬਣਾਉਣੀ ਆ ਹਾਂਜੀ ਉਹਦਾ ਪਾਸਪੋਰਟ, ਹਾਂਜੀ, ਕਾਪੀ ਆਫ ਪਾਸਪੋਰਟ ਚਾਹੀਦੀ ਹੈ। ਠੀਕ ਆ। ਉਹਦਾ UK ਦਾ ਐਡਰੈਸ ਤੇ ਉਹਦਾ ਇੰਡੀਆ ਦਾ ਐਡਰੈਸ ਅੱਛਾ ਜੀ ਆਪਾਂ ਨੂੰ ਚਾਹੀਦਾ ਹੈਗਾ। ਠੀਕ ਆ। ਤੇ ਉਹਦੇ ਫਾਦਰ ਸਾਹਿਬ ਦਾ ਨਾਮ। ਹਾਂਜੀ। ਠੀਕ ਆ, ਕਿਉਂਕਿ ਆਪਣੇ ਇੰਡੀਆ 'ਚ ਲਿਖੀ ਹੁੰਦਾ ਹੈਗਾ ਕਿ A ਸਿੰਘ ਮਿਸਟਰ ਹੈ ਨਾ, ਮਿਸਟਰ A ਸਿੰਘ ਸਨ ਆਫ ਮਿਸਟਰ B ਸਿੰਘ, ਇਹ ਹਾਂਜੀ ਚੱਲਦਾ ਹੀ ਆ ਇਸ ਪਿੰਡ ਤੋਂ ਜਾਂ ਸ਼ਹਿਰ ਤੋਂ ਜਾਂ ਜੀ ਜੀ ਉਹਨਾਂ ਦਾ ਐਡਰੈਸ। ਠੀਕ ਆ। ਫਿਰ ਜਿਹੜਾ ਜਿਹਨੂੰ ਉਹਨਾਂ ਨੇ ਪਾਵਰ ਦੇਣੀ ਆ, ਮੰਨ ਲਓ ਜੇ ਉਹ ਬੰਦਾ ਜਿਹਨੂੰ ਪਾਵਰ ਦੇਣੀ ਆ ਜਿਹੜਾ ਏਜੰਟ ਆ ਹਾਂਜੀ ਉਹ ਇੰਡੀਆ 'ਚ ਆ, ਤਾਂ ਮੈਂ ਉਹਦਾ ਆਧਾਰ ਕਾਰਡ, ਮੈਂ ਕਹਿੰਦਾ ਹੁਣ ਆਧਾਰ ਕਾਰਡ ਦੀ ਮੋਹਰਲਾ ਪੇਜ ਤੇ ਪਿਛਲਾ ਪੇਜ ਅੱਛਾ ਜੀ ਉਹ ਮੰਗਾ ਲਓ। ਠੀਕ ਆ। ਤਾਂ ਕਿ ਸਪੈਲਿੰਗ 'ਚ ਕੋਈ ਮਿਸਟੇਕ ਨਾ ਹੋਵੇ। ਹਾਂਜੀ। ਠੀਕ ਆ। ਜੇ ਉਹ ਬੰਦਾ ਹੈਗਾ UK ਦਾ ਜਿਹਨੂੰ ਪਾਵਰਾਂ ਦੇਣ ਲੱਗਾ, ਫਿਰ ਅਸੀਂ ਉਹਦਾ ਪਾਸਪੋਰਟ ਦੀ ਕਾਪੀ ਮੈਂ ਮੰਗਾ ਲੈਂਦਾ ਹੁੰਦਾ। ਠੀਕ ਆ। ਤਾਂ ਕਿ ਸਪੈਲਿੰਗ ਜਿਹੜੀ ਹੈਗੀ ਸਹੀ ਹੋਵੇ। ਜੇ ਸਪੈਲਿੰਗ ਵਿੱਚ ਮੰਨ ਲਓ ਹੁਣ ਜਿੱਦਾਂ ਨਵਦੀਪ ਸਿੰਘ ਲਿਖਣਾ ਹੋਵੇ ਤੇ ਜੇ EE ਨਾ ਪਾਉਂਦੇ ਆ ਤੇ ਜੇ I ਨਾ ਪਾਤਾ ਤਾਂ ਉਹ ਪਾਵਰ ਅਟਾਰਨੀ ਉੱਥੇ ਚੱਲਣੀ। ਅੱਛਾ ਜੀ। ਤੁਹਾਡੀ ਜਿਹੜੀ ਸਪੈਲਿੰਗ ਆ ਉਹ ਸਹੀ ਹੋਣੀ ਚਾਹੀਦੀ ਹੈ, ਪਿੰਡ ਦੀ ਸਪੈਲਿੰਗ ਸਹੀ ਹੋਣੀ ਚਾਹੀਦੀ ਹੈ। ਅੱਛਾ ਜੀ। ਠੀਕ ਹੈ। ਤਹਿਸੀਲ, ਜ਼ਿਲ੍ਹਾ, ਹਾਂਜੀ, ਮਤਲਬ ਪੂਰੇ ਤਰ੍ਹਾਂ ਇਹ ਪ੍ਰੋਪਰ ਲਿਖਿਆ ਹੋਣਾ ਚਾਹੀਦਾ। ਠੀਕ ਆ। ਅਤੇ ਉਸ ਤੋਂ ਬਾਅਦ ਫਿਰ ਜੇ ਤੁਹਾਡੀ ਜਿਹੜੀ ਜ਼ਮੀਨ ਆ ਉਹਦਾ ਜੇ ਆਪਣੇ ਕੋਲ ਫਰਦ ਹੈਗੀ ਆ ਅਤੇ ਆਪਾਂ ਉਹਦਾ ਖਸਰਾ ਨੰਬਰ ਵੀ ਮੈਂਸ਼ਨ ਕਰ ਸਕਦੇ ਹਾਂ। ਠੀਕ ਆ। ਪਰ ਜੇ ਕਈ ਵਾਰੀ ਲੋਕਾਂ ਕੋਲ ਫਰਦ ਨਹੀਂ ਹੁੰਦੀ, ਕਿਉਂਕਿ ਜਿਹੜੀ ਆ ਫਰਦ ਆ ਨਾ, ਫਰਦ ਹਰੇਕ 5 ਸਾਲ ਬਾਅਦ ਉਹ ਨੰਬਰ ਜਿਹੜੇ ਆ ਚੇਂਜ ਹੁੰਦੇ ਰਹਿੰਦੇ ਆ। ਅੱਛਾ ਜੀ। ਹਾਂਜੀ। ਕਈ ਵਾਰੀ ਜੇ ਤੁਹਾਡੀ ਪੁਰਾਣੀ ਫਰਦ ਵੀ ਆ ਲਿਆਂਦੀ ਜੀ, ਤਾਂ ਪੁਰਾਣੀ ਫਰਦ ਮੰਨ ਲਓ ਕਿ ਪੁਰਾਣੀ ਫਰਦ ਵਿੱਚ ਨੰਬਰ ਹੋਰ ਆ, ਹੁਣ ਦੀ ਫਰਦ ਵਿੱਚ ਨੰਬਰ ਹੋਰ ਆ, ਫਿਰ ਤੁਹਾਡੀ ਪਾਵਰ ਅਟਾਰਨੀ ਫੇਰ ਨਹੀਂ ਚੱਲਣੀ। ਫਿਰ ਉਹ ਵੀ ਸਾਨੂੰ ਜਦੋਂ ਬਣਾਉਂਦੇ ਅਸੀਂ ਧਿਆਨ 'ਚ ਰੱਖਦੇ ਹਾਂ ਹਾਂਜੀ ਕਿ ਜਿਹੜੇ ਨੰਬਰ ਹੈਗੇ ਆ ਉਹ ਜਿਹੜੇ ਹੁਣ ਦੇ ਨੰਬਰ ਉਹ ਪਾਏ ਜਾਣ। ਠੀਕ ਆ। ਜੇ ਮੰਨ ਲਓ ਕਿਸੇ ਨੂੰ ਨਹੀਂ ਆਪਣੇ ਨੰਬਰ ਪਤਾ ਜੀ, ਫਿਰ ਅਸੀਂ ਉਸ ਜਗ੍ਹਾ ਦਾ ਲਿਖ ਦਈਏ ਕਿ ਇਸ ਜਗ੍ਹਾ 'ਚ ਜਿਹੜੀ ਵੀ ਜ਼ਮੀਨ ਹੈਗੀ ਆ, ਇਸ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਆ ਉਹਦੀ ਸਾਰੀ ਪਾਵਰ ਉਹਨੂੰ ਦਿੱਤੀ ਜਾਵੇ। ਠੀਕ ਆ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਇਹ ਡਰਾਫਟ ਹੋ ਗਈ ਹਾਂਜੀ ਠੀਕ ਹੈ, ਡਰਾਫਟ ਤੋਂ ਬਾਅਦ ਜਿਹੜੀ ਕਾਪੀ ਆ ਅਸੀਂ ਆਪਣੇ ਜਿਹੜਾ ਬੰਦਾ ਹੈਗਾ ਜਿਹੜਾ ਸਾਡੇ ਕੋਲ ਪਾਵਰ ਅਟਾਰਨੀ ਬਣਾਉਣਾ ਆ ਅਸੀਂ ਉਹਨੂੰ ਕਾਪੀ ਦੇ ਦਿੱਤੀ ਆ। ਅਸੀਂ ਕਹਿੰਦੇ ਹਾਂ ਕਿ ਤੈਨੂੰ ਧਿਆਨ ਨਾਲ ਪੜ੍ਹ ਲਓ, ਜੇ ਤੁਹਾਨੂੰ ਨਹੀਂ ਪੜ੍ਹਨੀ ਆਉਂਦੀ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਜੀ। ਠੀਕ ਆ। ਅਤੇ ਜੇ ਕੋਈ ਇਹਦੇ ਵਿੱਚ ਚੇਂਜ ਕਰਨੀ ਆ ਜਾਂ ਕਈ ਇੱਦਾਂ ਵੀ ਕਹਿ ਦਿੰਦੇ ਆ ਵੀ ਸਾਨੂੰ ਪਾਵਰ ਅਟਾਰਨੀ ਬਣਾ ਦਿਓ, ਅਸੀਂ ਆਪਣੇ ਵਕੀਲ ਨੂੰ ਇੰਡੀਆ ਦਿਖਾਉਣੀ ਆ। ਅੱਛਾ ਜੀ। ਫਿਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਉਹਨੂੰ ਭੇਜ ਦਿਓ ਜੀ। ਜੇ ਇਹਦੇ ਵਿੱਚ ਕੋਈ ਚੀਜ਼ ਐਡ ਕਰਨੀ ਆ ਜਾਂ ਇਹ 'ਚੋਂ ਕੋਈ ਚੀਜ਼ ਆਪਾਂ ਰਿਮੂਵ ਕਰਨੀ ਆ ਹਾਂਜੀ ਤਾਂ ਆਪਾਂ ਕਰ ਸਕਦੇ ਹਾਂ ਉਹਨਾਂ ਦੀ ਸਲਾਹ ਮੁਤਾਬਕ, ਕਿਉਂਕਿ ਇੱਕ ਵਾਰੀ ਜੇ ਪਾਵਰ ਅਟਾਰਨੀ ਬਣ ਗਈ ਉਸ ਤੋਂ ਬਾਅਦ ਤਾਂ ਚੇਂਜ ਹੋਣੀ ਨਹੀਂ ਹੋ ਸਕਦਾ। ਹਾਂ, ਤਾਂ ਮਤਲਬ ਉਹ ਡਰਾਫਟ ਵੇਲੇ ਹੀ ਸਾਰਾ ਕੁਝ ਹੋਣਾ। ਠੀਕ ਹੈ। ਡਰਾਫਟ ਹੋਣ ਤੋਂ ਬਾਅਦ ਇਹ ਜਿਹੜਾ ਹੈਗਾ ਪਾਵਰ ਅਟਾਰਨੀ ਆਪਾਂ ਨੂੰ ਨੋਟਰੀ ਨਾਲ ਅਟੈਸਟ ਕਰਾਉਣੀ ਪੈਣੀ ਆ। ਅੱਛਾ ਜੀ। ਠੀਕ ਹੈ। ਨੋਟਰੀ ਜਦੋਂ ਤੁਸੀਂ ਨੋਟਰੀ ਕੋਲ ਜਾਂਦੇ ਆ ਹਾਂਜੀ ਤਾਂ ਉੱਥੇ 2 ਵਿਟਨੈਸ ਵੀ ਚਾਹੀਦੇ ਹੁੰਦੇ ਆ। ਅੱਛਾ ਜੀ। ਅਤੇ ਜਿਹੜੇ ਦੋਨੋਂ ਵਿਟਨੈਸ ਉਹਨਾਂ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਜੀ, ਅਤੇ ਦੋਨੋਂ ਜਿਹੜੇ ਹੈਗੇ ਆ ਉਹ ਸਾਊਂਡ ਮਾਈਂਡ ਹੋਣੇ ਚਾਹੀਦੇ ਆ। ਠੀਕ ਹੈ। ਅਤੇ ਨੋਟਰੀ ਤੋਂ ਬਾਅਦ ਜਿਹੜੀ ਹੈਗੀ ਆ ਪਾਵਰ ਅਟਾਰਨੀ ਅਸੀਂ ਜੇ ਬੰਦੇ ਕੋਲ ਬ੍ਰਿਟਿਸ਼ ਪਾਸਪੋਰਟ ਆ ਜਿਹਨੇ ਪਾਵਰ ਅਟਾਰਨੀ ਬਣਾਉਣ ਲੱਗਾ ਹਾਂਜੀ ਅਤੇ ਉਹਦੀ ਆਪਾਂ ਪਾਵਰ ਅਟਾਰਨੀ ਇੱਥੇ ਇੱਕ
ਆਪਣੇ ਆਫਿਸ ਆ FCO ਪਹਿਲਾਂ ਕਹਿੰਦੇ ਸੀ, ਪਰ ਹੁਣ ਕਹਿੰਦੇ ਆ FCDO। ਅੱਛਾ ਜੀ। FCDO ਦਾ ਫੁੱਲ ਫਾਰਮ ਹੈਗਾ ਫੋਰਨ ਕਾਮਨਵੈਲਥ ਡਿਵੈਲਪਮੈਂਟ ਆਫਿਸ, ਜਿਹੜਾ ਕਿ ਮਿਲਟਨ ਕੀਨਸ ਹੈ ਇਹਨਾਂ ਦਾ। ਅੱਛਾ ਜੀ। ਠੀਕ ਆ, ਉੱਥੇ ਤੁਸੀਂ ਪਾਵਰ ਟੌਰਨੀ ਜਿਹੜੀ ਹੈਗੀ ਆ ਉਹ ਆਪਾਂ ਪੋਸਟ ਕਰ ਦੇਣੀ ਹੈਗੀ ਆ। ਹਾਂਜੀ। ਤੇ ਉਹਨਾਂ ਨੇ ਉੱਥੇ ਜਿਹੜੀ ਸਟੈਂਪ ਲਾ ਕੇ ਆਪਾਂ ਨੂੰ ਅਪੋਸਟਲ ਵਰਡ ਯੂਜ਼ ਕਰਦੇ ਆ ਲੀਗਲੀ ਤੌਰ ਤੇ, ਉਹ ਕਰਕੇ ਤੇ ਉਹਦੇ ਘਰੇ ਉਹਨਾਂ ਨੇ ਪੋਸਟ ਕਰ ਦੇਣੀ ਆ। ਠੀਕ ਆ। ਹਾਂਜੀ। ਤੇ ਪੋਸਟ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਮਿਲ ਗਈ ਤੇ ਤੁਸੀਂ ਪਾਵਰ ਟੌਰਨੀ ਜਿਹੜੀ ਹੈਗੀ ਆ ਉਹ ਇੰਡੀਆ ਭੇਜ ਦੇਣੀ ਹੈਗੀ ਆ। ਠੀਕ ਆ। ਕਿਉਂਕਿ ਨੋਟਰੀ ਦੇ 90 ਦਿਨ ਦੇ ਜਦੋਂ ਨੋਟਰੀ ਹੋ ਗਈ, ਹਾਂਜੀ, ਨੋਟਰੀ ਦੇ 90 ਦਿਨ ਦੇ ਵਿੱਚ ਉੱਥੇ ਤੁਹਾਨੂੰ DC ਦਫ਼ਤਰ ਦਰਜ ਕਰਾਉਣੀ ਪੈਂਦੀ ਹੈ ਇੰਡੀਆ 'ਚ। ਅੱਛਾ ਜੀ। ਜੇ ਉਹ 90 ਦਾ 91 ਦਿਨ ਹੋ ਗਏ, ਹਾਂਜੀ, ਤਾਂ ਹੋ ਸਕਦਾ ਉਹ ਕਰ ਦੇਣ। ਠੀਕ ਆ। ਪਰ ਜੇ ਜ਼ਿਆਦਾ ਚਿਰ ਹੋ ਗਿਆ ਫਿਰ ਉਹ ਕਰਦੇ ਨਹੀਂ, ਫਿਰ ਉਹ ਤੁਹਾਡਾ ਇੱਕ ਤਰ੍ਹਾਂ ਦਾ ਕਾਗਜ਼ ਹੀ ਰਹਿ ਜਾਣਾ ਹੈਗਾ ਉਹ ਪਾਵਰ ਟੌਰਨੀ। ਅੱਛਾ। ਔਰ ਮਤਲਬ ਉਹ ਚੱਲਣੀ ਨਹੀਂ। ਕਈ ਹੁਣ ਜਿੱਦਾਂ ਕਰੋਨਾ ਪਿੱਛੇ ਜੇ ਕਰੋਨਾ ਕਰਕੇ ਵੀ ਲੋਕਾਂ ਦਾ ਜਿਹੜਾ ਉਹ 90 ਦਿਨ ਚਲੇ ਲੰਘ ਗਏ, ਫਿਰ ਉਦੋਂ ਫਿਰ ਦੁਬਾਰਾ ਮੈਨੂੰ ਲੱਗਦਾ 6-7 ਪਾਵਰ ਟੌਰਨੀਆਂ ਤਾਂ ਮੈਂ ਹੀ ਦੁਬਾਰਾ ਬਣਾਈਆਂ। ਅੱਛਾ ਜੀ। ਕਿ ਉਹ ਕਰੋਨਾ ਕਰਕੇ ਜਾਂ ਪੋਸਟ ਲੇਟ ਹੋ ਗਈ ਜਾਂ ਕਿਸੇ ਰੀਜ਼ਨ ਕਰਕੇ, ਹਾਂਜੀ, ਜਾਂ ਕੋਈ ਅੱਛਾ ਕਈ ਵਾਰੀ ਉੱਥੇ ਸਟ੍ਰਾਈਕ ਵੀ ਪ੍ਰੋਬਲਮ ਹੈਗੀ ਆ ਕਿ ਸਟ੍ਰਾਈਕ ਹੈਗੀ ਆ ਜੀ, ਹਾਂਜੀ, ਫਿਰ 90 ਦਿਨ ਤੁਹਾਡੇ ਲੰਘ ਜਾਂਦੇ ਆ। ਠੀਕ ਆ। ਤੇ ਫਿਰ ਇਹ ਗੱਲਾਂ ਆਪਾਂ ਨੂੰ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਹੈਗੀਆਂ। ਹਾਂਜੀ। ਤੇ ਮੈਂ ਜਦੋਂ ਮੇਰੇ ਕੋਲ ਹੁਣ ਕੋਈ ਪਾਵਰ ਟੌਰਨੀ ਬਣਾਉਣ ਆਉਂਦਾ ਹੈਗਾ, ਮੈਂ ਕਹਿੰਦਾ ਹੁੰਦਾ ਕਿ ਜਦੋਂ ਤੁਹਾਨੂੰ ਪਾਵਰ ਟੌਰਨੀ ਮਿਲ ਗਈ ਤੁਸੀਂ ਨਾਲ ਹੀ ਪੋਸਟ ਕਰ ਦਿਓ, ਜਾਂ ਕੋਈ ਜਾਣ ਆਉਣ ਵਾਲਾ ਹੈਗਾ ਤੇ ਜਿੱਦਾਂ ਵੀ ਭੇਜ ਦਿਓ ਤਾਂ ਕਿ ਉਹ ਉੱਥੇ ਮਤਲਬ ਆਪਣੀ 90 ਦਿਨ ਦੇ ਵਿੱਚ ਦਰਜ ਹੋ ਜਾਵੇ। ਠੀਕ ਆ। ਇਹ ਜਿਹੜਾ ਤੁਸੀਂ ਦਫ਼ਤਰ ਦਾ ਨਾਮ ਦੱਸਿਆ FCDO ਜੀ, ਇਹ ਕਿੰਨਾ ਚਿਰ ਲਾਉਂਦਾ? ਜਦੋਂ ਤੁਸੀਂ ਇਹਨਾਂ ਕੋਲ ਡਾਕੂਮੈਂਟ ਆਪਣਾ ਤਿਆਰ ਕਰਕੇ ਭੇਜ ਦਿੰਦੇ ਆ ਨੋਟਰੀ ਪਬਲਿਕ ਕੋਲੋਂ, ਸਾਰਾ ਕੁਝ ਕਰਵਾ ਕੇ ਇਹਨਾਂ ਨੂੰ ਪੋਸਟ ਕਰ ਦਿੰਦੇ ਆ, ਇਹਨਾਂ ਦਾ ਲੀਡ ਟਾਈਮ ਕਿੰਨਾ ਹੈਗਾ? ਇਹ ਕਿੰਨੇ ਚਿਰ ਦੇ ਵਿੱਚ ਅੰਦਾਜ਼ਨ, ਇਹ ਨਹੀਂ ਹੈਗਾ ਕਿ ਵੀ 10 ਦਿਨ ਹੀ ਲੱਗਦੇ ਆ, 10 ਦਾ 11 ਵੀ ਹੋ ਸਕਦੇ ਜਾਂ 9 ਵੀ ਹੋ ਸਕਦੇ ਆ, ਅੰਦਾਜ਼ਨ ਇਹ ਟਾਈਮ ਜਿਹੜਾ ਹੈਗਾ ਉਹ ਕਿੰਨਾ ਕੁ ਲੱਗਦਾ? ਅੰਦਾਜ਼ਨ ਜਿਹੜਾ ਹੈਗਾ ਉੱਥੇ ਤਾਂ ਜਿੱਦਾਂ ਲਿਖਿਆ ਹੁੰਦਾ ਹੈਗਾ 10 ਵਰਕਿੰਗ ਡੇਜ਼। ਅੱਛਾ। ਉਹ ਕਹਿੰਦੇ ਆ ਕਿ ਇਟ ਟੇਕਸ ਯੂਜ਼ਲੀ 10 ਵਰਕਿੰਗ ਡੇਜ਼। ਹਾਂਜੀ। ਪਰ ਇਹ 10 ਤੋਂ 12 ਵੀ ਹੋ ਸਕਦੇ ਆ, 14 ਵੀ ਹੋ ਸਕਦੇ ਆ, ਕਿਉਂਕਿ ਜਦੋਂ ਪੋਸਟ ਆਉਣੀ ਅੱਜ ਕੱਲ੍ਹ ਜਦੋਂ ਤੁਸੀਂ ਉਹ ਪੋਸਟ ਕਰਦੇ ਆ ਨਾ, ਹਾਂਜੀ, ਤਾਂ ਉਹ ਪੋਸਟ 'ਤੇ ਹੀ 4-5 ਦਿਨ ਲੱਗੀ ਜਾਂਦੇ ਆ। ਹਾਂ, ਇਹ ਵੀ ਹੈ। ਹਾਂਜੀ। ਤੇ ਫਿਰ ਮੈਂ ਇਸ ਟਾਈਮ ਜੇ ਮੈਨੂੰ ਕੋਈ ਕਵੇ ਜੇ ਮੇਰੇ ਕੋਲ ਆਉਂਦਾ ਕਿੰਨਾ ਟਾਈਮ ਲੱਗਦਾ, ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਕਿ 15-16 ਦਿਨ ਵਰਕਿੰਗ 15-16 ਦਿਨ ਲੱਗ ਜਾਂਦੇ ਆ। ਸੋ ਤੁਸੀਂ ਆਰਾਮ ਦੇ ਨਾਲ 3 ਹਫ਼ਤੇ ਦਾ ਸਮਾਂ ਜਿਹੜਾ ਹੈਗਾ ਉਹ ਮੰਨ ਕੇ ਚੱਲੋ ਵੱਧ ਘੱਟ ਹੋ ਸਕਦੇ ਆ। ਸੋ ਜੇ ਅਸੀਂ ਇਹ ਸਾਰਾ ਦੇਖੀਏ ਭਈ ਸ਼ੁਰੂ ਤੋਂ ਲੈ ਕੇ ਤਕਰੀਬਨ ਇਹ ਮਹੀਨਾ 1.5 ਮਹੀਨਾ ਆਰਾਮ ਦੇ ਨਾਲ ਲੱਗ ਸਕਦਾ। ਜਦੋਂ ਤੋਂ ਕੋਈ ਵੀ ਕਲਾਇੰਟ ਜਿਹੜਾ ਹੈਗਾ, ਕੋਈ ਵੀ ਭੈਣ ਭਰਾ ਤੁਹਾਡੇ ਕੋਲ ਆਉਂਦਾ ਸਲਾਹ ਲੈਣ ਆਉਂਦਾ, ਤਾਂ ਫਿਰ ਤੁਸੀਂ ਉਹਨਾਂ ਦਾ ਸਾਰੀ ਇਨਫੋਰਮੇਸ਼ਨ ਲੈਂਦੇ ਆ ਇੰਡੀਆ ਤੋਂ, ਜਿਹਨਾਂ ਨੂੰ ਤੁਸੀਂ ਹੈਗਾ ਉਹਨਾਂ ਦੀ ਇਨਫੋਰਮੇਸ਼ਨ ਮੰਗਵਾਉਂਦੇ ਆ ਜੀ, ਫਿਰ ਤੁਸੀਂ ਡਰਾਫਟ ਕਰਦੇ ਆ, ਵਾਪਸ ਉਹਨਾਂ ਨੂੰ ਭੇਜਦੇ ਆ। ਸੋ ਇਹਦੇ ਲਈ ਵੀ ਤਕਰੀਬਨ ਹਫ਼ਤਾ 2 ਹਫ਼ਤੇ ਤਾਂ ਆਰਾਮ ਦੇ ਨਾਲ ਲੱਗ ਜਾਂਦੇ ਹੋਣਗੇ ਨਾ, ਕਰਕੇ ਤੁਸੀਂ ਵੀ ਉਹਨੂੰ ਤਿਆਰ ਕਰਨਾ ਹੁੰਦਾ ਜੀ। ਫਿਰ ਨਾਲ ਨੋਟਰੀ ਦੀ ਅਪਾਇੰਟਮੈਂਟ ਵੀ ਲੈਣੀ ਹੈ। ਹਾਂਜੀ। ਠੀਕ ਆ। ਹਾਂਜੀ। ਅੱਛਾ, ਇਹਦੇ 'ਤੇ ਖਰਚਾ ਕਿੰਨਾ ਕੁ ਆ ਜਾਂਦਾ ਅੰਦਾਜ਼ਨ? ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਲੈਂਦੇ ਆ, ਕੋਈ ਹੋਰ ਇੰਨੇ ਲੈਂਦਾ ਜਾਂ ਕੋਈ ਹੋਰ ਇੰਨੇ ਲੈਂਦਾ। ਮੈਂ ਮੋਟੀ ਜਿਹੀ ਜੇ ਹੋਵੇ ਤਾਂ ਕਿ ਜਿੱਦਾਂ ਮੰਨ ਲਓ ਨੋਟਰੀ ਪਬਲਿਕ ਦੀ ਜਿਹੜੀ ਫੀਸ ਹੈਗੀ ਆ ਉਹ ਕਿੰਨੀ ਕੁ ਹੋ ਸਕਦੀ ਆ? ਮਤਲਬ ਜੀ 100 ਤੋਂ ਲੈ ਕੇ 150 ਤੱਕ ਹੋ ਸਕਦੀ ਆ, ਜਾਂ ਇਹ ਤੋਂ ਜ਼ਿਆਦਾ ਜਾਂ ਘੱਟ ਹੋ ਸਕਦੀ ਤੁਹਾਡੇ ਅੰਦਾਜ਼ੇ ਮੁਤਾਬਕ? ਜਿਹੜੀ UK ਦੇ ਨੋਟਰੀ ਹੈ ਨਾ, ਇਹਨਾਂ ਦੀ ਵੱਖਰੀ ਫੀਸ ਆ। ਅੱਛਾ ਜੀ। ਠੀਕ ਆ। ਹੋ ਸਕਦਾ ਬਰਮਿੰਘਮ ਕੋਈ ਨੋਟਰੀ ਵਾਲਾ 70 ਲੈਂਦਾ ਹੋਵੇ, ਹੋ ਸਕਦਾ ਲੈਸਟਰ 100 ਲੈਂਦਾ ਹੋਵੇ। ਹਾਂਜੀ। ਠੀਕ ਆ। ਇਹ ਮਤਲਬ ਹਰੇਕ ਦੀ ਵੱਖਰੀ ਫੀਸ ਆ। ਪਰ ਜਿਹੜੇ ਬਰਮਿੰਘਮ ਦੇ ਆ, ਮੈਂ ਇੱਕ ਅੰਦਾਜ਼ਾ ਜਿਹਾ ਉਹ 200 ਪਾਉਂਡ 'ਚ ਤੁਹਾਡੀ ਪਾਵਰ ਟੌਰਨੀ ਤਿਆਰ ਹੋ ਜਾਂਦੀ ਆ ਜੀ। ਵਿੱਚ ਹੀ ਜਿਹੜਾ ਡਰਾਫਟ ਕਰਦਾ ਉਹਦੀ ਫੀਸ, ਹਾਂਜੀ, ਤੇ ਵਿੱਚ ਹੀ ਨੋਟਰੀ ਦੀ, ਤੇ ਵਿੱਚ ਹੀ ਜਿਹੜਾ ਆਪਾਂ ਜਿਹੜੀ FCO ਨੂੰ ਜਾਂ FCDO ਨੂੰ ਜਿਹੜਾ ਭੇਜਣਾ ਹੈਗਾ, ਇਹ 200 ਪਾਉਂਡ ਤਾਈਂ ਖਰਚਾ ਆ ਸਕਦਾ। ਠੀਕ ਆ। ਅੱਛਾ, ਇੱਕ ਜਿਹੜਾ ਮੇਰੇ ਹੋਰ ਧਿਆਨ ਦੇ ਵਿੱਚ ਆਇਆ ਜਗਰੂਪ ਜੀ, ਸ਼ਾਇਦ ਤੁਹਾਡੇ ਕੋਲ ਤਾਂ ਇੱਦਾਂ ਦੀ ਸਮੱਸਿਆ ਆਉਂਦੀ ਰਹਿੰਦੀ ਹੋਊਗੀ, ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ, ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਉਹ ਜਦੋਂ ਸਹੁਰੇ ਜਾਂਦੀਆਂ, ਉਹਨਾਂ ਦਾ ਨਾਮ ਜਿਹੜਾ ਹੈਗਾ ਉਹ ਬਦਲ ਕੇ ਕੋਈ ਹੋਰ ਰੱਖ ਦਿੱਤਾ ਜਾਂਦਾ ਜੀ। ਔਰ ਉਹਨਾਂ ਦਾ ਪਾਸਪੋਰਟ ਕਈ ਵਾਰੀ ਇਹ ਹੁੰਦਾ ਕਿ ਉਹਨਾਂ ਦਾ ਪੇਕਿਆਂ ਵਾਲੇ ਨਾਂ 'ਤੇ ਬਣਿਆ ਹੁੰਦਾ ਜੀ। ਜੀ। ਅਗਰ ਤੁਹਾਡੇ ਕੋਲ ਕੋਈ ਜਿਹੜੀ ਹੈਗੀ ਆ ਉਹ ਲੇਡੀ ਆਉਂਦੀ ਹੈਗੀ ਆ, ਸਾਡੀ ਕੋਈ ਭੈਣ ਆਉਂਦੀ ਹੈਗੀ ਆ, ਤੇ ਉਹ ਤੁਹਾਨੂੰ ਕਹਿੰਦੀ ਹੈ ਵੀ ਮੇਰਾ ਪਾਸਪੋਰਟ ਜਿਹੜਾ ਹੈਗਾ ਆ ਉਹ ਇਸ ਨਾਂ ਦਾ ਆ, ਔਰ ਜਿਹੜੀ ਮੇਰੀ ਜ਼ਮੀਨ ਆ ਉਹ ਇਸ ਨਾਂ 'ਤੇ, ਉੱਥੇ ਮੇਰਾ ਸੌਰੀ ਆਹ ਨਾਂ ਬੋਲਿਆ ਜਾਂਦਾ, ਔਰ ਜਿਹੜੀ ਜ਼ਮੀਨ ਜਾਇਦਾਦ ਆ ਉਹ ਮੇਰੀ ਉਸ ਨਾਂ ਦੀ ਆ, ਤੇ ਉਸ ਫਿਰ ਸਮੱਸਿਆ ਨੂੰ ਹੱਲ ਕਰਨ ਦਾ ਵੀ ਕੋਈ ਢੰਗ ਤਰੀਕਾ? ਹਾਂਜੀ, ਬਿਲਕੁਲ। ਇਹਦੇ ਵਿੱਚ ਆ ਕਿ ਮੰਨ ਲਓ ਕਿਸੇ ਦਾ ਨਾਮ ਪਹਿਲਾਂ ਬਸ A ਕੌਰ ਸੀ ਜੀ,
ਠੀਕ ਆ, ਬਾਅਦ 'ਚ ਉਹਨੇ ਆਪਣਾ ਸਰਨੇਮ ਐਡ ਕਰਾ ਲਿਆ ਹਾਂਜੀ ਵਿਆਹ ਤੋਂ ਬਾਅਦ ਜੀ, ਫਿਰ ਆਪਾਂ ਉਹ ਦੋਨੋਂ ਨਾਂ ਤੋਂ ਜਾਣੀ ਜਾਂਦੀ ਆ। ਅੱਛਾ ਜੀ, ਫਿਰ ਆਪਾਂ ਇਹ ਵੀ ਲਿਖ ਸਕਦੇ ਹਾਂ ਕਿ ਇਜ਼ ਆਲਸੋ ਨੋਨ ਐਜ਼, ਓਕੇ, ਕਿ ਦੋਨੋਂ ਨਾਂ ਤੋਂ ਜਾਣੀ ਜਾਂਦੀ ਹੈ। ਠੀਕ ਆ, ਫਿਰ ਇਹ ਲਿਖਣਾ ਬਹੁਤ ਜ਼ਰੂਰੀ ਆ, ਹਾਂਜੀ, ਕਿਉਂਕਿ ਜੇ ਮੰਨ ਲਓ ਤੁਹਾਡਾ ਜਿਹੜਾ ਡਾਕੂਮੈਂਟ ਆ ਇੱਥੇ ਕਿਸੇ ਹੋਰ ਦੇ ਨਾਂ ਤੇ ਆ ਜੀ, ਠੀਕ ਆ, ਤੇ ਜਿਹੜਾ ਇੰਡੀਆ ਹੈਗਾ ਉਹ ਫਰਦਾਂ 'ਚ ਜਾਂ ਕੋਈ ਲੈਂਡ ਰਜਿਸਟਰੀ 'ਚ ਨਾਮ ਹੋਰ ਆ, ਫਿਰ ਤੁਹਾਡਾ ਫਿਰ ਉਹ ਇੱਕ ਕਾਗਜ਼ ਹੀ ਰਹਿ ਜਾਣਾ ਪਾਵਰ ਟੋਨੀ। ਫਿਰ ਤੁਹਾਨੂੰ ਦੋਨੋਂ ਦੱਸਣੇ ਪੈਣੇ ਕਿ ਸਾਡੇ ਦੋਨੋਂ ਨਾਂ ਚੱਲਦੇ ਆ। ਕਈ ਵਾਰੀ ਇਕੱਲੇ ਸਰਨੇਮ ਦੀ ਗੱਲ ਨਹੀਂ, ਕਈ ਵਾਰੀ ਕਈਆਂ ਦੇ ਨਾਂ ਦੋ ਹੁੰਦੇ ਆ। ਹਾਂਜੀ, ਮੰਨ ਲਓ ਉੱਥੇ ਕੋਈ ਨਾਮ ਹੋਰ ਆ ਜੀ, ਠੀਕ ਆ, ਮੰਨ ਲਓ ਉੱਥੇ ਜੋਗਾ ਸਿੰਘ ਆ, ਇੱਥੇ ਕਿਰਪਾਲ ਸਿੰਘ ਚੱਲਦਾ ਹੋਵੇ, ਠੀਕ ਆ, ਸਪੋਜ਼ ਫਿਰ ਆਪਾਂ ਨੂੰ ਉਹ ਦੋਨੋਂ ਦੱਸਣੇ ਪੈਣੇ ਕਿ ਇਹ ਬੰਦੇ ਦੇ ਦੋ ਨਾਮ ਆ। ਠੀਕ ਆ, ਇਹਦੇ ਵਿੱਚ ਵੀ ਇਹ ਗੱਲ ਇਹ ਖਿਆਲ ਰੱਖਣਾ ਪੈਂਦਾ। ਹਾਂਜੀ, ਕਰਕੇ ਇਹ ਸਵਾਲ ਮੈਂ ਤੁਹਾਨੂੰ ਤਾਂ ਪੁੱਛਿਆ ਕਿ ਜਿਹੜਾ ਨੋਟਰੀ ਪਬਲਿਕ ਹੈ ਉਹ ਜਦੋਂ ਮੇਰਾ ਖਿਆਲ ਨੋਟਰਾਈਜ਼ ਕਰੂਗਾ ਤੇ ਉਹ ਜੋ ਵੀ ਪਾਸਪੋਰਟ ਜਿਹੜਾ ਆਇਡੈਂਟੀ ਡਾਕੂਮੈਂਟ ਤੁਸੀਂ ਉਹਨੂੰ ਦੋਗੇ ਉਹਦੇ ਹਿਸਾਬ ਨਾਲ ਹੀ ਉਹ ਕਰੂਗਾ। ਉਹ ਇਹ ਨਹੀਂ ਕਹੂਗਾ ਵੀ ਤੁਹਾਡਾ ਫਲਾਨਾ ਜਿਹੜਾ ਪਿੰਡ ਦਾ ਨਾਂ ਆਹ ਆ ਤਾਂ ਮੈਂ ਉਹਦੇ ਹਿਸਾਬ ਦੇ ਨਾਲ ਇਹ ਜਿਹੜਾ ਹੈਗਾ ਨੋਟਰਾਈਜ਼ ਕਰ ਦੇਵਾਂ। ਨਹੀਂ, ਉਹਨੇ ਤਾਂ ਬਸ ਇਹ ਦੇਖਣਾ ਕਿ ਉਹਨੇ ਬੰਦਾ ਆਇਡੈਂਟੀਫਾਈ ਕਰਨਾ ਕਿ ਇਹ ਬੰਦਾ ਇਹੀ ਆ। ਠੀਕ ਆ, ਠੀਕ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਅੱਛਾ, ਜਦੋਂ ਇੱਥੋਂ ਅਸੀਂ ਮੁਖਤਿਆਰਨਾਮਾ ਬਣਾ ਕੇ ਇੰਡੀਆ ਭੇਜ ਦਿੱਤਾ, ਉਹਦੇ ਵਿੱਚ ਤੁਸੀਂ ਇਸ਼ਾਰਾ ਵੀ ਕਰ ਦਿੱਤਾ ਕਿ ਉਹਦਾ ਜਿਹੜਾ ਹੈਗਾ 90 ਦਿਨਾਂ ਦੇ ਵਿੱਚ DC ਆਫਿਸ ਜਿਹੜਾ ਹੈਗਾ ਉਹ ਰਜਿਸਟਰ ਕਰਵਾਉਣਾ ਜ਼ਰੂਰੀ ਆ ਤਾਂ ਕਿ ਉਹ ਹੋਵੇ। ਇਹ ਬਿਲਕੁਲ ਜ਼ਰੂਰੀ ਆ ਜਾਂ ਇਹ ਆਪਸ਼ਨਲ ਹੈਗਾ ਆ? ਨਹੀਂ, ਇਹ ਬਿਲਕੁਲ ਜ਼ਰੂਰੀ ਹੈ ਜੀ। ਅੱਛਾ ਜੀ, ਇਹ ਜ਼ਰੂਰੀ ਆ। ਠੀਕ ਆ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਜੀ, ਜਿਹੜਾ ਹੈਗਾ ਜਲੰਧਰ ਜ਼ਿਲ੍ਹਾ, ਨਵਾਂ ਸ਼ਹਿਰ ਜਾਂ ਕਪੂਰਥਲਾ, ਜਿੱਥੋਂ ਲੋਕੀ ਆਪਣੇ ਬਾਹਰ ਜ਼ਿਆਦਾਤਰ ਲੋਕੀ ਜਲੰਧਰ ਦੇ ਆ ਜਾਂ ਨਵਾਂ ਸ਼ਹਿਰ ਦੇ ਆ ਜਾਂ ਕਪੂਰਥਲੇ ਵੱਲ ਦੇ ਆ, ਉੱਥੇ ਤੁਹਾਨੂੰ ਵਿਟਨੈਸ ਦੀ ਕਾਪੀ ਭੇਜਣ ਦੀ ਲੋੜ ਨਹੀਂ। ਅੱਛਾ ਜੀ, ਸੌਰੀ, ਵਿਟਨੈਸ ਦੇ ਪਾਸਪੋਰਟ ਦੀ ਕਾਪੀ। ਅੱਛਾ ਜੀ। ਪਰ ਕਈ ਜਿਹੜੇ ਹੈਗੇ ਆ, ਮੈਨੂੰ ਇਹ ਵੀ ਮਤਲਬ ਜਦੋਂ ਅਸੀਂ ਕੰਮ ਕਰੀਦਾ ਸਾਡੇ ਸਾਹਮਣੇ ਆਉਂਦਾ, ਜਿਹੜੇ ਕਈ ਜ਼ਿਲ੍ਹਾ ਹੈਗਾ ਬਰਨਾਲਾ ਜਾਂ ਗੁਰਦਾਸਪੁਰ, ਉਹ ਉੱਥੇ ਕਹਿ ਦਿੰਦੇ ਆ ਕਿ ਵਿਟਨੈਸ ਦੇ ਪਾਸਪੋਰਟ ਦੀ ਕਾਪੀ ਵੀ ਭੇਜੋ ਨਾਲ। ਅੱਛਾ ਜੀ, ਹਾਂਜੀ। ਤੇ ਇਹ ਆ ਉਹਨੇ ਚਿਰ 'ਚ ਕੰਮ ਰੁਕਿਆ ਰਹਿੰਦਾ। ਫਿਰ ਹੁਣ ਅਸੀਂ ਪਹਿਲਾਂ ਤਾਂ ਮੈਂ ਨਹੀਂ ਮਤਲਬ ਭੇਜਦਾ ਹੁੰਦਾ ਸੀ, ਮੈਂ ਕਿਹਾ ਨਹੀਂ ਨਾ ਭੇਜੋ, ਹੈ ਨਾ। ਪਰ ਹੁਣ ਜਦੋਂ ਇੱਥੇ ਇਸ਼ੂ ਆਉਂਦੇ ਆ ਫਿਰ ਅਸੀਂ ਦੇਖ ਲਈਦੇ ਹਾਂ ਬਈ ਜਿਹੜੇ ਬੰਦੇ ਮਤਲਬ ਉਧਰਲੇ ਹੈਗੇ ਆ ਜਿਹੜੇ ਆਉਂਦੇ ਆ, ਤੇ ਮੈਂ ਫਿਰ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਆਪਣੇ ਜਿਹੜੇ ਹੈਗੇ ਆ ਵਿਟਨੈਸ ਜਿਹੜੇ ਆ ਉਹਨਾਂ ਦੀ ਵੀ ਪਾਸਪੋਰਟ ਦੀ ਕਾਪੀ ਤੁਹਾਨੂੰ ਲਾਉਣੀ ਪੈਣੀ ਹੈ। ਪਰ ਹੁਣ ਇਹ ਹੈ ਕਿ ਵਿਟਨੈਸ ਕੋਈ ਤੁਹਾਨੂੰ ਮਾੜਾ ਥੋੜ੍ਹਾ ਜਾਣਦਾ ਹੋਵੇ, ਫਿਰ ਉਹ ਕਈ ਵਾਰੀ ਕਹਿਣਾ ਮੇਰੀ ਪਾਸਪੋਰਟ ਦੀ ਕਾਪੀ ਕਿਉਂ ਮੰਗੀ ਜਾਂਦੇ ਆ ਨਾ, ਫਿਰ ਉਹ ਤੁਹਾਨੂੰ ਵਿਟਨੈਸ ਵੀ ਤੁਹਾਨੂੰ ਖਿਆਲ ਰੱਖਣੇ ਪੈਂਦੇ ਆ ਕਿ ਵਿਟਨੈਸ ਜਿਹੜੇ ਆ ਉਹ ਤੁਹਾਡੇ ਬਹੁਤ ਲਾਗੇ ਦੇ ਹੋਣ ਤਾਂ ਕਿ ਉਹ ਤੁਹਾਨੂੰ ਪਾਸਪੋਰਟ ਦੀ ਕਾਪੀ ਮੁਹੱਈਆ ਕਰਾ ਸਕਣ। ਹਾਂ, ਸੋ ਭੈਣ ਭਰਾਓ, ਇਸ ਗੱਲ ਲਈ ਤੁਸੀਂ ਖਾਸ ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਵਿਟਨੈਸ ਲੈ ਕੇ ਜਾਣਾ ਹੈਗਾ, ਸੋ ਅਜਿਹਾ ਵਿਟਨੈਸ ਤੁਸੀਂ ਨਾਲ ਲੈ ਕੇ ਜਾਓ ਜਿਹੜਾ ਤਾਂ ਕਿ ਤੁਹਾਨੂੰ ਲੋੜ ਪੈਣ 'ਤੇ ਉਹ ਆਪਣੇ ਪਾਸਪੋਰਟ ਦੀ ਜਾਂ ਆਇਡੈਂਟੀ ਜਿਹੜਾ ਹੈਗਾ ਡਾਕੂਮੈਂਟ ਹੈਗਾ ਉਹਦੀ ਕਾਪੀ ਤੁਹਾਨੂੰ ਦੇ ਸਕਣ। ਅਗਰ ਤੁਸੀਂ ਸਾਰਾ ਕੁਝ ਪ੍ਰੋਸੈਸ ਆਪਣਾ ਇੱਥੇ ਬਣਾ ਲਿਆ ਔਰ ਤੁਹਾਡਾ ਵਿਟਨੈਸ ਨੂੰ ਕੋਈ ਹਿਚਕਚਾਹਟ ਹੈ ਜਾਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਅਸੀਂ ਆਪਣੇ ਪਾਸਪੋਰਟ ਦੀ ਕਾਪੀ ਜਿਹੜੀ ਹੈਗੀ ਉਹ ਨਹੀਂ ਦੇਣੀ, ਤੇ ਫਿਰ ਤੁਹਾਡੇ ਲਈ ਉਹ ਜਿਹੜਾ ਡਾਕੂਮੈਂਟ ਆ ਉਹ ਬਣਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਅੱਛਾ, ਜਿਹੜੀਆਂ ਤੁਸੀਂ ਫੋਟੋ ਕਾਪੀਜ਼ ਭੇਜਦੇ ਆ ਉਹ ਵੀ ਅਟੈਸਟਡ ਹੋਣੀਆਂ ਜ਼ਰੂਰੀ ਆ ਬਾਈ ਓਥ ਕਮਿਸ਼ਨਰ ਜਾਂ ਲਾਇਰ ਜਾਂ ਨੋਟਰਾਈਜ਼ਡ ਹੋਣੀਆਂ ਚਾਹੀਦੀਆਂ, ਜਾਂ ਉਹ ਤੁਸੀਂ ਉੱਦਾਂ ਸਿਰਫ ਫੋਟੋ ਕਾਪੀ ਕਰਕੇ ਤੁਸੀਂ ਉਹ ਭੇਜ ਸਕਦੇ ਹੋ? ਜਿਹੜੇ ਵਿਟਨੈਸ ਦੀ ਆ ਉਹ ਤਾਂ ਅਸੀਂ ਉੱਦਾਂ ਹੀ ਭੇਜ ਦਿੰਦੇ ਆ, ਪਰ ਜਿਹੜਾ ਜਿਹਨੇ ਬਣਾਉਣੀ ਆ ਪਾਵਰ ਟੋਨੀ ਉਹ ਨੋਟਰੀ ਨੇ ਨਾਲ ਹੀ ਜਦੋਂ ਉਹ ਪਾਵਰ ਟੋਨੀ ਉਹਨੂੰ ਟੈਸਟ ਕਰਨਾ ਤੇ ਨਾਲ ਹੀ ਜਿਹੜੀ ਹੈਗੀ ਆ ਉਹ ਫੋਟੋ ਕਾਪੀ ਵੀ ਟੈਸਟ ਨਾਲ ਹੀ ਕਰ ਦਿੰਦੇ ਆ। ਠੀਕ ਆ, ਹਾਂਜੀ। ਅੱਛਾ, ਇੱਕ ਤਾਂ ਇਹ ਤਾਂ ਹੁਣ ਆਪਣਾ ਪ੍ਰੋਸੈਸ ਹੋ ਗਿਆ ਕਿ ਅਸੀਂ ਤੋਂ ਮੁਖਤਿਆਰਨਾਮਾ ਬਣਾਇਆ, ਉੱਥੇ ਅਸੀਂ ਭੇਜ ਦਿੱਤਾ ਜੀ, ਉੱਥੇ ਉਹ ਜਿਹੜਾ DC ਆਫਿਸ ਦੇ ਵਿੱਚ ਉਹ ਰਜਿਸਟਰ ਹੋ ਗਿਆ ਜੀ। ਕਿਸੇ ਵੀ ਕਾਰਨ ਕਰਕੇ ਅਗਰ ਤੁਸੀਂ ਇਹ ਮੁਖਤਿਆਰਨਾਮਾ ਰੱਦ ਕਰਨਾ ਚਾਹੋ ਜੀ, ਕਿ ਇਹਦਾ ਅਧਿਕਾਰ ਜਿਹੜਾ ਮੁਖਤਿਆਰਨਾਮਾ ਦੇਣ ਵਾਲਾ ਹੈ ਜੀ ਉਹਦੇ ਕੋਲ ਹੈ, ਉਹ ਕਿਸੇ ਵੀ ਟਾਈਮ ਮੁਖਤਿਆਰਨਾਮਾ, ਚਾਹੇ ਉਹ ਮੁਖਤਿਆਰਨਾਮਾ ਆਮ ਹੋਵੇ ਜਾਂ ਖਾਸ ਹੋਵੇ ਜਾਂ ਡਿਊਰੇਬਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਵੀ ਉਹ ਮੁਖਤਿਆਰਨਾਮਾ ਹੋਵੇ, ਕਿ ਉਹਦੇ ਕੋਲ ਇਹ ਹੱਕ ਹੁੰਦਾ ਕਿ ਉਹ ਆਪਣਾ ਮੁਖਤਿਆਰਨਾਮਾ ਜਿਹਨੂੰ ਵੀ ਦਿੱਤਾ ਹੈਗਾ ਉਹ ਰੱਦ ਕਰ ਸਕੇ, ਕਿਸੇ ਵੀ ਸਮੇਂ ਉਹਨੂੰ ਰੱਦ ਕਰ ਸਕੇ ਜੀ। ਉਹ ਜਿਹੜਾ ਹੈਗਾ ਪਾਵਰ ਟੋਨੀ ਜਿਹੜੀ ਹੈਗੀ ਕਿਸੇ ਵੇਲੇ ਵੀ ਰੱਦ ਕਰ ਸਕਦਾ ਹੈਗਾ। ਅੱਛਾ ਜੀ, ਜਿਹਨੇ ਪਾਵਰ ਟੋਨੀ ਦਿੱਤੀ ਆ। ਹਾਂਜੀ, ਇਹਦੇ ਵਿੱਚ ਕਈ ਗੱਲਾਂ ਹੈਗੀਆਂ ਜੀ। ਇੱਕ ਤਾਂ ਹੈਗਾ ਕਿ ਜਿਹੜੇ ਨੇ ਪਾਵਰ ਟੋਨੀ ਦਿੱਤੀ ਆ, ਹਾਂਜੀ, ਉਹ ਬੰਦਾ ਆਪ ਪੂਰਾ ਹੋ ਜਾਵੇ, ਮਰ ਜਾਵੇ, ਹਾਂਜੀ, ਠੀਕ ਹੈ, ਉਹਦੀ ਡੈਥ ਹੋ ਜਾਵੇ ਜੀ, ਤਾਂ ਉਹ ਪਾਵਰ ਟੋਨੀ ਆਟੋਮੈਟਿਕਲੀ ਕੈਂਸਲ ਆ। ਅੱਛਾ ਜੀ। ਜਾਂ ਜਿਹੜਾ ਉਹਦਾ ਏਜੰਟ ਆ ਜਿਹਨੂੰ ਉਹਨੇ ਪਾਵਰ ਟੋਨੀ ਦਿੱਤੀ ਆ, ਹਾਂਜੀ, ਜੇ ਉਹਦੀ ਮੌਤ ਹੋ ਜਾਂਦੀ ਆ ਜੀ ਤੇ ਤਾਂ ਵੀ ਆਟੋਮੈਟਿਕਲੀ ਜਿਹੜੀ ਹੈਗੀ ਆ ਉਹ ਮੁਖਤਿਆਰਨਾਮਾ, ਹਾਂਜੀ, ਉਹ ਕੈਂਸਲ ਹੋ ਜਾਂਦਾ ਹੈਗਾ। ਤੀਜਾ ਹੈਗਾ ਕਿ ਜਾਂ ਤਾਂ ਡੇਟ ਜਿਹੜੀ ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਕਿ ਜੇ ਡੇਟ ਲਿਖੀ ਆ ਉਹਨੇ ਕੋਈ ਹੈ ਨਾ ਕਿ ਆਹੀ ਕੰਮ ਕਰਾਉਣਾ, ਉਸ ਤੋਂ ਬਾਅਦ ਪਾਵਰ ਟੋਨੀ ਨਹੀਂ ਚੱਲਣੀ, ਫਿਰ ਉਹ ਇੱਕ ਤਰ੍ਹਾਂ ਦੀ ਕੈਂਸਲ ਹੀ ਆ। ਕੈਂਸਲ ਆ, ਹਾਂਜੀ।
ਤੇ ਜਿਹੜੀ ਲਾਸਟ ਵਾਲੀ ਗੱਲ ਆ ਜਿਹੜੀ ਲੀਗਲੀ ਤੌਰ ਤੇ ਕੈਂਸਲ ਕਰਾਉਣੀ ਆ, ਹਾਂਜੀ, ਉਹ ਵੀ ਇੱਕ ਤਰੀਕਾ ਹੈਗਾ। ਜੇ ਤੁਸੀਂ ਮੰਨ ਲਓ ਕਿ ਉਹਦੇ ਆਪਣਾ ਜਿਹੜਾ ਆਪਣਾ ਅਟਾਰਨੀ ਆ ਜੀ, ਠੀਕ ਹੈ, ਉਹਨੂੰ ਚੇਂਜ ਕਰਨਾ ਚਾਹੁੰਦੇ ਆ, ਹਾਂਜੀ, ਤੁਸੀਂ ਪਾਵਰਾਂ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਆ, ਹਾਂਜੀ, ਠੀਕ ਹੈ, ਤਾਂ ਤੁਸੀਂ ਉਹਦੀ ਜਿਹੜੀ ਪਾਵਰ ਅਟਾਰਨੀ ਕੈਂਸਲ ਕੀਤੀ ਜਾ ਸਕਦੀ ਆ। ਹਾਂਜੀ, ਉਹਦਾ ਤਰੀਕਾ ਇਹ ਆ ਕਿ ਸਭ ਤੋਂ ਪਹਿਲਾਂ ਤੁਹਾਨੂੰ ਨੋਟਿਸ ਭੇਜਣਾ ਪੈਂਦਾ ਹੈਗਾ। ਅੱਛਾ ਜੀ। ਜਿਹੜਾ ਤੁਹਾਡਾ ਏਜੰਟ ਆ, ਜਿਹਨੂੰ ਤੁਸੀਂ ਆਪਣੀ ਪਾਵਰ ਅਟਾਰਨੀ ਦਿੱਤੀ ਆ, ਹਾਂਜੀ, ਠੀਕ ਹੈ, ਤੁਸੀਂ ਉਹਨੂੰ ਨੋਟਿਸ ਭੇਜਿਆ ਜਾਊਗਾ। ਨੋਟਿਸ 'ਚ ਇਹ ਲਿਖਿਆ ਜਾਊਗਾ ਕਿ ਅੱਜ ਤੋਂ ਬਾਅਦ ਜਿਹੜਾ ਹੈਗਾ ਤੂੰ ਕੋਈ ਵੀ ਜਿਹੜੀ ਮੇਰੀ ਪਾਵਰ ਹੈ ਯੂਜ਼ ਨਹੀਂ ਕਰ ਸਕਦਾ ਹੈਗਾ। ਅੱਛਾ ਜੀ। ਠੀਕ ਆ। ਇਹ ਜਿਹੜੀ ਹੈਗੀ ਆ ਇਹ ਪਾਵਰ ਅਟਾਰਨੀ ਐਕਟ 1982 ਦੇ ਵਿੱਚ ਆਉਂਦਾ ਹੈਗਾ। ਅੱਛਾ ਜੀ। ਠੀਕ ਆ। ਤੇ ਇਹਦੇ ਵਿੱਚ ਉਹ ਆਪਾਂ ਨੋਟਿਸ ਭੇਜ ਦਿੰਦੇ ਆ ਤੇ ਇੱਕ ਨੋਟਿਸ ਸਾਨੂੰ ਉੱਥੇ ਰਜਿਸਟਰਾਰ ਨੂੰ ਦੇਣਾ ਪੈਂਦਾ ਹੈਗਾ। ਮੰਨ ਲਓ ਪਾਵਰ ਅਟਾਰਨੀ ਜਿਹੜੀ ਹੈਗੀ ਜਲੰਧਰ ਜ਼ਿਲ੍ਹੇ ਦੀ ਬਣੀ ਹੈ, ਮੰਨ ਕੇ ਚੱਲਦੇ ਆ, ਬਿਲਕੁਲ ਠੀਕ ਆ। ਤੇ ਉਹ ਫਿਰ ਜਲੰਧਰ ਦਾ ਜਿਹੜਾ ਹੈਗਾ ਰਜਿਸਟਰਾਰ ਜਿਹੜਾ ਉਸ ਏਰੀਏ ਦਾ ਉਹਦੀ ਜਿਹੜੀ ਜ਼ਮੀਨ ਆ ਜਿੱਥੇ ਪੈਂਦੀ ਆ, ਹਾਂਜੀ, ਠੀਕ ਹੈ, ਉਸ ਰਜਿਸਟਰਾਰ ਨੂੰ ਦੇਣਾ ਪੈਂਦਾ। ਰਜਿਸਟਰਾਰ ਦਾ ਮਤਲਬ ਹੈ ਤਹਿਸੀਲਦਾਰ ਜਾਂ ਸਬ ਤਹਿਸੀਲਦਾਰ। ਅੱਛਾ ਜੀ। ਠੀਕ ਆ। ਠੀਕ ਆ। ਉਹਦੀ ਉਹ ਨੋਟਿਸ 'ਚ ਗੱਲ ਲਿਆਉਣਾ ਪੈਂਦਾ, ਉੱਥੇ ਦਰਜ ਕਰਾਉਣੀ ਪੈਂਦੀ ਹੈ। ਹਾਂਜੀ। ਤੀਜਾ ਹੈਗਾ ਕਿ ਇਹਨੂੰ ਪਬਲੀਕੇਸ਼ਨ ਜਿਹੜਾ ਅਖਬਾਰ ਵਿੱਚ ਤੁਹਾਨੂੰ ਪਬਲਿਸ਼ ਕਰਾਉਣਾ ਪੈਂਦਾ। ਅੱਛਾ ਜੀ। ਮੰਨ ਲਓ ਜਿਹੜਾ ਤੁਹਾਡਾ ਏਜੰਟ ਹੈਗਾ, ਹਾਂਜੀ, ਠੀਕ ਹੈ, ਜਿਹੜਾ ਪਾਵਰ ਅਟਾਰਨੀ ਬਣਾ ਰਿਹਾ ਹੈਗਾ, ਜੇ ਉਹ ਯੂਕੇ 'ਚ ਆ ਤਾਂ ਉਹਨੂੰ ਯੂਕੇ ਦੀ ਅਖਬਾਰ ਵਿੱਚ ਪਬਲਿਸ਼ ਕਰਾਉਣਾ ਪੈਣਾ। ਅੱਛਾ ਜੀ। ਜੇ ਉਹ ਇੰਡੀਆ 'ਚ ਆ ਤਾਂ ਉਹਨੂੰ ਇੰਡੀਆ ਦੀ ਅਖਬਾਰ ਵਿੱਚ ਪਬਲਿਸ਼ ਕਰਾਉਣਾ ਪੈਣਾ ਹੈਗਾ। ਠੀਕ ਆ। ਸੋ ਜਿੱਥੇ ਵੀ ਤੁਸੀਂ ਰਹਿੰਦੇ ਆ, ਹਾਂਜੀ, ਮੁਖਤਿਆਰਨਾਮਾ ਦੇਣ ਵਾਲਾ ਜਿਸ ਦੇਸ਼ ਦੇ ਵਿੱਚ ਰਹਿੰਦਾ ਆ, ਉੱਥੇ ਦੀ ਕਿਸੇ ਵੀ ਅਖਬਾਰ ਦੇ ਵਿੱਚ ਜਾਂ ਕੋਈ ਇਦਾਂ ਦੀ ਕੰਡੀਸ਼ਨ ਵੀ ਹੁੰਦੀ ਹੈ ਜੀ ਪੰਜਾਬੀ ਦੀ ਅਖਬਾਰ 'ਚ ਹੀ ਹੋਵੇ? ਨਹੀਂ, ਕਿਸੇ ਵੀ ਅਖਬਾਰ ਵਿੱਚ ਉਹ, ਠੀਕ ਹੈ, ਤੇ ਉਹ ਹਮੇਸ਼ਾ ਜਿਹੜੀ ਹੈਗੀ ਆ ਉਹ ਅਖਬਾਰ ਜਿਹੜੀ ਆ ਉਹ ਸੰਭਾਲ ਕੇ ਰੱਖੋ। ਅੱਛਾ ਜੀ। ਉਹਦੀ ਕਾਪੀ ਤੁਸੀਂ ਹੈਗਾ? ਹਾਂਜੀ, ਉਹਦੀ ਕਾਪੀ ਜਿਹੜੀ ਹਮੇਸ਼ਾ ਰੱਖੋ, ਕਿਉਂਕਿ ਇਨ ਫਿਊਚਰ ਲੋੜ ਪੈ ਸਕਦੀ ਹੈ। ਜੇ ਕੋਰਟ ਵਿੱਚ ਕਈ ਵਾਰੀ ਤੁਹਾਡਾ ਮਸਲਾ ਚਲਾ ਜਾਂਦਾ, ਫਿਰ ਤੁਹਾਨੂੰ ਇਹ ਪ੍ਰੂਫ ਕਰਨਾ ਹੋਵੇ ਕਿ ਮੈਂ ਤਾਂ ਪਾਵਰ ਅਟਾਰਨੀ ਕੈਂਸਲ ਕੀਤੀ ਆ, ਫਿਰ ਤੁਸੀਂ ਉਹ ਫਿਰ ਪੁੱਛਦੇ ਆ ਕਿ ਹਾਂ ਵੀ ਤੂੰ ਅਖਬਾਰ 'ਚ ਕਢਾਇਆ ਸੀ ਜੀ। ਜੇ ਮੰਨ ਲਓ ਕਿਸੇ ਬੰਦੇ ਨੇ ਇਕੱਲਾ ਨੋਟਿਸ ਹੀ ਭੇਜਿਆ, ਹਾਂਜੀ, ਪਰ ਅਖਬਾਰ 'ਚ ਨਹੀਂ ਕਢਾਇਆ ਜੀ, ਫਿਰ ਵੀ ਉਹ ਮਤਲਬ ਇਹ ਗੱਲ ਇਨਕੰਪਲੀਟ ਆ। ਹਾਂ, ਉਹ ਪ੍ਰੋਸੀਜਰ ਪੂਰਾ, ਹਾਂਜੀ, ਗੱਲ ਜਿਹੜੀ ਉਹ ਮੰਨੀ ਨਹੀਂ ਜਾਊਗੀ। ਨਹੀਂ, ਹਾਂਜੀ, ਤੇ ਉਹ ਪ੍ਰੋਸੀਜਰ ਤੁਹਾਨੂੰ ਪੂਰਾ ਹੀ ਫੋਲੋ ਕਰਨਾ ਪੈਂਦਾ ਹੈਗਾ। ਅੱਛਾ ਜੀ। ਠੀਕ ਆ। ਸੋ ਜਿਹੜਾ ਰਜਿਸਟਰਾਰ ਆ, ਮੰਨ ਲਓ ਮੈਂ ਹੁਣ ਕਿਸੇ ਨੂੰ ਮੁਖਤਿਆਰਨਾਮਾ ਦਿੱਤਾ ਜੀ, ਮੰਨ ਲਓ ਮੈਂ ਕੋਈ ਜ਼ਮੀਨ ਵੇਚਣੀ ਸੀ, ਮੈਂ ਕਿਸੇ ਨੂੰ ਮੁਖਤਿਆਰਨਾਮਾ ਭੇਜ ਦਿੱਤਾ ਔਰ ਮੇਰਾ ਜਿਹੜਾ ਹੈਗਾ ਉਹ ਮਨ ਬਦਲ ਗਿਆ ਵੀ ਮੈਂ ਹੁਣ ਉਹ ਜ਼ਮੀਨ ਨਹੀਂ ਵੇਚਣੀ ਜੀ, ਮੈਂ ਸਿਰਫ ਉਹਦਾ ਮੁਖਤਿਆਰਨਾਮਾ ਜਿਹੜਾ ਹੈਗਾ ਉਹ ਕੈਂਸਲ ਕਰਨਾ। ਸੋ ਮੈਂ ਕਿਸੇ ਹੋਰ ਨੂੰ ਵੀ ਨਹੀਂ ਦੇਣਾ, ਪਰ ਜਿਹੜਾ ਮੈਂ ਮੁਖਤਿਆਰਨਾਮਾ ਦਿੱਤਾ ਆ ਉਹ ਮੈਂ ਕੈਂਸਲ ਕਰਨਾ ਚਾਹੁੰਦਾ। ਸੋ ਉਹਦੇ ਲਈ ਮੈਨੂੰ ਸਿੱਧਾ ਰਜਿਸਟਰਾਰ ਨੂੰ ਕੋਈ ਜਿਹੜਾ ਖਤੋ ਖਤਾਬਤ ਹੈਗਾ, ਚਿੱਠੀ ਪੱਤਰ ਭੇਜਣ ਦੀ ਲੋੜ ਹੈਗੀ ਆ, ਨੋਟਿਸ ਭੇਜਣ ਦੀ ਲੋੜ ਹੈਗੀ ਆ, ਜਾਂ ਇਹਦਾ ਕੋਈ ਹੋਰ ਢੰਗ ਤਰੀਕਾ ਵੀ ਹੈਗਾ ਕਿ ਮੈਨੂੰ ਕੋਈ ਉੱਥੋਂ ਲੀਗਲੀ ਜਿਹੜਾ ਹੈਗਾ ਕੋਈ ਰਿਪਰੈਜ਼ੈਂਟੇਟਿਵ ਜਿਹੜਾ ਹੈਗਾ ਜਾਂ ਵਕੀਲ ਆ ਜਾਂ ਕੋਈ ਉੱਥੋਂ ਕੋਈ ਬੰਦਾ ਹੈਗਾ ਉਹਨੂੰ ਨੋਮੀਨੇਟ ਕਰਨਾ ਪਊਗਾ ਤਾਂ ਕਿ ਉਹ ਮੇਰੇ ਬਿਹਾਫ 'ਤੇ ਜੀ ਜਿਹੜੀ ਹੈਗੀ ਆ ਉਹ ਰਜਿਸਟਰਾਰ ਨੂੰ ਇਨਫੋਰਮ ਕਰ ਸਕੇ? ਸਭ ਤੋਂ ਪਹਿਲਾਂ ਤਾਂ ਨਵਦੀਪ ਜੀ ਇਹ ਹੈ ਕਿ ਆਪਾਂ ਨੂੰ ਰਜਿਸਟਰਾਰ ਨੂੰ ਹੀ ਇਨਫੋਰਮ ਕਰਨਾ ਚਾਹੀਦਾ ਹੈ ਜੀ, ਕਿਉਂਕਿ ਜਿਹੜੀ ਹੈਗੀ ਆ ਜ਼ਮੀਨ ਜਿਹੜੀ ਅੱਗੇ ਜਾਣੀ ਆ, ਟਰਾਂਸਫਰ ਹੋਣੀ ਆ ਜਾਂ ਉਹਨਾਂ ਨੇ ਵੇਚਣੀ ਆ, ਉਹ ਰਜਿਸਟਰਾਰ ਦੇ ਥਰੂ ਹੀ ਹੋਣੀ ਆ। ਠੀਕ ਹੈ। ਕਿਸੇ ਵੀ ਤਰੀਕੇ ਨਾਲ ਤੁਸੀਂ ਰਜਿਸਟਰਾਰ ਨੂੰ ਨੋਟਿਸ ਮਤਲਬ ਉਹਦਾ ਕੋਈ ਹੋਰ ਰਿਸ਼ਤੇਦਾਰ ਜਾ ਕੇ ਜਾਂ ਠੀਕ ਆ, ਤੇ ਇੱਕ ਸਿੰਪਲੀ ਇੱਕ ਤੁਸੀਂ ਚਿੱਠੀ ਲਿਖਣੀ ਆ ਜੀ, ਤੇ ਉਹਨੂੰ ਤਹਿਸੀਲਦਾਰ ਨੂੰ ਜਾਂ ਸਬ ਤਹਿਸੀਲਦਾਰ ਨੂੰ ਦੇਣੀ ਆ। ਹਾਂਜੀ। ਪਰ ਇਹ ਜ਼ਰੂਰ ਖਿਆਲ ਰੱਖਿਓ ਕਿ ਜਦੋਂ ਤੁਸੀਂ ਤਹਿਸੀਲਦਾਰ ਨੂੰ ਜਾਂ ਸਬ ਤਹਿਸੀਲਦਾਰ ਨੂੰ ਇੱਕ ਐਪਲੀਕੇਸ਼ਨ ਦੇਣੀ ਆ ਜੀ, ਤੇ ਉਹਦਾ ਸਾਈਨ ਕਰਵਾ ਕੇ ਕਾਪੀ ਆਪਣੇ ਕੋਲ ਵੀ ਰੱਖ ਲਓ ਜੀ। ਬਿਲਕੁਲ ਠੀਕ ਹੈ। ਬਿਲਕੁਲ, ਕਿਉਂਕਿ ਤੁਹਾਨੂੰ ਇਨ ਫਿਊਚਰ ਲੋੜ ਫੇਰ ਪੈ ਸਕਦੀ ਆ ਕਿ ਮਤਲਬ ਇਹ ਮਤਲਬ ਅਸੀਂ ਤਾਂ ਇਨਫੋਰਮ ਕੀਤਾ ਹੋਇਆ ਸੀ ਰਜਿਸਟਰਾਰ, ਠੀਕ ਆ, ਜੇ ਬਾਈ ਚਾਂਸ ਮਿਸਯੂਜ਼ ਹੋ ਜਾਂਦੀ ਆ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਪ੍ਰੋਸੀਜਰ ਆ ਉਹ ਚੱਲੀ ਜਾਣਾ ਹੈਗਾ ਕਿ ਮਤਲਬ ਅਖਬਾਰ 'ਚ ਕਢਾਉਣਾ, ਕਿਉਂਕਿ ਅਖਬਾਰ 'ਚ ਕਢਾਉਣ ਦਾ ਵੀ ਪ੍ਰੋਸੀਜਰ ਇੱਕ ਲੰਬਾ ਪ੍ਰੋਸੀਜਰ ਆ। ਇਹ ਕੋਈ ਇੱਦਾਂ ਨਹੀਂ ਹੈਗਾ ਕਿ 5-4 ਦਿਨ 'ਚ ਹੋ ਜਾਂਦਾ ਹੈਗਾ, ਕਿਉਂਕਿ ਉਹਦੇ ਲਈ ਵੀ ਤੁਹਾਨੂੰ ਐਫੀਡੇਵਿਟ ਤਿਆਰ ਕਰਨਾ ਪੈਂਦਾ। ਐਫੀਡੇਵਿਟ ਨੂੰ ਟੈਸਟ ਕਰਾ ਕੇ ਫਿਰ ਅਖਬਾਰ ਵਾਲੇ ਮੰਗਦੇ ਆ। ਠੀਕ ਆ। ਅੱਛਾ, ਤੁਸੀਂ ਵੀ ਇਹ ਸਰਵਿਸ ਪ੍ਰੋਵਾਈਡ ਇੱਥੋਂ ਕਰ ਸਕਦੇ ਆ? ਜੇ ਮੈਂ ਤੁਹਾਡੇ ਕੋਲ ਆਉਣਾ ਕਿ ਜਗਰੂਪ ਸਿੰਘ ਜੀ ਮੈਂ ਆਪਣੀ ਮੁਖਤਿਆਰਨਾਮਾ ਕੈਂਸਲ ਕਰਨਾ, ਮੈਂ ਨੋਟਿਸ ਜਿਹੜਾ ਹੈਗਾ ਉਹ ਭੇਜਣਾ, ਪਰ ਮੈਨੂੰ ਪਤਾ ਨਹੀਂ ਹੈ ਕਿ ਮੈਂ ਕੀ ਕਰਾਂ, ਸੋ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਮੇਰੀ ਮਦਦ ਕਰ ਸਕਦੇ ਹੋ? ਜੀ, ਅਸੀਂ ਕਰ ਸਕਦੇ ਹਾਂ। ਠੀਕ ਹੈ। ਇੱਕ ਜਿਹੜੀ ਨਾ ਸਭ ਤੋਂ ਵਧੀਆ ਗੱਲ ਆ ਊਧਮ ਸਿੰਘ ਵੈਲਫੇਅਰ ਸੈਂਟਰ 'ਚ, ਹਾਂਜੀ, ਕਿ ਜਿਹੜੀ ਸਾਡੀ ਸਲਾਹ ਹੈਗੀ ਉਹ ਫ੍ਰੀ ਆ। ਠੀਕ ਹੈ। ਇਹ ਸਭ ਤੋਂ, ਕਿਉਂਕਿ ਹੋਰ ਇਹ ਸਰਵਿਸ ਕਿਤੇ ਵੀ ਨਹੀਂ ਮੈਨੂੰ ਲੱਗਦਾ ਹੈ ਨਾ, ਕਿਉਂਕਿ ਜਿਹੜੇ ਇਹ ਇੰਡੀਆ ਵਾਲੇ ਮਸਲੇ ਆ ਨਾ, ਕਈ ਵਾਰੀ ਤੁਹਾਨੂੰ ਅਗਲੇ ਦੀ ਗੱਲ ਸੁਣਨੀ, ਹਾਂਜੀ, ਅਗਲਿਆਂ ਦੀਆਂ ਫਰਦਾਂ ਦੇਖਣੀਆਂ ਅੱਧਾ ਘੰਟਾ ਵੀ ਲੱਗ ਜਾਂਦਾ। ਹਾਂਜੀ। ਠੀਕ ਆ। ਪਰ ਅਸੀਂ ਰੱਖਿਆ ਹੈਗਾ ਕਿ ਕਿਉਂਕਿ ਉਹ ਵੈਲਫੇਅਰ ਸੈਂਟਰ ਆ ਜੀ, ਇਸ ਕਰਕੇ ਜਿਹੜਾ ਹੈਗਾ ਅਸੀਂ ਐਟਲੀਸਟ ਅਸੀਂ ਇੰਨਾ ਸੋਚੀਦਾ ਹੈਗਾ ਕਿ ਚਲੋ ਅਗਲੇ ਨੂੰ ਸਲਾਹ ਤਾਂ ਫ੍ਰੀ ਮਿਲੇ। ਬਿਲਕੁਲ ਹੈ ਨਾ। ਹਾਂਜੀ। ਤੇ ਇਹ ਸਭ ਤੋਂ ਉੱਥੇ ਚੰਗੀ ਗੱਲ ਹੈ। ਠੀਕ ਆ। ਸੋ ਹੁਣ ਤੁਸੀਂ ਜਿਹੜਾ ਇੱਕ ਹੋਰ ਗੱਲ ਦਾ ਧਿਆਨ ਰੱਖਣਾ ਹੈਗਾ ਭੈਣੋ ਤੇ ਭਰਾਓ, ਕਿ
ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਲੰਮਾ ਵੀ ਹੈਗਾ, ਖਰਚੀਲਾ ਵੀ ਹੈਗਾ। ਸੋ ਇਸ ਕਰਕੇ ਤੁਸੀਂ ਕਿਸੇ ਨੂੰ ਵੀ ਮੁਖਤਿਆਰਨਾਮਾ ਦੇਣ ਤੋਂ ਪਹਿਲਾਂ ਇਹ ਤੁਸੀਂ ਜ਼ਰੂਰ ਸੋਚੋ ਕਿ ਇਹਦੀ ਤੁਹਾਨੂੰ ਲੋੜ ਹੈ, ਬਿਲਕੁਲ ਲੋੜ ਹੈ, ਔਰ ਤੁਸੀਂ ਇਹਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਮੁਖਤਿਆਰਨਾਮਾ ਦੇਣਾ ਹੈਗਾ, ਤਾਂ ਕਿ ਸਾਨੂੰ ਬਾਅਦ ਵਿੱਚ ਮੁਸ਼ਕਲਾਂ ਨਾ ਆਉਣ। ਪਹਿਲਾਂ ਅਸੀਂ ਬਹੁਤ ਜ਼ੋਰ ਲਾ ਕੇ ਆਪਣਾ ਮੁਖਤਿਆਰਨਾਮਾ ਤਿਆਰ ਕਰੀਏ ਔਰ ਫਿਰ ਸਾਨੂੰ ਕੁਛ ਇੱਦਾਂ ਦਾ ਕਰਨਾ ਪੈ ਜਾਵੇ ਜਿਹਦੇ ਨਾਲ ਅਸੀਂ ਮੁੜ ਕੇ ਉਹ ਮੁਖਤਿਆਰਨਾਮਾ ਸਾਨੂੰ ਕੈਂਸਲ ਕਰਨ ਦੇ ਰਾਹ ਪੈਣਾ ਪਵੇ। ਜਦੋਂ ਤੁਸੀਂ ਮੁਖਤਿਆਰਨਾਮਾ ਤਿਆਰ ਕਰਦੇ ਆ, ਮੇਰੇ ਖਿਆਲ ਆਪਾਂ ਕੁਛ ਜਿਹੜੇ ਹੈਗੇ ਆ ਨੁਕਤੇ ਇਹਦੇ ਬਾਰੇ ਡਿਸਕਸ ਕਰ ਵੀ ਲਏ ਆ, ਪਰ ਮੈਂ ਫਿਰ ਵੀ ਇਹ ਚਾਹੁੰਦਾ ਕਿ ਆਪਾਂ ਜਿਹੜੇ ਹੈਗੇ 3-4 ਜਿਹੜੀਆਂ ਗੱਲਾਂ ਹੈਗੀਆਂ ਉਹ ਤੁਸੀਂ ਕੀ ਸੁਜੈਸਟ ਕਰਦੇ ਆ ਕਿ ਜਦੋਂ ਕੋਈ ਵੀ ਵਿਅਕਤੀ, ਕੋਈ ਵੀ ਸਾਡਾ ਭੈਣ ਭਰਾ ਇਹ ਸੋਚਦਾ ਹੈਗਾ ਕਿ ਮੈਂ ਮੁਖਤਿਆਰਨਾਮਾ ਦੇਣਾ, ਤਾਂ ਉਹਨੂੰ ਕਿਹੜੀਆਂ 2-3-4 ਗੱਲਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈਗੀ ਆ, ਜਿਹੜੀ ਤੁਸੀਂ ਐਡਵਾਈਸ ਕਰੋਗੇ ਜਾਂ ਮਸ਼ਵਰਾ ਦੇਵੋਗੇ। ਤੁਸੀਂ ਜਿੱਦਾਂ ਪਹਿਲਾਂ ਕਿਹਾ ਕਿ ਤੁਸੀਂ ਹਰੇਕ ਭੈਣ ਭਰਾ ਦੇ ਉਹਨਾਂ ਦੀ ਸਿਚੁਏਸ਼ਨ ਦੇ ਮੁਤਾਬਕ ਤੁਸੀਂ ਉਹਨਾਂ ਨੂੰ ਸਲਾਹ ਦਿੰਦੇ ਆ, ਪਰ ਆਮ ਤੌਰ 'ਤੇ ਜੇ ਆਪਾਂ ਮੋਟੀਆਂ 2-3 ਗੱਲਾਂ ਕਹਿਣੀਆਂ ਹੋਣ ਜਾਂ 4 ਗੱਲਾਂ ਕਹਿਣੀਆਂ ਹੋਣ, ਉਹ ਕਿਹੜੀਆਂ ਹੋਣ ਜਿਹੜੀਆਂ ਅਸੀਂ ਇਹ ਪ੍ਰੋਸੈਸ ਜਿਹੜਾ ਹੈਗਾ ਪ੍ਰੋਸੀਜਰ ਹੈਗਾ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਵੱਲ ਧਿਆਨ ਦੇ ਕੇ ਉਹਦੇ ਬਾਰੇ ਸੋਚ ਲਈਏ। ਠੀਕ ਹੈ ਜੀ। ਇਹਦੇ ਵਿੱਚ ਜੀ ਮੇਨ ਜਿਹੜੀਆਂ 2 ਗੱਲਾਂ ਹੈਗੀਆਂ ਧਿਆਨ 'ਚ ਰੱਖਣ ਵਾਲੀਆਂ। ਹਾਂਜੀ। ਸਭ ਤੋਂ ਪਹਿਲਾਂ ਹੈਗਾ ਤੁਹਾਡੀ ਪਾਵਰ ਟੋਨ 'ਚ ਲਿਖਿਆ ਕੀ ਆ ਜੀ। ਠੀਕ ਆ ਕਿ ਜਿਹੜੀਆਂ ਤੁਸੀਂ ਪਾਵਰਾਂ ਦੇਣਾ ਚਾਹੁੰਦੇ ਉਸ ਤੋਂ ਐਕਸੀਡ ਤਾਂ ਨਹੀਂ ਹੁੰਦੀਆਂ ਪਾਵਰਾਂ। ਅੱਛਾ ਜੀ। ਠੀਕ ਆ। ਉਹ ਮੰਨ ਲਓ ਹੁਣ ਇਕੱਲਾ ਆਪਾਂ ਉੱਥੇ ਇੱਕ ਇੰਤਕਾਲੀ ਕਰਾਉਣਾ ਹੋਵੇ ਜਾਂ ਤਕਸੀਮ ਹੀ ਕਰਾਉਣੀ ਹੋਵੇ ਤੇ ਤੁਸੀਂ ਉਨੀ ਕੀ ਪਾਵਰਾਂ ਦਿਓ। ਠੀਕ ਆ। ਠੀਕ ਆ। ਉਹ 'ਚ ਵੇਚਣ ਦੀ ਲਿਖਣ ਦੀ ਲੋੜ ਨਹੀਂ, ਨਾ ਟਰਾਂਸਫਰ ਲਿਖਣ ਦੀ ਲੋੜ, ਕੁਛ ਇੱਦਾਂ ਦੀ ਪਾਵਰਾਂ ਨਾ ਦਿਓ। ਠੀਕ ਆ। ਸਭ ਤੋਂ ਪਹਿਲਾਂ ਡਰਾਫਟਿੰਗ 'ਤੇ ਹੀ ਸਭ ਤੋਂ ਮਤਲਬ ਵੱਡੀ ਗੱਲ ਹੈਗੀ ਹੈ ਲਿਖਿਆ ਕੀ ਆ, ਡਰਾਫਟ ਕਿੱਦਾਂ ਹੋਇਆ ਹੈਗਾ। ਤੇ ਦੂਜੀ ਗੱਲ ਇਹ ਆ ਕਿ ਜਿਹਨੂੰ ਤੁਸੀਂ ਪਾਵਰ ਆਪਣੀਆਂ ਦਿੱਤੀਆਂ ਹੈਗੀਆਂ ਉਹ 'ਤੇ ਤੁਹਾਨੂੰ ਯਕੀਨ ਹੋਣਾ ਚਾਹੀਦਾ ਹੈਗਾ ਪੂਰਾ। ਬਿਲਕੁਲ। ਠੀਕ ਆ। ਉਹ ਕੋਈ ਇੱਦਾਂ ਨਾ ਹੋਵੇ ਕਿ ਉਹ ਮਿਸਯੂਜ਼ ਕਰ ਲਵੇ। ਹਾਂਜੀ। ਹੈ ਨਾ, ਕਿਉਂਕਿ ਅੱਜ ਕੱਲ੍ਹ ਦੇਖੋ ਆਪਣੇ ਜਿਹੜੇ ਇੱਥੇ NRI ਭਰਾ ਹੈਗੇ ਆ, ਉਹਨਾਂ ਨੇ ਜਿਹੜੀ ਜ਼ਮੀਨਾਂ ਉੱਥੇ ਬਣਾਈਆਂ ਹੈਗੀਆਂ, ਇੱਥੇ ਬੜੀਆਂ ਮਿਹਨਤਾਂ ਕਰਕੇ ਜ਼ਮੀਨਾਂ ਬਣਾਈਆਂ ਹੈਗੀਆਂ, ਤੇ ਉਹ ਕਿਤੇ ਉੱਦਾਂ ਹੀ ਨਾ ਜਾਂਦੀਆਂ ਲੱਗਣ। ਹੈ ਨਾ, ਇਹ ਵੀ ਜਿਹੜੀ ਹੈਗੀ ਆਪਾਂ ਨੂੰ ਖਿਆਲ ਰੱਖਣਾ ਪੈਣਾ ਹੈਗਾ। ਇਹ 2 ਗੱਲਾਂ ਦਾ ਖਿਆਲ ਰੱਖਣਾ ਪੈਣਾ। ਇਹਦੇ ਵਿੱਚ ਜੀ ਇੱਕ ਗੱਲ ਮੈਂ ਜਿਹੜੀ ਆਪਾਂ ਰਹਿ ਗਈ, ਇੱਥੇ ਹਾਈ ਕਮਿਸ਼ਨਰ ਵੀ ਹੈਗੇ ਆ। ਹਾਂਜੀ। ਜਿਹੜੇ ਕਿ ਪਾਵਰ ਟੋਰਨੀ ਨੂੰ ਅਟੈਸਟ ਕਰ ਸਕਦੇ ਆ। ਅੱਛਾ ਜੀ। ਆਪਾਂ ਨੂੰ ਫਿਰ FCDO ਕੋਲ ਆਪਾਂ ਨੂੰ ਪਾਵਰ ਟੋਰਨੀ ਭੇਜਣ ਦੀ ਲੋੜ ਨਹੀਂ। ਇੱਥੇ ਹਾਈ ਕਮਿਸ਼ਨਰ ਨੂੰ ਹੀ ਆਪਾਂ, ਜਿਹੜਾ ਬਰਮਿੰਘਮ ਹਾਈ ਕਮਿਸ਼ਨਰ ਜਾਂ ਲੰਡਨ ਹਾਈ ਕਮਿਸ਼ਨਰ ਆ, ਉੱਥੇ ਵੀ ਇਹ ਆਪਾਂ ਉਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੇ ਜਾ ਸਕਦੇ ਆ। ਉਹਦਾ ਇਹ ਆ ਕਿ ਉਹ ਜਿਹੜਾ ਹੈਗਾ FCDO ਨਾਲੋਂ ਸਸਤਾ ਹੈਗਾ। ਅੱਛਾ ਜੀ। ਪਰ ਇਹਦੇ ਵਿੱਚ 2 ਗੱਲਾਂ ਫੇਰ ਆ। ਇੱਕ ਤਾਂ ਉਹ ਜਦੋਂ ਦਾ ਕਰੋਨਾ ਸਟਾਰਟ ਹੋਇਆ ਉਸ ਤੋਂ ਬਾਅਦ ਇਹ ਖੁੱਲ੍ਹੇ ਨਹੀਂ ਹੈਗੇ ਜੀ, ਇਹ ਕਰਦੇ ਨਹੀਂ ਹੈਗੇ ਆ। ਤੇ ਦੂਜਾ ਹੈਗਾ ਕਿ ਇਹ ਅੱਜ ਕੱਲ੍ਹ ਇਹ ਵੀ ਕਹਿੰਦੇ ਆ ਕਿ ਇਕੱਲਾ ਜਿਹਨਾਂ ਕੋਈ ਇੰਡੀਅਨ ਪਾਸਪੋਰਟ ਆ ਅਸੀਂ ਉਹਨਾਂ ਦਾ ਹੀ ਕਰਨਾ ਹੈਗਾ, ਜਿਹੜੇ ਬ੍ਰਿਟਿਸ਼ ਪਾਸਪੋਰਟ ਆ ਉਹ ਅਪੋਸਟਲ ਇੱਥੋਂ ਕਰਾਉਣ FCO ਤੋਂ। ਅੱਛਾ ਜੀ। ਠੀਕ ਆ। ਇਹ ਵੀ ਗੱਲ ਸਾਡੀ ਜਿਹੜੀ ਹੁਣ ਜਿਹੜੇ ਕਈ ਜਾਂਦੇ ਆ ਲੋਕੀ ਫਿਰ ਮੁੜ ਕੇ ਆਉਂਦੇ ਆ, ਫਿਰ ਸਾਨੂੰ ਪਤਾ ਲੱਗ ਜਾਂਦਾ ਹੈਗਾ। ਹਾਂਜੀ। ਹਾਂ। ਇਹਦਾ ਕੋਈ ਖਾਸ ਕਾਰਨ ਹੈਗਾ ਜਾਂ ਇਹ ਸਿਰਫ ਉਹਦਾ ਆਪਣਾ ਇਹ ਭਾਰਤ ਸਰਕਾਰ ਦਾ ਇਹ ਫੈਸਲਾ ਹੈਗਾ ਕਿ ਹੁਣ ਅੱਗੇ ਤੋਂ ਉਹਨਾਂ ਨੇ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਹੈਗੇ ਸਿਰਫ ਉਹਨਾਂ ਦਾ ਹੀ ਕੰਮ ਕਰਨਾ, ਨਾ ਕਿ ਜਿਹੜੇ ਹੈਗੇ ਆ ਬ੍ਰਿਟਿਸ਼ ਪਾਸਪੋਰਟ? ਇਹਦੇ ਬਾਰੇ ਕਿਉਂਕਿ 2-3 ਕਲਾਇੰਟ ਇੱਦਾਂ ਮੁੜ ਕੇ ਆਏ ਆ ਜੀ, ਤੇ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਕਿ ਕੀ ਰੀਜ਼ਨ ਆ, ਜਾਂ ਕੋਈ ਡੈਡਲਾਈਨਸ ਆਈਆਂ ਹੈਗੀ, ਮਤਲਬ ਕੋਈ ਇੰਸਟਰਕਸ਼ਨਸ ਆਈਆਂ ਹੈਗੀਆਂ। ਇਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ, ਪਰ ਆਪਾਂ ਇਹ ਮਤਲਬ ਆਪਾਂ ਐਡ ਕਰ ਲੈਂਦੇ ਹਾਂ ਤੇ ਨੈਕਸਟ ਟਾਈਮ ਜਦੋਂ ਆਪਾਂ ਪ੍ਰੋਗਰਾਮ ਕਰਾਂਗੇ ਤੇ ਆਪਾਂ ਇਹ ਗੱਲ ਕਲੀਅਰ ਕਰ ਦੇਵਾਂਗੇ। ਬਿਲਕੁਲ। ਇੱਕ ਮੈਂ ਹੋਰ ਜਿਹੜੀ ਗੱਲ ਸੀਗੀ ਉਹ ਕਲੀਅਰ ਕਰਨੀ ਚਾਹੁੰਦਾ ਸੀਗਾ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜਿਹੜਾ ਏਜੰਟ ਹੈਗਾ ਜਾਂ ਜਿਹੜਾ ਤੁਹਾਡਾ ਅਟਾਰਨੀ ਹੈਗਾ, ਉਹਦੇ ਤੋਂ ਤੁਹਾਡੀ ਕੀ ਮੁਰਾਦ ਹੈਗੀ ਆ? ਏਜੰਟ ਤੁਸੀਂ ਕਿਹਦੇ ਲਈ ਵਰਤਿਆ ਹੈਗਾ? ਠੀਕ ਹੈ। ਜਿਹੜਾ ਏਜੰਟ ਵਰਡ ਮੈਂ ਯੂਜ਼ ਕੀਤਾ ਹੈਗਾ, ਜਿਹਨੂੰ ਤੁਸੀਂ ਜਿਹੜੀ ਆਪਣੀ ਜਿਹੜੀ ਪਾਵਰ ਟੋਰਨੀ ਜਿਹਨੂੰ ਦੇਣੀ ਆ, ਜਿਹੜਾ ਤੁਹਾਡੇ ਬਿਹਾਫ ਤੇ ਜਿਹੜਾ ਤੁਹਾਡੀ ਥਾਂ ਤੇ ਖੜਾ ਹੋ ਕੇ ਕੰਮ ਕਰ ਸਕੇ ਜੀ। ਠੀਕ ਆ। ਹਾਂਜੀ। ਮੰਨ ਲਓ ਮੈਂ ਕਿਸੇ ਨੂੰ ਮੈਂ ਉੱਥੇ ਇੰਡੀਆ 'ਚ ਆਪਣੇ ਭਰਾ ਨੂੰ ਜਾਂ ਕਿਸੇ ਹੋਰ ਨੂੰ ਮੈਂ ਪਾਵਰ ਟੋਰਨੀ ਜਿਹੜਾ ਉੱਥੇ ਖੜਾ ਹੋ ਕੇ ਤੁਹਾਡਾ ਕੰਮ ਕਰ ਸਕੇ ਜਾਂ ਮੇਰਾ ਕੰਮ ਕਰ ਸਕੇ, ਉਹਨੂੰ ਆਪਾਂ ਇੱਕ ਇਹ ਲੀਗਲ ਵਰਡ ਹੈਗਾ ਏਜੰਟ। ਏਜੰਟ। ਠੀਕ ਆ। ਹਾਂ। ਠੀਕ ਆ। ਉਹਦਾ ਏਜੰਟ ਜਿਹੜਾ ਹੈਗਾ ਆਪਾਂ ਉੱਦਾਂ ਮੰਨ ਲੈਂਦੇ, ਏਜੰਟ ਜਿਹੜਾ ਉਹ ਏਜੰਟ ਨਹੀਂ ਹੈਗਾ ਇਹਦੇ ਵਿੱਚ। ਤੇ ਜਿਹਨੂੰ ਜਿਹੜਾ ਪਾਵਰ ਟੋਰਨੀ ਬਣਾਉਂਦਾ ਹੈਗਾ, ਜਿਹੜਾ ਬਣਾਉਣ ਲੱਗਾ, ਉਹਨੂੰ ਪ੍ਰਿੰਸੀਪਲ, ਉਹ ਇੱਕ ਲੀਗਲ ਵਰਡ ਆ। ਠੀਕ ਆ। ਠੀਕ ਆ। ਹਾਂਜੀ। ਹਾਂਜੀ। ਉਹ ਤੁਸੀਂ ਤਾਂ ਹੁਣ ਜਿਹੜਾ ਹੈਗਾ ਉਹ ਕਾਨੂੰਨੀ ਭਾਸ਼ਾ ਜਿਹੜੀ ਕਿ ਵਰਤਦੇ ਹੈਗੇ ਆ, ਪਰ ਜਿਹੜੀ ਸਾਡੀ ਆਮ ਬੋਲਚਾਲ ਦੇ ਵਿੱਚ ਹੈਗਾ ਉਹ ਏਜੰਟ ਉਹ ਨਹੀਂ ਕਿਹਾ ਜਾਂਦਾ, ਜਿਹੜੇ ਉੱਥੇ ਏਜੰਟ ਬੈਠੇ ਹਨ। ਸੋ ਏਜੰਟ ਦਾ ਮਤਲਬ ਇਹ ਹੈਗਾ ਕਿ ਜਿਸ ਵੀ ਵਿਅਕਤੀ ਨੂੰ ਤੁਹਾਡਾ ਦੋਸਤ ਆ,
ਤੁਹਾਡਾ ਰਿਸ਼ਤੇਦਾਰ ਆ ਜਾਂ ਤੁਹਾਡਾ ਕੋਈ ਜਾਣਕਾਰ ਹੈਗਾ, ਉਹ ਜਿਹਨੂੰ ਵੀ ਤੁਸੀਂ ਪਾਵਰ ਆਫ ਅਟਾਰਨੀ ਦੇਣੀ ਹੈਗੀ ਆ, ਜਿਹਦੇ ਨਾਂ 'ਤੇ ਮੁਖਤਿਆਰਨਾਮਾ ਬਣਾਉਣਾ ਹੈਗਾ, ਉਹਨਾਂ ਨੂੰ ਏਜੰਟ ਕਿਹਾ ਜਾਂਦਾ, ਔਰ ਜਿਹੜਾ ਬਣਾਉਣ ਵਾਲਾ ਹੈਗਾ ਉਹਨੂੰ ਪ੍ਰਿੰਸੀਪਲ ਕਿਹਾ ਜਾਂਦਾ, ਕਿ ਜਿਹੜਾ ਪ੍ਰਿੰਸੀਪਲ ਆ ਉਹ ਮੁਖਤਿਆਰਨਾਮਾ ਦੇਣ ਵਾਲਾ। ਇੱਕ ਜਿਹੜਾ ਸਵਾਲ ਮੇਰੇ ਦਿਮਾਗ ਵਿੱਚ ਆ ਰਿਹਾ ਸੀਗਾ ਜਗਰੂਪ ਜੀ, ਉਹ ਇਹ ਕਿ ਕਿਸੇ ਨੇ ਮੁਖਤਿਆਰਨਾਮਾ ਸਾਡੇ ਭੈਣ ਭਰਾ ਨੇ ਦੇ ਦਿੱਤਾ ਹੈਗਾ ਜੀ, ਔਰ ਉਹਨਾਂ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਜਾਂਦੀ ਆ, ਹਾਂਜੀ। ਅੱਛਾ, ਉਹਨਾਂ ਦੀ ਮੌਤ ਤੋਂ ਬਾਅਦ ਉਹ ਜਿਹੜਾ ਮੁਖਤਿਆਰਨਾਮਾ ਆ, ਖਾਸ ਕਰਕੇ ਜਿਹੜਾ ਮੁਖਤਿਆਰਨਾਮਾ ਆਮ ਜਿਹਨੂੰ ਅਸੀਂ ਕਹਿੰਦੇ ਆ, ਜੇ ਉਹਨੂੰ ਵਰਤਦਿਆਂ ਹੋਇਆਂ ਕੋਈ ਜਾਇਦਾਦ ਦੀ ਜਿਹੜੀ ਹੈਗੀ ਆ ਵੇਚ ਦਿੱਤੀ ਜਾਂਦੀ ਆ, ਟਰਾਂਸਫਰ ਕਰ ਦਿੱਤੀ ਜਾਂਦੀ ਆ, ਕਿ ਉਹ ਵੈਲਿਡ ਮੰਨੀ ਜਾਊਗੀ ਜਾਂ ਉਹ ਇਨਵੈਲਿਡ ਹੋ ਜਾਊਗੀ ਉਹਦੀ ਮੌਤ ਤੋਂ ਬਾਅਦ? ਹਾਂਜੀ, ਨਹੀਂ ਜੀ, ਉਹਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਉਹ ਇਨਵੈਲਿਡ ਹੀ ਆ। ਅੱਛਾ ਜੀ, ਠੀਕ ਹੈ। ਤੁਹਾਨੂੰ ਮਤਲਬ ਮੰਨ ਲਓ ਕਿਸੇ ਦੀ ਮੌਤ ਹੋ ਜਾਂਦੀ ਆ, ਹਾਂਜੀ, ਉਹ ਤੋਂ ਬਾਅਦ ਜਿਹੜੀ ਹੈਗੀ ਆ, ਸਭ ਤੋਂ ਪਹਿਲਾਂ ਉਹਦੀ ਜ਼ਮੀਨ ਜਿਹੜੀ ਹੈਗੀ ਆ ਉਹ ਉਹਦੇ ਵਾਰਸ ਨੂੰ ਅੱਛਾ ਜੀ ਜਾਊਗੀ। ਹਾਂਜੀ, ਜੇ ਤਾਂ ਉਸ ਬੰਦੇ ਨੇ ਵਸੀਅਤ ਬਣਾਈ ਆ ਤਾਂ ਵਸੀਅਤ ਦੇ ਬਣਾ 'ਤੇ ਜਾਊਗੀ, ਹਾਂਜੀ, ਨਹੀਂ ਤਾਂ ਫਿਰ ਜਿੰਨੇ ਵੀ ਉਹਦੇ ਵਾਰਸ ਆ ਉਹਨੂੰ ਜ਼ਮੀਨ ਜਾ ਕੇ ਫਿਰ ਉਹ ਆਪਣੀਆਂ ਜਿਹੜੀ ਹੈਗੀ ਜ਼ਮੀਨ ਅੱਗੇ ਵੇਚ ਸਕਦੇ ਆ। ਠੀਕ ਆ। ਮੰਨ ਲਓ ਅੱਜ ਬੰਦੇ ਨੇ ਮੌਤ ਹੋ ਜਾਂਦੀ ਕਿਸੇ ਬੰਦੇ ਦੀ 28 ਤਰੀਕ ਨੂੰ, ਹਾਂਜੀ, ਤੇ ਉਹ 29 ਤਰੀਕ ਨੂੰ ਆਪਣੀ ਕੋਈ ਟ੍ਰਾਂਸਫਰ ਕਰੇ ਤਾਂ ਉਹ ਇਨਵੈਲਿਡ ਆ ਜੀ। ਠੀਕ ਆ। ਉਹ ਮੇਰਾ ਖਿਆਲ ਉਹ ਜਿਹੜਾ ਸੀਗਾ ਆਪਣਾ ਨੁਕਤਾ ਕਲੀਅਰ ਸੀਗਾ ਕਿ ਜਦੋਂ ਵੀ ਕਿਸੇ ਦੀ ਵੀ ਡੈਥ ਜਿਹੜੀ ਹੋ ਜਾਂਦੀ ਆ, ਉਹਦੇ ਤੋਂ ਬਾਅਦ ਉਹ ਜਿਹੜੀ ਉਸ ਟਾਈਮ ਤੋਂ ਜੀ ਜਿਹੜੀ ਉਹ ਤੁਹਾਡਾ ਮੁਖਤਿਆਰਨਾਮਾ ਆ ਉਹ ਆਪਣੇ ਆਪ ਜਿਹੜਾ ਹੈਗਾ ਉਹ ਨਿਲ ਐਂਡ ਵੋਇਡ ਜਾਂ ਕੈਂਸਲ ਹੋ ਜਾਂਦਾ। ਹਾਂਜੀ, ਇਹ ਕਈ ਜੀ ਉੱਥੇ ਕੇਸ ਚੱਲਦੇ ਪਏ ਆ, ਇੱਦਾਂ ਦੇ ਲੋਕਾਂ ਨੇ ਮਿਸਯੂਜ਼ ਕੀਤੇ ਆ ਬਾਅਦ ਵਿੱਚ, ਕਿਉਂਕਿ ਮੌਤ ਹੋਈ ਦਾ ਘਰਦਿਆਂ ਨੂੰ ਪਤਾ ਹੈਗਾ ਜਾਂ ਉਸ ਬੰਦੇ ਨੂੰ ਪਤਾ ਜਿਹਨੂੰ ਪਾਵਰ ਅਟਾਰਨੀ ਤੁਸੀਂ ਦਿੱਤੀ ਆ, ਪਰ ਇਹ ਜਿਹੜਾ ਉੱਥੇ ਤਹਿਸੀਲਦਾਰ ਨੂੰ ਨਹੀਂ ਪਤਾ ਨਾ ਕਿ ਇਹਦੀ ਸੱਚੀ ਮੌਤ ਹੋ ਗਈ ਹੈ ਇਸ ਬੰਦੇ ਦੀ, ਫਿਰ ਉਹ ਆਪਾਂ ਨੂੰ ਇਨਫੋਰਮ, ਇਹ ਸਾਡੀ ਡਿਊਟੀ ਆ ਜਾਂ ਅੱਗੇ ਵਾਰਸ ਜਿਹੜੇ ਹੈਗੇ ਆ ਜਿਹੜੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ। ਅੱਛਾ, ਇੱਕ ਗੱਲ ਇਹਦੇ ਵਿੱਚ ਨਾ ਸਭ ਤੋਂ ਜ਼ਰੂਰੀ ਹੈ ਕਿ ਜਦੋਂ ਤੁਸੀਂ ਪਾਵਰ ਅਟਾਰਨੀ ਦਿਓ ਕਿਸੇ ਨੂੰ, ਹਾਂਜੀ, ਤੇ ਉਹ ਤੁਹਾਡੇ ਘਰਦਿਆਂ ਨੂੰ ਪਤਾ ਹੋਣਾ ਚਾਹੀਦਾ, ਤੁਹਾਡੀ ਵਾਈਫ ਨੂੰ, ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਬੰਦੇ ਨੂੰ ਅਸੀਂ ਪਾਵਰ ਅਟਾਰਨੀ ਦਿੱਤੀ ਆ। ਕਈ ਵਾਰੀ ਬੰਦੇ ਨੇ ਪਾਵਰ ਅਟਾਰਨੀਆਂ ਕਈ ਇੱਦਾਂ ਵੀ ਸਾਡੇ ਕੋਲ ਆਏ ਆ ਜਿਹੜੇ ਪਾਵਰ ਅਟਾਰਨੀਆਂ ਦਿੱਤੀਆਂ ਹੈਗੀਆਂ, ਪਰ ਅੱਗੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਈ ਮਤਲਬ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੀ ਹਸਬੈਂਡ ਜਾਂ ਵਾਈਫ ਨੂੰ, ਪਰਿਵਾਰ ਨੂੰ ਪਤਾ ਹੀ ਨਹੀਂ ਹੈਗਾ ਕਿ ਬਈ ਇਹ ਪਾਵਰ ਅਟਾਰਨੀਆਂ ਵੀ ਦਿੱਤੀਆਂ ਹੋਈਆਂ ਸੀ। ਉਹ ਬਾਅਦ 'ਚ ਪਤਾ ਲੱਗਦਾ ਵੀ ਇਹਨਾਂ ਨੇ ਤਾਂ 1972 ਦੀ ਪਾਵਰ ਅਟਾਰਨੀ ਦਿੱਤੀ ਹੈ ਜਾਂ 1981 ਦੀ ਪਾਵਰ ਅਟਾਰਨੀ ਦਿੱਤੀ ਹੋਈ ਹੈ। ਇੱਦਾਂ ਵੀ ਸਾਡੇ ਮਸਲੇ ਆਏ ਆ। ਹਾਂਜੀ, ਹਾਂਜੀ, ਇਸ ਗੱਲ ਦਾ ਖਾਸ ਧਿਆਨ ਰੱਖਣ ਦਾ ਚਾਹੀਦਾ। ਜਿਹੜਾ ਉਹ ਮੇਰਾ ਖਿਆਲ ਤੁਸੀਂ ਇਹ ਨੁਕਤਾ ਜਿਹੜਾ ਸਾਡੇ ਭੈਣਾਂ ਭਰਾਵਾਂ ਨਾਲ ਸਾਂਝਾ ਕੀਤਾ, ਇਹ ਕਿ ਉਹ ਮੁਖਤਿਆਰਨਾਮਾ ਖਾਸ ਹੀ ਬਣਾਇਆ ਜਾਵੇ, ਖਾਸ ਹੀ ਪਾਵਰਾਂ ਦਿੱਤੀਆਂ ਜਾਣ ਜੀ। ਬਹੁਤ ਵਾਰੀ ਇਹ ਮੇਰੇ ਵੀ ਦੇਖਣ ਦੇ ਵਿੱਚ ਆਇਆ ਹੈਗਾ ਕਿ ਉਹ ਮੁਖਤਿਆਰਨਾਮਾ ਆਮ ਦਿੱਤਾ ਗਿਆ ਹੁੰਦਾ, ਉਹ ਕੰਮ ਹੋ ਜਾਂਦਾ ਔਰ ਉਹ ਦੋਨੇ ਧਿਰਾਂ ਜਿਹੜੀਆਂ ਹੈਗੀਆਂ ਭੁੱਲ ਭੁਲਾ ਜਾਂਦੀਆਂ ਜੀ। ਉਹ ਫਿਰ ਉਹ ਜਦੋਂ ਇਹ ਹੁੰਦਾ ਕਿ ਉਹ ਮੁਖਤਿਆਰਨਾਮਾ ਉਹ ਚੱਲਦਾ ਰਹਿੰਦਾ, ਉਹਦੀ ਕੋਈ ਬੁਨਿਆਦ ਨਹੀਂ ਹੁੰਦੀ, ਕਿਉਂਕਿ ਉਹ ਦੋਵੇਂ ਵਿਅਕਤੀ ਜਿਹੜੇ ਹੈਗੇ ਆ ਉਹ ਜਿਉਂਦੇ ਹੈਗੇ ਆ, ਤੇ ਉਹਦੇ ਤੋਂ ਬਾਅਦ ਉਹ ਬਹੁਤ ਸਾਰੀਆਂ ਹੋਰ ਗੱਲਾਂ ਵੀ ਉਹ ਹੋ ਜਾਂਦੀਆਂ। ਸੋ ਇਸੇ ਕਰਕੇ ਮੈਂ ਇਹ ਚਾਹੁੰਦਾ ਸੀਗਾ ਕਿ ਇਹ ਜਿਹੜਾ ਸਾਡਾ ਨੁਕਤਾ ਉਹ ਕਲੀਅਰ ਹੋ ਜਾਵੇ। ਜੇ ਟਾਈਮ ਹੈਗਾ ਤਾਂ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ। ਹਾਂਜੀ, ਇਹਦੇ ਵਿੱਚ ਹੁਣ ਸਾਡੇ ਕੋਲ ਕੇਸ ਆਇਆ ਸੀ, ਹੁਣ ਆਪਾਂ ਇੱਦਾਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਜੀ। 1982 ਦੀ ਪਾਵਰ ਅਟਾਰਨੀ ਬਣੀ ਸੀ। ਅੱਛਾ, ਕਿਉਂਕਿ ਉਦੋਂ ਜਿਹੜੀ ਪਾਵਰ ਅਟਾਰਨੀ ਹੈ ਨਾ ਉਹ ਇੱਦਾਂ ਹੀ ਬਣ ਜਾਂਦੀ ਸੀ ਜੀ, ਬਸ ਇੱਦਾਂ ਹੀ ਕਾਗਜ਼ ਲਿਖ ਕੇ ਤੇ ਤੁਸੀਂ ਸਾਈਨ ਕੀਤੇ ਤੇ 2 ਗਵਾਹਾਂ ਦੇ ਸਾਈਨ ਕੀਤੇ ਜੀ, ਠੀਕ ਆ, ਤੇ ਪਾਵਰ ਅਟਾਰਨੀ ਤਿਆਰ ਹੋ ਗਈ। ਹਾਂਜੀ, ਠੀਕ ਆ। ਉਹ ਪਾਵਰ ਅਟਾਰਨੀ ਕੈਂਸਲ ਨਹੀਂ ਕੀਤੀ। ਹਾਂਜੀ, ਤੇ ਉਹ ਪਾਵਰ ਅਟਾਰਨੀ ਜਿਹੜੀ ਹੁਣ ਜਿਹੜੀ ਹੈਗੀ 2017 ਵਿੱਚ ਮਿਸਯੂਜ਼ ਹੋਈ ਆ। ਅੱਛਾ ਜੀ। ਹਾਂ, ਉਹਨਾਂ ਨੇ ਉਹ ਪਾਵਰ ਅਟਾਰਨੀ 'ਚੋਂ ਉਹਨੇ 15 ਲੱਖ ਰੁਪਏ ਲੋਨ ਚੱਕ ਲਿਆ ਹੈਗਾ। ਅੱਛਾ ਜੀ। ਤੇ ਉਹਨਾਂ ਨੂੰ ਜਿਹੜੀ ਹੈਗੀ 2015 'ਚ ਚੱਕੀ ਤੇ ਉਹਨਾਂ ਨੂੰ ਪਤਾ ਲੱਗਾ 2017 'ਚ। ਰਾਈਟ। ਇਹ ਵੀ ਇੱਦਾਂ ਵੀ ਹੈਗੇ। ਹਾਂ, ਮੇਰਾ ਜਿਹੜਾ ਸੀਗਾ ਪੁਆਇੰਟ ਇਹੀ ਰੇਜ਼ ਕਰਨ ਦਾ ਇਹੀ ਸੀਗਾ ਕਿ ਮੁਖਤਿਆਰਨਾਮਾ ਦੇ ਕੇ ਤੁਸੀਂ ਇਸ ਗੱਲ ਦੀ ਪੂਰੇ ਜਿਹੜਾ ਹੈਗਾ ਸਤਰਕ ਰਹਿਣਾ ਹੈਗਾ, ਪੂਰੇ ਤੁਸੀਂ ਅਲਰਟ ਰਹਿਣਾ ਹੈਗਾ ਕਿ ਜਿਸ ਕੰਮ ਦੇ ਲਈ ਤੁਸੀਂ ਪਾਵਰ ਆਫ ਅਟਾਰਨੀ ਦਿੱਤੀ ਆ, ਮੁਖਤਿਆਰਨਾਮਾ ਦਿੱਤਾ, ਜਦੋਂ ਉਹ ਤੁਹਾਡਾ ਕੰਮ ਹੋ ਜਾਂਦਾ ਤਾਂ ਤੁਸੀਂ ਖਾਸ ਤਰੱਦਦ ਕਰਕੇ, ਉਦਮ ਕਰਕੇ ਉਹ ਮੁਖਤਿਆਰਨਾਮਾ ਕੈਂਸਲ ਕਰ ਦਿਓ। ਅਗਰ ਤੁਸੀਂ ਇਸ ਗੱਲ ਤੋਂ ਬਚਣਾ ਚਾਹੁੰਦੇ ਆ ਤਾਂ ਜਿੱਦਾਂ ਜਗਰੂਪ ਹੁਣਾਂ ਨੇ ਸਾਨੂੰ ਦੱਸਿਆ ਹੈਗਾ ਕਿ ਤੁਸੀਂ ਜਦੋਂ ਮੁਖਤਿਆਰਨਾਮਾ ਬਣਾਉਣੇ ਆ ਉਸ ਟਾਈਮ ਹੀ ਤੁਸੀਂ ਇਸ ਗੱਲ ਦੀ ਉਹਦੇ ਵਿੱਚ ਕੰਡੀਸ਼ਨ ਲਾ ਦਿਓ ਕਿ ਜਦੋਂ ਆਹ ਕੰਮ ਹੋ ਜਾਵੇ ਤਾਂ ਉਹਦੇ ਤੋਂ ਬਾਅਦ ਜਿਹੜਾ ਮੇਰਾ ਇਹ ਮੁਖਤਿਆਰਨਾਮਾ ਹੈਗਾ ਉਹ ਖੁਦ ਜਿਹੜਾ ਹੈਗਾ ਉਹ ਕੈਂਸਲ ਹੋ ਜਾਵੇ। ਇਹ ਵਿਸ਼ਾ ਤਾਂ ਬਿਲਕੁਲ ਅਲੱਗ ਹੈਗਾ ਜੀ, ਪਰ ਮੈਂ ਆਪਣੀ ਕਲੈਰੀਫਿਕੇਸ਼ਨ ਦੇ ਲਈ ਭੈਣਾਂ ਭਰਾਵਾਂ ਦੇ, ਸਾਡੇ ਦਰਸ਼ਕਾਂ ਦੇ ਕਲੈਰੀਫਿਕੇਸ਼ਨ ਲਈ ਇਹ ਚਾਹੁੰਦਾ ਕਿ ਇਹ ਜਿਹੜਾ ਮੁਖਤਿਆਰਨਾਮਾ ਤੇ ਵਸੀਅਤ ਆ ਜੀ, ਇਹ 2 ਅਲੱਗ-ਅਲੱਗ ਗੱਲਾਂ ਆ ਜੀ। ਬਿਲਕੁਲ। ਸੋ ਬਹੁਤ ਵਾਰੀ ਸਾਡੇ ਜਿਹੜੇ ਭੈਣ ਭਰਾ ਆ ਉਹ ਇਸ ਗੱਲ ਨੂੰ ਕਈ ਵਾਰੀ ਇੱਕੋ ਹੀ ਮੰਨ ਲੈਂਦੇ ਆ। ਸੋ ਤੁਸੀਂ ਇਹਦਾ ਥੋੜ੍ਹਾ ਜਿਹਾ ਬਰੀਫਲੀ ਠੀਕ ਹੈ ਜੀ
ਜਿਹੜਾ ਹੈਗਾ ਇਹਨੂੰ ਕਲੀਅਰ ਕਰ ਦਿਓ, ਤਾਂ ਕਿ ਆਪਣਾ ਅੱਜ ਜਿਹੜਾ ਮੁਖਤਿਆਰਨਾਮੇ ਦਾ ਨੁਕਤਾ ਹੈਗਾ ਅਸੀਂ ਇਹਨੂੰ ਕਲੀਅਰ ਕਰ ਦਈਏ ਕਿ ਜਿਹੜੀ ਵਸੀਅਤ ਆ ਉਹ ਬਿਲਕੁਲ ਅਲੱਗ ਆ, ਜਿਹੜਾ ਮੁਖਤਿਆਰਨਾਮਾ ਆ ਉਹ ਬਿਲਕੁਲ ਅਲੱਗ ਚੀਜ਼ ਆ, ਔਰ ਇਹਨਾਂ ਦੋਵਾਂ ਦੇ ਕਾਨੂੰਨੀ ਤੌਰ ਤੋਂ ਇਹ ਦੋਵੇਂ ਦੋ ਬਹੁਤ ਵੱਖ-ਵੱਖ ਜਿਹੜੀਆਂ ਉਹ ਚੀਜ਼ਾਂ ਹੈਗੀਆਂ। ਹਾਂਜੀ, ਬਸ ਇਹ ਆ ਗੱਲ ਕਿ ਪਾਵਰ ਟੌਰਨੀ ਜਿਹੜੀ ਹੈਗੀ ਆ ਉਹ ਤੁਹਾਡੇ ਜਿੰਦੇ ਜੀ ਚੱਲਣੀ ਆ। ਅੱਛਾ ਜੀ। ਜਿਹੜੀ ਵਸੀਅਤ ਆ ਉਹ ਤੁਹਾਡੇ ਮਰਨ ਤੋਂ ਬਾਅਦ ਠੀਕ ਆ ਚੱਲਣੀ ਆ। ਹਾਂਜੀ ਠੀਕ ਹੈ। ਪਾਵਰ ਟੌਰਨੀ 'ਚ ਤੁਸੀਂ ਕਿਸੇ ਨੂੰ ਖੜਾ ਕੀਤਾ ਹੈਗਾ ਆਪਣਾ ਕੰਮ ਕਰਾਉਣ ਲਈ। ਠੀਕ ਆ। ਜਿਹੜੀ ਵਸੀਅਤ ਆ, ਵਸੀਅਤ ਵਿੱਚ ਇਹ ਲਿਖਿਆ ਹੁੰਦਾ ਕਿ ਮੇਰੀ ਮੌਤ ਤੋਂ ਬਾਅਦ ਹਾਂਜੀ ਕਿ ਮੇਰੇ ਜਿਹੜੀ ਜਾਇਦਾਦ ਦਾ ਵਾਰਸ ਮੇਰੇ ਬੱਚੇ ਜਾਂ ਕੋਈ ਹੋਰ ਇਹ ਹੋਊਗਾ। ਇਹ ਦੋ ਕਈ ਵਾਰੀ ਜਿਹੜੀ ਹੈਗੀ ਨਾ ਵਸੀਅਤ ਜਾਂ ਵਿਲ ਹੈ ਨਾ, ਤੇ ਪਾਵਰ ਟੌਰਨੀ ਮੁਖਤਿਆਰਨਾਮਾ, ਇਹ ਕਈਆਂ ਨੂੰ ਵੀ ਭੁਲੇਖਾ ਪੈ ਜਾਂਦਾ। ਉਹ ਸੋਚਦੇ ਆ ਕਿ ਕਿਤੇ ਪਾਵਰ ਟੌਰਨੀ ਤੇ ਵਿਲ ਸੇਮ ਗੱਲ ਹੈਗੀ, ਕਈ ਹੈਗੀ ਹੈ ਇੱਦਾਂ ਵੀ ਹੋ ਜਾਂਦਾ ਹੈਗਾ। ਕਈ ਇਹ ਸਵਾਲ ਬਹੁਤ ਵਾਰੀ ਆਉਂਦਾ ਹੈਗਾ, ਉਹ ਕਹਿ ਦਿੰਦੇ ਮੈਂ ਤਾਂ ਵਸੀਅਤ ਬਣਾਈ ਹੋਆ। ਹਾਂ, ਮੈਂ ਤਾਂ ਵਸੀਅਤ ਬਣਾਈ ਹੋਆ, ਇਹ ਵੀ ਹੈ। ਸੋ ਇਸ ਕਰਕੇ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਇਸ ਗੱਲ ਨੂੰ ਜਿਹੜਾ ਹੈਗਾ ਉਹ ਬਹੁਤ ਕਲੀਅਰ ਕਰ ਦਿਓ। ਸਾਡੇ ਭੈਣ ਭਰਾਵਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਇਹਦੇ ਬਾਰੇ ਕੋਈ ਹੋਰ ਸਵਾਲ ਪੁੱਛਣਾ ਚਾਹੁੰਦੇ ਆ ਜਾਂ ਤੁਹਾਡਾ ਕੋਈ ਸਪੈਸੀਫਿਕ ਸਵਾਲ ਹੈਗਾ ਆ, ਤਾਂ ਤੁਸੀਂ ਕਾਂਸ਼ੀ ਟੀਵੀ ਦੇ ਜਿਹੜੇ ਕੰਟੈਕਟ ਨੰਬਰ ਹੈਗੇ ਆ ਉਹਨਾਂ 'ਤੇ ਤੁਸੀਂ ਰਾਬਤਾ ਕਰਕੇ ਸਾਡੇ ਲਈ ਮੈਸੇਜ ਛੱਡ ਦਿਓ। ਅਗਰ ਸਾਡੇ ਕੋਲ ਸੰਭਵ ਹੋ ਸਕਿਆ ਤਾਂ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆ ਸਪੈਸੀਫਿਕ ਉਹਨਾਂ ਦੀ ਦੇਣ ਦੀ ਕੋਸ਼ਿਸ਼ ਕਰਾਂਗੇ। ਉਹ ਸਪੈਸੀਫਿਕ ਤੋਂ ਮਤਲਬ ਇਹ ਆ ਕਿ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਚਾਹੁੰਦੇ ਆ ਕਿ ਉਹ ਸਵਾਲ ਸਿਰਫ ਤੁਹਾਡੇ ਨਾਲ ਹੀ ਨਾ ਹੋਵੇ, ਤਾਂ ਕਿ ਉਹ ਸਵਾਲ ਇੱਦਾਂ ਦਾ ਹੋਵੇ ਕਿ ਉਹਦਾ ਜਵਾਬ ਜਿਹੜਾ ਹੈਗਾ ਉਹ ਦੂਸਰੇ ਭੈਣ ਭਰਾਵਾਂ ਦੇ ਲਈ ਵੀ ਕੰਮ ਆ ਸਕੇ, ਤਾਂ ਕਿ ਸਾਡਾ ਉਹ ਸਾਰਿਆਂ ਦਾ ਸਾਂਝਾ ਹੋਵੇ। ਸੋ ਜਿਹੜਾ ਮੁਖਤਿਆਰਨਾਮਾ ਅਸੀਂ ਦੇਣਾ ਹੈਗਾ ਉਹਦੇ ਲਈ ਅਸੀਂ ਬਿਲਕੁਲ ਸਾਡੇ ਜਗਰੂਪ ਜੀ ਹੁਣਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈਗੀ ਆ ਕਿ ਕਦੋਂ ਦੇਣਾ ਚਾਹੀਦਾ, ਕਿੱਦਾਂ ਦੇਣਾ ਚਾਹੀਦਾ ਹੈਗਾ, ਉਹਦਾ ਪ੍ਰੋਸੀਜਰ ਕੀ ਹੈਗਾ। ਜਿਹੜੀਆਂ ਆਮ ਮੁਸ਼ਕਲਾਂ ਜਗਰੂਪ ਜੀ ਆਉਂਦੀਆਂ ਹੈਗੀਆਂ ਜੀ ਜਦੋਂ ਮੁਖਤਿਆਰਨਾਮਾ ਉੱਥੇ ਜਾਂਦਾ, ਉਹਦਾ ਤੁਹਾਡਾ ਕੋਈ ਐਕਸਪੀਰੀਅੰਸ ਹੈਗਾ ਜਿਹੜਾ ਕਿ ਸਾਡੇ ਭੈਣਾਂ ਭਰਾਵਾਂ ਨੂੰ ਪਹਿਲਾਂ ਤੋਂ ਉਹਦੇ ਬਾਰੇ ਤਿਆਰ ਰਹਿਣਾ ਚਾਹੀਦਾ? ਜਿਵੇਂ ਅਸੀਂ ਨਾਮਾਂ ਦੀ ਗੱਲ ਕੀਤੀ ਆ, ਬਈ ਆਮ ਗਲਤੀਆਂ ਜਿਹੜੀਆਂ ਹੈਗੀਆਂ ਉਹ ਮੁਖਤਿਆਰਨਾਮਿਆਂ ਦੇ ਵਿੱਚ ਕਿਹੜੀਆਂ ਆਉਂਦੀਆਂ ਜੀ, ਜਿਨ੍ਹਾਂ ਤੋਂ ਸਾਨੂੰ ਫੀਡਬੈਕ ਤੁਹਾਨੂੰ ਆਉਂਦੀ ਹੋਵੇ ਵੀ ਨਹੀਂ ਜੀ ਤੁਸੀਂ ਆਹ ਨਹੀਂ ਗੱਲ ਕਰਵਾਈ, ਇੱਥੇ ਆਹ ਸਟੰਪ ਹੋਣੀ ਚਾਹੀਦੀ ਸੀ, ਇਹ ਸਟੰਪ ਗੋਲ ਹੋਣੀ ਚਾਹੀਦੀ ਸੀ, ਇਹ ਸਟੰਪ ਜਿਹੜੀ ਹੈਗੀ ਆ ਕਈ ਵਾਰੀ ਇੱਦਾਂ ਦੀਆਂ ਗੱਲਾਂ ਵੀ ਆਉਂਦੀਆਂ ਹੈਗੀਆਂ ਨੇ ਜੀ, ਇਹ ਤਾਂ ਸਟੰਪ ਉਹਨਾਂ ਨੇ ਤਾਂ ਫਲਾਨਿਆਂ ਨੇ ਤਾਂ ਗੋਲ ਲਵਾਈ ਸੀ, ਤੁਸੀਂ ਇਹ ਕਾਹਤੇ ਚੌਰਸ ਲਵਾ ਕੇ ਸਾਨੂੰ ਭੇਜ ਦਿੱਤੀ। ਕੋਈ ਇੱਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਧਿਆਨ ਦੇ ਵਿੱਚ ਆਈਆਂ ਹੋਣ ਜਿਨ੍ਹਾਂ ਤੋਂ ਸਾਡੇ ਭੈਣਾਂ ਭਰਾਵਾਂ ਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਆ ਜੀ? ਜਿਹੜਾ ਨਾ ਇੰਡੀਆ ਦੇ ਜਿਹੜੇ ਕਈਆਂ ਨੂੰ ਜਿਹੜੇ ਇੰਡੀਆ 'ਚ ਉੱਥੇ ਰਜਿਸਟਰਾਰ ਬੈਠੇ ਆ ਜਾਂ ਤਹਿਸੀਲਦਾਰ ਜਾਂ ਸਬ ਤਹਿਸੀਲਦਾਰ ਜਾਂ ਕੋਈ ਹੋਰ, ਉਹਨਾਂ ਨੂੰ ਇੱਥੇ ਜਿਹੜੀ ਆਪਾਂ ਮੋਹਰ ਲਵਾਈ ਦੀ ਆ ਮਿਲਟਨ ਕੀਨਸ ਤੋਂ ਜੀ, ਉਹ ਉਹਨਾਂ ਦਾ ਨਹੀਂ ਪਤਾ। ਉਹ ਸੋਚਦੇ ਆ ਇਹ ਤਾਂ ਯਾਰ ਇਹ ਤਾਂ ਮਤਲਬ ਇਹ ਠੀਕ ਨਹੀਂ ਹੈਗੀ, ਅੱਛਾ ਹੈ ਨਾ, ਇਹ ਤੁਹਾਨੂੰ ਹਾਈ ਕਮਿਸ਼ਨਰ ਤੋਂ ਹੀ ਕਰਕੇ ਦਿਓ ਜੀ। ਪਰ ਇਹ ਜਿਹੜੀ ਹੈਗੀ ਆ ਕਈਆਂ ਨੂੰ ਜਿਹੜੇ ਹੁਣ ਜਲੰਧਰ ਜ਼ਿਲ੍ਹੇ 'ਚ ਜਾਂ ਕਪੂਰਥਲੇ ਜ਼ਿਲ੍ਹੇ 'ਚ ਜਾਂ ਨਵਾਂ ਸ਼ਹਿਰ ਹੋ ਗਿਆ ਜਿੱਥੇ ਇਹ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਪੈਂਦੀ ਅਪੋਸਟਲ ਦੀ, ਪਰ ਜਿਹੜੀ ਦੂਜੀ ਥਾਂ 'ਤੇ ਉਹ ਕਈ ਵਾਰੀ ਹੈ ਜਾਂਦੀ, ਉਹ ਕਹਿੰਦੇ ਕਿ ਤੁਸੀਂ ਅਪੋਸਟਲ ਦੀ ਮੋਹਰ ਲਵਾਤੀ ਹੈ, ਸਾਨੂੰ ਤਾਂ ਹਾਈ ਕਮਿਸ਼ਨਰ ਦੀ ਮੋਹਰ ਚਾਹੀਦੀ ਆ। ਠੀਕ ਆ। ਪਰ ਜਿਹੜੀ ਅਪੋਸਟਲ ਦੀ ਜਿਹੜੀ ਇਹ ਹੈ ਨਾ ਮਿਲਟਨ ਕੀਨਸ ਤੋਂ ਮੋਹਰ ਲੱਗਦੀ, ਉਹ ਸਭ ਤੋਂ ਜਿੱਦਾਂ ਸਮਝ ਕਰ ਲਓ ਉੱਚੀ ਜਿਹੜੀ ਹਾਈ ਜਿਹੜੀ ਆ ਇਹ ਉਹ ਤੋਂ ਹਾਂਜੀ ਵੈਰੀਫਿਕੇਸ਼ਨ ਆ, ਇਹ ਤੋਂ ਉੱਤੇ ਕੁਛ ਨਹੀਂ ਹੈਗਾ। ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਵੀ ਇਹ ਮਤਲਬ ਇਹ ਮੰਨੀ ਜਾਂਦੀ ਆ। ਠੀਕ ਆ। ਹਾਈ ਕਮਿਸ਼ਨਰ ਦੀ ਭਾਵੇਂ ਮੰਨ ਨਾ ਹੋਵੇ ਪਰ ਇਦਾਂ ਨਹੀਂ ਹੈਗਾ ਕਿ ਨਹੀਂ ਮੰਨ ਹੁੰਦੀ, ਹਾਈ ਕਮਿਸ਼ਨਰ ਦੀ ਮੰਨ ਹੁੰਦੀ, ਪਰ ਉਹ ਜਿਹੜੀ ਹੈਗੀ ਆ ਉਹ ਜ਼ਿਆਦਾ ਅਥੈਂਟੀਕੇਟਡ ਆ ਰਾਦਰ ਦੈਨ ਹਾਈ ਕਮਿਸ਼ਨਰ ਨਾਲ। ਇਦਾਂ ਵੀ ਪ੍ਰੋਬਲਮ ਇਹ ਹੁੰਦੀ ਆ। ਅਗਰ ਇਦਾਂ ਦੀ ਸਿਚੁਏਸ਼ਨ ਰਾਈਜ਼ ਹੁੰਦੀ ਆ ਜੀ ਤੇ ਫਿਰ ਇਹਦਾ ਕੀ ਹੱਲ ਹੈਗਾ? ਫਿਰ ਤੁਸੀਂ ਉਹਨਾਂ ਨੂੰ ਐਡਵਾਈਸ ਹੀ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਰਜਿਸਟਰਾਰ ਨੂੰ ਜਾਂ ਸਬ ਰਜਿਸਟਰਾਰ ਨੂੰ ਇਹਦੇ ਬਾਰੇ ਇਨਫੋਰਮ ਕਰੋ ਕਿ ਹਾਂ? ਮੈਂ ਕੀਤਾ ਜੀ, ਮੈਂ ਕਈ ਵਾਰੀ ਮੈਨੂੰ ਈਮੇਲਾਂ ਵੀ ਕਰਨੀਆਂ ਪੈਂਦੀਆਂ ਆ, ਕਿ ਈਮੇਲਸ ਵੀ ਕਰਨੀਆਂ ਪੈਂਦੀਆਂ ਕਈ ਵਾਰੀ। ਹੁਣ ਮੈਂ ਪਿਛਲੇ ਹਫ਼ਤੇ ਹੀ ਕਿਸੇ ਦਾ ਸੀਗਾ ਇੱਥੇ ਵੈਸਟ ਬਰੋਮ ਦੇ ਹੀ ਆ ਜੀ, ਤੇ ਉਹਨਾਂ ਦਾ ਮੈਨੂੰ ਪਟਵਾਰੀ ਨਾਲ ਗੱਲ ਕਰਨੀ ਪਈ, ਫਿਰ ਮੈਂ ਪਟਵਾਰੀ ਨੂੰ ਗੱਲ ਸਮਝਾਤੀ, ਪਟਵਾਰੀ ਨੇ ਸਮਝ ਲਈ। ਪਰ ਕਈ ਵਾਰੀ ਉੱਥੇ ਤੁਹਾਨੂੰ ਪਤਾ ਕਿ ਉਹ ਪੈਸੇ ਵੀ ਲੈਣੇ ਹੁੰਦੇ ਆ, ਦੇਣੇ ਹੁੰਦੇ, ਕਹਿਣਾ ਯਾਰ ਇਹ ਤਾਂ ਤੇਰੀ ਤਾਂ ਮੋਹਰ ਗਲਤ ਆ, ਤੇ ਉਹ ਫਿਰ ਤਾਂ ਹੀ ਉਹਨਾਂ ਨੂੰ ਬਣਨਾ ਕੁਛ ਹੈ ਨਾ, ਉਹ ਬਣਨਾ ਹੁੰਦਾ। ਹਾਂਜੀ, ਇਹ ਵੀ ਗੱਲ ਅਸਲ ਦੇ ਵਿੱਚ ਮੇਰਾ ਇਹੀ ਇਸ਼ਾਰਾ ਵੀ ਇੱਧਰ ਹੀ ਸੀਗਾ ਕਿ ਉਹ ਕੋਈ ਬਹਾਨਾ ਲੱਭ ਲੈਂਦੇ ਆ ਕਿ ਨਹੀਂ ਜੀ ਤੁਹਾਡੀ ਆਹ ਚੀਜ਼ ਹੈਗੀ ਆ, ਆਹ ਨਹੀਂ ਹੈਗੀ, ਤੁਸੀਂ ਇੱਦਾਂ ਕਰਨੀ ਸੀ, ਤੁਹਾਡੇ ਵਕੀਲ ਨੇ ਆਹ ਨਹੀਂ ਕੀਤਾ, ਉੱਧਰ ਆਹ ਚੱਲਦਾ ਜਾਂ ਆਹ ਨਹੀਂ ਚੱਲਦਾ। ਸੋ ਤੁਸੀਂ ਅਗਰ ਤੁਹਾਨੂੰ ਇੱਦਾਂ ਦੀ ਕੋਈ ਫੀਡਬੈਕ ਆਉਂਦੀ ਆ ਤਾਂ ਤੁਸੀਂ ਜਿਨ੍ਹਾਂ ਕੋਲੋਂ ਪਾਵਰ ਆਫ ਅਟਰਨੀ ਬਣਾਈ ਆ ਤੁਸੀਂ ਉਹਨਾਂ ਨਾਲ ਜ਼ਰੂਰ ਸਲਾਹ ਲਓ, ਔਰ ਉਹਦੇ ਤੋਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਸੋ ਇੱਕ ਗੱਲ ਇਹ ਵੀ ਧਿਆਨ ਰੱਖੋ ਕਿ ਜਿਸ ਵਕੀਲ ਕੋਲ ਜਾਂ ਪ੍ਰਤੀਨਿਧੀ ਕੋਲ ਤੁਸੀਂ ਜਾਓ, ਇਹ ਮੇਕ ਸ਼ੋਰ ਕਰੋ ਕਿ ਉਹ ਚੰਗੀ ਤਰ੍ਹਾਂ ਕੁਆਲੀਫਾਈਡ ਹੋਵੇ ਤਾਂ ਕਿ ਉਹ ਤੁਹਾਨੂੰ ਇਹਦੇ ਬਾਰੇ ਆਪਣੀ ਪੂਰੀ ਜਿਹੜੀ ਹੈਗੀ ਆ ਉਹ ਸਲਾਹ ਦੇ ਸਕੇ।
ਜਗਰੂਪ ਜੀ, ਕੋਈ ਇੱਦਾਂ ਦੀ ਗੱਲ ਜਿਹੜੀ ਮੈਂ ਤੁਹਾਨੂੰ ਪੁੱਛਣੀ ਭੁੱਲ ਗਿਆ ਹੋਵਾਂ, ਤੁਹਾਨੂੰ ਲੱਗਦਾ ਹੋਵੇ ਕਿ ਸਾਡੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈਗੀ ਆ, ਜਾਂ ਉਹਨਾਂ ਨੂੰ ਇਸ ਗੱਲ ਤੋਂ ਫਾਇਦਾ ਹੋ ਸਕਦਾ, ਤੇ ਉਹ ਤੁਸੀਂ ਕੋਈ ਸਾਂਝੀ ਕਰਨੀ ਚਾਹੋ ਤਾਂ ਜ਼ਰੂਰ। ਤੁਸੀਂ ਇੰਨੀ ਵਧੀਆ ਤਿਆਰੀ ਕੀਤੀ ਹੈ ਕਿ ਕੋਈ ਤੁਸੀਂ ਕੁਐਸਚਨ ਛੱਡਿਆ ਨਹੀਂ, ਹੈ ਨਾ। ਤੇ ਪਰ ਇਹਦੇ ਵਿੱਚ ਹੈ ਕਿ ਜੇ ਮੰਨ ਲਓ ਮੈਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਉਹ ਊਧਮ ਸਿੰਘ ਵੈਲਫੇਅਰ ਸੈਂਟਰ 'ਚ ਫੋਨ ਕਰਕੇ, ਹਾਂਜੀ ਠੀਕ ਹੈ, ਉਹਦਾ ਫੋਨ ਆਪਣੇ ਵੈਬਸਾਈਟ 'ਚ ਉਹ ਨੰਬਰ ਦੇਖ ਸਕਦੇ ਆ ਜੀ। ਤੇ ਉਹ ਕੋਈ ਜ਼ਰੂਰੀ ਨਹੀਂ ਕਿ ਗੱਲ ਬਰਮਿੰਘਮ ਜਾਂ ਮੰਨ ਲਓ ਕੋਈ ਨਹੀਂ ਵੀ ਆ ਸਕਦੇ ਦੂਰੋਂ, ਹਾਂਜੀ, ਤੇ ਅਸੀਂ ਉਹਦੀ ਪਾਵਰ ਟੋਰਨੀ ਜਿਹੜੀ ਹੈਗੀ ਆ ਉਹ ਬਣਾ ਕੇ ਅਸੀਂ ਈਮੇਲ ਵੀ ਕਰ ਸਕਦੇ ਹਾਂ ਜਾਂ ਉਹਨੂੰ ਪੋਸਟ ਵੀ ਕਰ ਸਕਦੇ ਹਾਂ। ਤੇ ਹਰੇਕ ਥਾਂ 'ਤੇ ਨੋਟਰੀ ਹੁੰਦੀ ਆ, ਹਾਂਜੀ, ਹੈ ਨਾ, ਉਹ ਉੱਥੇ ਵੀ ਉਹਨੂੰ ਨੋਟਰੀ ਕਰਵਾ ਸਕਦੇ ਹੈਗੇ ਆ। ਠੀਕ ਹੈ, ਮਤਲਬ ਇੱਦਾਂ ਨਹੀਂ ਹੈਗਾ ਕਿ ਸਾਡੇ ਦਫ਼ਤਰ ਹੀ ਉਹਨਾਂ ਨੂੰ ਆਉਣਾ ਪੈਣਾ ਤੁਰ ਕੇ ਜੀ, ਠੀਕ ਹੈ, ਜਾਂ ਕੋਈ ਦੂਰੋਂ ਆਉਂਦੇ ਆ, ਫਿਰ ਉਹਨਾਂ ਦਾ ਪੈਟਰੋਲ ਦਾ ਵੀ ਖਰਚਾ ਆਉਂਦਾ, ਸਮਾਂ ਵੀ ਉਹਨਾਂ ਦਾ ਜਾਂਦਾ ਹੈਗਾ, ਤੇ ਅਸੀਂ ਇਹ ਵੀ ਮਤਲਬ ਉਹਨਾਂ ਦਾ ਬਚਾਉਣਾ ਹੈਗਾ ਆਪਣੇ ਲੋਕਾਂ ਦਾ। ਠੀਕ ਆ, ਠੀਕ ਆ। ਸੋ ਤੁਸੀਂ ਤਕਰੀਬਨ 5 ਦਿਨ ਅਵੇਲੇਬਲ ਹੋਵੋਗੇ, ਮੰਡੇ ਟੂ ਫਰਾਈਡੇ ਜਾਂ? ਹਾਂਜੀ, ਮੈਂ ਉੱਥੇ ਮੰਡੇ ਟੂ ਫਰਾਈਡੇ ਤੇ ਸੈਟਰਡੇ ਮੈਂ ਉੱਥੇ 11 ਤੋਂ 2 ਹੁੰਦਾ ਹੈਗਾ। ਅੱਛਾ ਜੀ। ਸੋ ਉਹਦੇ ਲਈ ਤਾਂ ਉਹਨਾਂ ਨੂੰ ਖਾਸ ਅਪਾਇੰਟਮੈਂਟ ਬਣਾ ਕੇ ਆਉਣ ਦੀ ਲੋੜ ਹੈਗੀ ਆ, ਇੱਦਾਂ ਨਾ ਹੋਵੇ ਕਿ ਕੋਈ ਆ ਜਾਵੇ ਤਾਂ ਤੁਸੀਂ ਕਹੋ ਫਿਰ, ਹੈ ਨਾ, ਕਈ ਵਾਰੀ ਤੁਹਾਡੇ ਕੋਲ ਆਲਰੇਡੀ ਕਲਾਇੰਟ ਬੈਠੇ ਹੁੰਦੇ ਆ, ਫਿਰ ਮਸਲਾ ਨਹੀਂ ਬਣਦਾ ਹੋ ਜਾਂਦਾ। ਹਾਂਜੀ। ਸੋ ਦਰਸ਼ਕੋ, ਇਹ ਅੱਜ ਦਾ ਜਿਹੜਾ ਸੀਗਾ ਸਾਡਾ ਟੌਪਿਕ ਸੀਗਾ, ਇਹ ਤੁਹਾਨੂੰ ਕਿੱਦਾਂ ਦਾ ਲੱਗਾ? ਤੁਸੀਂ ਇਹਦੇ ਬਾਰੇ ਸਾਨੂੰ ਜ਼ਰੂਰ ਫੀਡਬੈਕ ਦਿਓ, ਸਾਨੂੰ ਸੁਝਾਅ ਦਿਓ, ਤਾਂ ਕਿ ਅਸੀਂ ਉੱਦਾਂ ਦੇ ਮੁੱਦੇ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਤੁਹਾਨੂੰ ਜਾਣਕਾਰੀ ਮਿਲ ਸਕੇ ਔਰ ਤੁਸੀਂ ਉਹਦੇ ਬਾਰੇ ਜਿਹੜਾ ਹੈਗਾ ਉਹਦਾ ਤੁਹਾਨੂੰ ਫਾਇਦਾ ਹੋ ਸਕੇ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਅਸੀਂ ਹਰ ਹਫ਼ਤੇ ਕੋਈ ਇੱਦਾਂ ਦਾ ਮੁੱਦਾ ਲੈ ਕੇ ਆਈਏ ਜਿਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਜ਼ਿੰਦਗੀ ਵਿੱਚ ਜਿਹੜਾ ਹੈਗਾ ਉਹ ਫਾਇਦਾ ਹੋਵੇ। ਸੋ ਜਗਰੂਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਸਮਾਂ ਕੱਢ ਕੇ ਆਏ ਆ ਸਾਡੇ ਨਾਲ, ਉਹਨਾਂ ਨੇ ਸਾਂਝ ਪਾਈ ਹੈਗੀ ਆ। ਜਗਰੂਪ ਜੀ, ਤੁਸੀਂ ਅਗਲੇ ਮਹੀਨੇ ਅਖੀਰਲੇ ਸ਼ਨੀਵਾਰ ਤੁਸੀਂ ਫਿਰ ਸਾਡੇ ਨਾਲ ਇੱਥੇ ਹਾਜ਼ਰ ਰਹੋਗੇ। ਹਾਂਜੀ, ਆਪਾਂ ਕੋਈ ਇਮੀਗ੍ਰੇਸ਼ਨ ਦੀ ਗੱਲ ਕਰਾਂਗੇ ਜਾਂ ਇੰਡੀਅਨ ਲਾਅ ਦੀ ਗੱਲ ਕਰਾਂਗੇ। ਹਾਂਜੀ, ਉਹਦੇ ਬਾਰੇ ਅਸੀਂ ਇੱਕ ਜਿਹੜਾ ਵੱਖਰਾ ਮੁੱਦਾ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਜਿਹੜਾ ਹੈਗਾ ਉਹ ਇਜਾਜ਼ਤ ਲੈਣਾ ਹੈਗਾ। ਉਮੀਦ ਕਰਦਾ ਹੈਗਾ ਕਿ ਤੁਸੀਂ ਅਗਲੇ ਹਫ਼ਤੇ ਸਾਡੇ ਨਾਲ ਸਮਾਂ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਜੁੜੋਗੇ। ਅਗਰ ਕੋਈ ਵੀ ਸਾਡੇ ਕੋਲ ਕੋਈ ਵੱਧ ਘੱਟ ਗੱਲ ਕਹੀ ਹੋਵੇ ਉਹਦੇ ਲਈ ਅਸੀਂ ਜਿਹੜਾ ਹੈਗਾ ਮਾਫੀ ਦੀ ਦਰਖਾਸਤ ਕਰ ਹਾਂ। ਸੋ ਇਸੇ ਗੱਲ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ।